ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਇਸ ਵੇਲੇ ਅਸੀਂ ਆਪਣੇ ਵੱਲੋਂ ਹਾਜ਼ਰੀ ਲਵਾ ਦਿੱਤੀ ਹੈ। ਪਰ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ ਕਿ 20 ਤੋਂ ਬਾਅਦ ਲੀਡਰ ਜਿਹੜੇ ਰੋਜ਼ ਹਾਜ਼ਰੀ ਲਵਾਉਂਦੇ ਸੀ ਉਹ ਨਹੀਂ ਲਵਾ ਰਹੇ। ਐਂਡ ਅਸੀਂ ਤੁਹਾਨੂੰ ਕਿਹਾ ਵੀ ਸੀਗਾ ਕਿ ਵੀ ਇਹ ਹੁਣ ਦੀ ਹਾਜ਼ਰੀ ਆ, ਮੁੜ ਕੇ 27 ਤੱਕ ਇਹਨਾਂ ਲੱਭਣਾ ਨਹੀਂ। ਹਾਂ, ਹੁਣ ਵੀ 10 ਤੱਕ ਆਪਾਂ ਨੂੰ ਇਹ ਜਾਪਦਾ ਵੀ ਜਿਵੇਂ ਉਹ ਚੁੱਪ ਨੇ, ਪਰ ਚੁੱਪ ਹੈ ਨਹੀਂ। ਕੋਈ ਆਪਣੇ ਵੱਲੋਂ ਕਹਿੰਦੇ ਵੀ ਹੱਥ ਹੁੱਥ ਵਿਖਾ ਰਿਹਾ, ਕਿਸੇ ਨੇ ਕੋਈ ਨਵਾਂ ਨਗ ਪਾ ਲਿਆ, ਕਿਸੇ ਨੇ ਇੱਧਰ ਉੱਧਰ ਕੋਈ ਜੋੜ ਤੋੜ ਲਾ ਲਿਆ, ਤੇ ਕੋਈ ਹੋ ਸਕਦਾ ਇਹ ਵੀ ਹਿਸਾਬ ਕਿਤਾਬ ਲਾਉਂਦਾ ਹੋਵੇ ਵੀ ਕਿੰਨੇ ਖਰਚ ਕੇ ਕਿੱਥੋਂ ਕੀ ਮਿਲਿਆ ਤੇ ਕਿੱਥੋਂ ਕੀ ਨਹੀਂ ਮਿਲਿਆ। ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਇਸ ਵਕਤ ਪੰਜਾਬ 'ਚ ਕੀ ਹੋ ਰਿਹਾ, ਦੇਸ਼ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਇਹ ਸਾਰੀਆਂ ਖਬਰਾਂ ਦੇ ਉੱਪਰ ਆਪਾਂ ਝਾਤ ਮਾਰਾਂਗੇ। ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਕੀ ਰੇਟ ਅੱਜ ਗੰਢਿਆਂ ਦਾ? ਦੇਖੋ, ਗੰਢਿਆਂ ਦਾ ਰੇਟ ਛੱਡ ਹੀ ਦਿੱਤੇ। ਆਲੂ ਕਿਸੇ ਸਿਆਣੇ ਨੇ ਦੱਸਿਆ ਕਿ ਜੇ ਸਰਕਾਰ ਫੇਰ ਬਣਨੀ ਹੈ ਜੇ ਉਨੀ ਦੇਰ ਗੰਢੇ ਨਹੀਂ ਖਾਣੇ। ਨਹੀਂ ਫੇਰ ਠੀਕ। ਮੈਨੂੰ ਨਹੀਂ ਮੈਂ ਤਾਂ ਪੁੱਛਿਆ ਵੀ ਦੇਖੋ ਕਾਰਨ ਇਹ ਆ ਵੀ ਇਹਦੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਵੀ ਫਲਾਣੇ ਦਾ ਕੀ ਬਣੂ, ਢੀਂਡ ਦਾ ਕੀ ਬਣੂ। ਇਹ ਆਪਾਂ ਚਲੋ ਦੋਵੇਂ ਵੀਰ ਨਾ ਵੀ ਗੱਲ ਕਰੀਏ, ਘਰੋਂ ਘਰੀ ਤੇ ਹੋਣੀ ਹੈ ਨਾ ਗੱਲ ਵੀ ਅੱਛਾ ਗੱਲ ਸੁਣੋ, ਮੈਂ ਆ ਪਰਚੀ ਲਿਖਤੀ ਸੌਦੇ ਵਾਲੀ ਤੇ ਲੈ ਕੇ ਆਇਓ ਜੀ। ਤੇ ਹੋ ਸਕਦਾ ਵੀ ਜਵਾਕ ਵੀ ਮਗਰੋਂ ਆਵਾਜ਼ ਮਾਰ ਕੇ ਆਂਦਾ ਹੋਵੇ ਵੀ ਡੈਡੀ ਆ ਫਲਾਨੀ ਕਾਪੀ ਜ਼ਰੂਰ ਚਾਹੀਦੀ ਆ ਤੇ ਫਲਾਨੀ ਤਰ੍ਹਾਂ ਦੇ ਰੰਗ ਵੀ ਲੈ ਕੇ ਆਈ, ਨਹੀਂ ਤੇ ਵੜੀ ਨਾ। ਹੁਣ ਉਹ ਬੰਦਾ ਸੋਚਦਾ ਹੋਣਾ ਵੀ ਯਾਰ ਕੱਲ੍ਹ ਤੱਕ ਤੇ ਸਾਰਾ ਕੁਛ ਹੀ ਫਰੀ ਮਿਲ ਰਿਹਾ ਪੰਜਾਬ 'ਚ। ਇੱਧਰੋਂ ਇੰਨੇ 1000 ਰੁਪਈਏ ਮਿਲ ਜਾਣੇ ਸੀ, ਇੰਨੀਆਂ ਨੌਕਰੀਆਂ, ਸਾਰਾ ਕੁਛ ਮਿਲ ਜਾਣਾ ਸੀ। ਥੋੜ੍ਹਾ ਨਿਆਣਾ ਜੇ ਵੱਡਾ ਤੇ ਕਾਰਡ ਵੀ ਬਣ ਜਾਣਾ ਸੀ, ਸਵਾਈਪ ਕਰਨਾ ਤੇ ਸਿੱਧਾ ਜਹਾਜ਼ ਵਾਲਿਆਂ ਪਹਿਲਾਂ ਬਾਹੋਂ ਫੜ ਕੇ ਬਣਾਉਣਾ। ਉਹ ਤੁਹਾਡੇ ਕੋਲ ਸਰਕਾਰੀ ਕਾਰਡ, ਤੁਸੀਂ ਪਹਿਲਾਂ ਅਗਲੀ ਸੀਟ 'ਤੇ ਬਹਿ ਜਾਓ। ਬਹੁਤੀ ਗੱਲ ਤਾਂ ਹੋ ਸਕਦਾ ਪਾਇਲਟ ਦੇ ਨਾਲ ਭਾਗ ਲਿਜਾਣ ਅਗਲੇ। ਅੱਜ ਅਗਲਾ ਬੰਦਾ ਇਹੋ ਪੁੱਛਦਾ ਫਿਰਦਾ ਵੀ ਅੱਛਾ ਆਲੂ ਪੁੱਛ ਲਿਓ ਕਿੰਨੇ ਕੁ ਨੂੰ ਆ। ਸੰਧਾਲੀਆ ਸਾਹਿਬ, ਗੱਲ ਤੁਹਾਡੀ ਠੀਕ ਹੈ। ਮੈਂ ਹੈਰਾਨ ਸੀ ਕਿ ਜਿਹੜੀਆਂ ਸਿਆਸੀ ਪਾਰਟੀਆਂ ਦੇ ਨੇਤਾ 20 ਤੋਂ ਪਹਿਲਾਂ ਬਾਰ-ਬਾਰ ਇਹ ਕਹਿੰਦੇ ਸੀ ਕਿ ਔਰਤਾਂ ਦਾ ਔਖਾ ਪੰਜਾਬ 'ਚ, ਇਹਨਾਂ ਨੂੰ ਰੁਪਈਏ ਚਾਹੀਦੇ, ਇਹਨਾਂ ਨੂੰ ਪੈਸੇ ਚਾਹੀਦੇ, ਆਤਮ ਸਨਮਾਨ ਚਾਹੀਦਾ। ਆ ਵੋਟਾਂ ਪੈਣ ਤੋਂ ਬਾਅਦ ਕਿਹੜਾ ਉਹਨਾਂ ਦੀ ਹਾਲਤ ਬਦਲ ਗਈ ਜਾਂ 1000 2100 ਜਾਂ 1100 ਰੁਪਈਆ ਮਿਲਣ ਲੱਗ ਪਿਆ? ਜੇ ਹੁਣ ਵੋਟਾਂ ਪੈ ਗਈਆਂ ਤਾਂ ਘੱਟੋ ਘੱਟ ਲੀਡਰ ਲੋਕਾਂ ਨੂੰ ਇੱਕ ਦੋ ਵਾਰੀ ਦਿਹਾੜੀ ਦੇ ਵਿੱਚ ਕਹਿ ਤਾਂ ਦਿਆ ਕਰਨ ਕਿ ਭਾਈ ਅਸੀਂ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਆ ਪੂਰੇ ਕਰਾਂਗੇ, ਜੇ ਅਸੀਂ ਜਿੱਤ ਗਿਆ ਤਾਂ ਪੱਕਾ ਪੂਰੇ ਕਰਾਂਗੇ, ਜੇ ਨਾ ਵੀ ਸਾਡੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਵਾਅਦੇ ਲਾਗੂ ਕਰਾਉਣ ਦੇ ਲਈ ਸੰਘਰਸ਼ ਜਾਰੀ ਰਹੂਗਾ। ਲੀਡਰ ਬੋਲਦੇ ਹੀ ਨਹੀਂ। ਨੌਕਰੀਆਂ ਦੀ ਗੱਲ ਕਰਦੇ ਸੀ ਕਿ 1 ਸਾਲ ਦੇ ਵਿੱਚ ਇੰਨੀਆਂ ਨੌਕਰੀਆਂ ਦੇਣੀਆਂ, 5 ਸਾਲਾਂ ਚਾਹੀਦੀਆਂ। ਮੈਂ ਕਹਿੰਦਾ ਕਿ ਹੁਣ ਸ਼ਾਮ ਨੂੰ ਤਰਕਾਲਾਂ ਵੇਲੇ 5 ਵਜੇ ਹੀ ਲਾ ਲਓ, ਘੱਟੋ ਘੱਟ ਸਾਡੇ ਮਾਣਯੋਗ ਲੀਡਰ ਸਾਹਿਬਾਨ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਹੀ ਪਾ ਦਿਆ ਕਰਨ ਕਿ ਭਾਈ ਵੋਟਾਂ ਪੈ ਗਈਆਂ, ਸਰਕਾਰ ਸਾਰੇ ਕਹਿੰਦੇ ਨੇ ਸਾਡੀ ਬਣ ਜਾਣੀ ਆ। ਵੀ ਸਰਕਾਰ ਸਾਡੀ ਬਣ ਜਾਣੀ ਆ, ਸਾਡੇ ਕੋਲ ਤਾਂ ਟਾਈਮ ਬੜਾ ਥੋੜਾ। ਅਸੀਂ ਤਾਂ ਇਹਨਾਂ 15 ਦਿਨਾਂ ਦੇ ਵਿੱਚ ਲਿਸਟਾਂ ਬਣਾਉਣ ਡਏ ਆ ਕਿ ਪੰਜਾਬ 'ਚ ਬੇਰੁਜ਼ਗਾਰ ਕਿੰਨੇ ਆ, ਪੜ੍ਹੇ ਲਿਖੇ ਕਿੰਨੇ ਆ, ਕਿਹੜੇ ਡਿਪਾਰਟਮੈਂਟ 'ਚ ਅਸਾਮੀਆਂ ਕਿੰਨੀਆਂ ਖਾਲੀ ਆ, ਉਹਨਾਂ ਅਸਾਮੀਆਂ ਤੇ ਭਰਤੀ ਹੋਣ ਲਈ ਯੋਗਤਾ ਕਿੰਨੀਆਂ, ਤੇ ਉਹ ਯੋਗਤਾ ਪ੍ਰਾਪਤ ਸਾਡੇ ਕੋਲੇ ਮੁੰਡੇ ਤੇ ਕੁੜੀਆਂ ਕਿੰਨੇ ਨੇ, ਉਹ ਕਿਹੜੇ ਜ਼ਿਲ੍ਹੇ 'ਚ ਨੇ, ਉਸ ਜ਼ਿਲ੍ਹੇ 'ਚ ਖਾਲੀ ਅਸਾਮੀਆਂ ਕਿੰਨੀਆਂ। ਯਾਨੀ ਰੋਜ਼ ਘੱਟੋ ਘੱਟ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਵੱਖ-ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ ਇਹ ਪਾਉਣ ਸਹੀ, ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਭਾਈ 10 ਨੂੰ ਰਿਜ਼ਲਟ, 11 ਨੂੰ ਸਰਟੀਫਿਕੇਟ ਮਿਲਣ ਤੋਂ ਬਾਅਦ ਸਹੁੰ ਚੁੱਕ, 12 ਨੂੰ ਸਰਕਾਰ, 13 ਨੂੰ ਡਿਪਾਰਟਮੈਂਟ ਵੰਡ ਦੇਣੇ ਆ, ਤੇ 14 ਤਰੀਕ ਤੋਂ ਪਹਿਲਾਂ ਇਸ਼ਤਿਹਾਰ ਆ ਜਾਣਾ ਕਿ ਭਾਈ ਆ ਦੇਖੋ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲੱਗੇ ਆ। ਉਹ ਇਸ਼ਤਿਹਾਰ ਤਾਂ ਆਉਣਾ ਹੈ ਜੇ ਇਹਨਾਂ 15 ਦਿਨਾਂ ਦੇ ਵਿੱਚ, ਜਿਹੜੇ ਕਿ ਵੋਟਾਂ ਪੈਣ ਤੋਂ ਬਾਅਦ 17 ਦਿਨ ਸੀਗੇ, ਉਹਦੇ ਵਿੱਚ ਪਹਾੜ ਤੇ ਜਾ ਕੇ ਸੈਰ ਕਰਨ ਨਾਲੋਂ, ਸਮੁੰਦਰ ਕੰਢੇ ਜਾਣ ਨਾਲੋਂ, ਘਰ ਦੇ ਵਿੱਚ ਬੱਚਿਆਂ ਨਾਲ ਖੇਡਣ ਨਾਲੋਂ, ਜੇ ਤੁਸੀਂ ਆ ਇੰਨਾ ਕੁ ਕੰਮ ਕਰ, ਇੰਨਾ ਕੁ ਹਿਸਾਬ ਕਿਤਾਬ ਜਿਹੜਾ ਉਹ ਕਰਦੇ ਹੋ, ਕੀ ਕਿਸੇ ਲੀਡਰ ਨੇ ਪੰਜਾਬ ਦੇ ਵਿੱਚ ਮੰਡੀਕਰਨ ਸਿਸਟਮ ਵਿੱਚ ਸੁਧਾਰ ਕਿੱਦਾਂ ਹੋਣਾ? 20 ਤਰੀਕ ਦੀਆਂ ਵੋਟਾਂ ਪਈਆਂ, ਅੱਜ ਤਰੀਕ ਦੇਖ ਲਓ ਕਿੰਨੀ ਹੈ ਨਾ, 5-6 ਦਿਨਾਂ 'ਚ ਕੋਈ ਬਿਆਨ ਦਿੱਤਾ ਪੰਜਾਬ ਦੇ ਵਿੱਚੋਂ? ਸਾਰੇ ਕਹਿੰਦੇ ਸਾਡੀ ਸਰਕਾਰ ਬਣਨੀ ਹੈ, ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਭਾਜਪਾ ਵਾਲੇ। ਸੰਧਾਲੀਆ ਸਾਹਿਬ, ਜੇ ਸਰਕਾਰ ਬਣਨੀ ਹੈ ਤਾਂ ਪੰਜਾਬ ਦਾ ਸਿਸਟਮ ਸੁਧਾਰਨਾ ਕਿੱਦਾਂ? ਜੇ ਪਿਛਲੇ 6 ਦਿਨਾਂ ਤੋਂ ਇੱਕ ਵੀ ਪੰਜਾਬ ਦੇ ਲੀਡਰ ਨੇ ਬਿਆਨ ਨਹੀਂ ਦਿੱਤਾ, ਸੋਸ਼ਲ ਮੀਡੀਆ ਦੇ ਉੱਤੇ ਸਟੇਟਸ ਨਹੀਂ ਪਾਇਆ, ਇਹਦਾ ਮਤਲਬ ਹੈ ਕਿ ਵੋਟਾਂ ਪੈ ਗਈਆਂ ਤਾਂ ਫਿਰ ਵਿਸਰ ਗਏ। ਨਹੀਂ, ਇੱਦਾਂ ਨਹੀਂ ਹੈ WhatsApp। ਦੇਖੋ ਮੈਂ ਨਾ ਚੇਚਾ ਕੈਲਕੂਲੇਟਰ ਖੋਲ੍ਹਿਆ। ਮੈਂ ਕਿਹਾ ਵੀ ਇਹ ਕਾਰਨ ਪਤਾ ਕੀ ਵੈਸੇ ਹੈ, ਤੇ ਮੈਂ ਆਪਣੇ ਭਾਈਚਾਰੇ ਤੋਂ ਮਾਫੀ ਮੰਗਣੀ ਚਾਹੀਦੀ, ਲੀਡਰ ਭਾਈਚਾਰੇ ਤੋਂ, ਵੀ ਮੈਂ ਇਹਨਾਂ ਦੇ ਕਈ ਰਾਜ਼ ਖੋਲ੍ਹ ਦਿੰਦਾ ਨਾ। ਹੁਣ ਦੇਖੋ ਗੱਲ ਇਹ ਹੈ ਕਿ ਵੀ ਤੁਸੀਂ ਸੋਚਦੇ ਆ ਵੀ ਇਹ ਹਿਸਾਬ ਕਰਨੇ, ਇਹ ਹਿਸਾਬ ਕੌਣ ਕਰਦਾ ਵੀਰ? ਹਿਸਾਬ ਆਪਾਂ ਦੇਖੋ ਸਾਦੇ ਉਦਾਹਰਨ ਦਿੰਦਾ, ਘਰ 'ਚ ਕੋਈ ਸਾਰਥ ਕੀਤਾ ਹੋਵੇ ਨਾ, ਕੋਈ ਧੀ ਪੁੱਤ ਦਾ ਵਿਆਹ ਕੀਤਾ ਹੋਵੇ,
ਜਦੋਂ ਕੰਮ ਸਾਰਾ ਨਿਬੜ ਜਾਂਦਾ ਤੇ ਫਿਰ ਜਦੋਂ ਸਾਰੇ ਬੰਦੇ ਚਲੇ ਜਾਂਦੇ ਫਿਰ ਦੋਵੇਂ ਜੀ ਡੈਰੀ ਫੜ ਕੇ ਵੇਖਦੇ ਆ ਵੀ ਹਾਂ ਕਿੰਨੇ ਕੁ ਲੱਗ ਗਏ ਆ, ਆਏ ਕਿੰਨੇ ਕੁ ਨਾ। ਹੁਣ ਉਹੋ ਜਿਹਾ ਹਿਸਾਬ ਕਿਤਾਬ ਇਲੈਕਸ਼ਨਾਂ ਤੋਂ ਬਾਅਦ ਤਾਂ ਭਾਈ ਸਾਹਿਬ ਤੁਸੀਂ ਇਹ ਸੋਚੋ ਵੀ ਅਗਲਿਆਂ ਨੇ ਹਿਸਾਬ ਕਿਤਾਬ ਲਾਉਣਾ ਵੀ ਕਿੰਨੇ ਲੱਗੇ ਤੇ ਕੀ ਹਿਸਾਬ ਕਿਤਾਬ। ਹਾਲਾਂਕਿ ਚਲੋ ਲਿਮਟਾਂ ਉਹਨਾਂ ਨੇ ਗਿਣੀਆਂ ਮਿਥੀਆਂ ਪਈ ਇੰਨੇ ਲੱਖ ਤੋਂ ਵੱਧ ਖਰਚ ਨਹੀਂ ਸਕਦੇ। ਹੁਣ ਚਲੋ ਪੱਕੇ ਰਜਿਸਟਰ ਤੇ ਉਨੇ ਲੱਖ ਹੀ ਖਰਚੇ ਜਾਣੇ ਆ, ਕੱਚੀਆਂ ਪਰਚੀਆਂ ਦੇ ਕਿੰਨੇ ਕੁਝ ਖਰਚੇ ਜਾਂਦਾ ਇਹਦਾ ਮੈਂ ਹਿਸਾਬ ਲਾਉਂਦਾ ਸੀ ਵੀ ਤੁਸੀਂ ਦੇਖੋ ਬਾਕੀ ਆਪਾਂ ਖਰਚੇ ਸਾਰੇ ਛੱਡ ਦਿੰਦੇ ਹਾਂ। ਐਵਰੇਜ ਕਿੰਨਾ ਕੁ ਰੇਟ ਵੋਟ ਦਾ ਦਿੱਤਾ ਹੋਊਗਾ? ਇੱਕ ਵੋਟ ਖਰੀਦਣੀ 1000 ਕੁ ਨੂੰ, ਮੈਂ ਨਹੀਂ ਕਹਿੰਦਾ ਨਹੀਂ ਚਲੋ ਆਪਾਂ ਇਦਾਂ ਕਰ ਲਈਏ, ਮੰਨ ਲਓ ਜੇ 1000 ਨੂੰ ਖਰੀਦਣੀ ਆ, ਮੈਂ ਕੈਲਕੂਲੇਟਰ ਖੋਲਿਆ ਚੇਚਾ ਤੇ 5000 ਵੋਟ। ਨਹੀਂ ਤਾਂ ਤੁਹਾਨੂੰ ਪਤਾ ਮੈਂ ਨਹੀਂ ਕਹਿੰਦਾ ਯਾਰ ਹੁਣ ਤੇ ਲੰਘ ਹੀ ਆ, ਆਪਾਂ ਹੁਣ ਹਿਸਾਬ ਕਰ ਸਕਦੇ ਹਾਂ। ਮੈਂ ਤਾਂ ਲਾ ਲਓ ਚਲੋ 5000 ਵੋਟ ਮੰਨ ਲਓ ਵੀ ਖਰੀਦਣੀ ਤੇ ਇੱਕ ਵੋਟ ਦਾ ਰੇਟ 1000 ਰੁਪਈਆ ਤੇ ਰੁਪਈਆ ਲੱਗਦਾ ਸਾਰਾ ਹੀ 50 ਲੱਖ। ਹੁਣ 50 ਲੱਖ ਦੇ ਵਿੱਚ ਤੁਸੀਂ ਦੇਖੋ 5000 ਵੋਟ ਆ ਜਾਂਦੀ ਹੈ। ਐਂਡ ਜੇ ਬਹੁਤਾ ਨਹੀਂ ਆਪਾਂ ਗੱਲ ਕਰਦੇ ਤੇ 5000 ਵੋਟ ਇੱਕ MLA ਦੇ ਹਿਸਾਬ ਨਾਲ ਬਹੁਤ ਵੱਡਾ ਫਰਕ ਪਾ ਦਿੰਦੀ। ਐਂਡ ਆਪਾਂ ਪਿਛਲੇ ਸਮੇਂ 'ਚ ਇਹ ਵੀ ਦੇਖਦੇ ਰਹੇ ਹਾਂ ਵੀ 50 ਲੱਖ ਤੇ ਕੁਛ ਵੀ ਨਹੀਂ ਆ, ਕਰੋੜ, 1.5, 2, 2.5, 5, 10 ਕਰੋੜ ਤੱਕ ਵੀ ਜਾਂਦਾ ਰਿਹਾ ਕੰਮ। ਹੁਣ ਜੇ ਮੰਨ ਲਓ ਰੇਟ ਅਗਲਾ ਬੰਦਾ ਚੱਕਦੇ, ਅਗਲਾ ਆਉਂਦਾ ਜੀ ਨਹੀਂ ਦੇਖੋ ਕਾਰਨ ਆ ਭਾਜੀ 1000 'ਚੋਂ ਕੁਛ ਨਹੀਂ ਆਉਂਦਾ, ਤੁਸੀਂ 2 ਤੇ ਕਰੋ ਨਾ। ਤੇ ਮੈਂ ਸੋਚਦਾ ਵੀ ਜੇ 2000 ਦੇ ਹਿਸਾਬ ਨਾਲ ਵੀ ਲੈਣੀ ਹੋਵੇ ਵੋਟ ਤੇ 5000 ਵੋਟਾਂ ਕਰੋੜ ਦੀਆਂ ਸਿਰਫ। ਨਹੀਂ ਮੈਨੂੰ ਇਹ ਨਹੀਂ ਸਮਝ ਆਈ, ਜੇ ਤੁਹਾਨੂੰ ਪਤਾ ਕਿ 50 ਲੱਖ ਨਾਲ ਇੰਨਾ ਹੁੰਦਾ ਤਾਂ ਦੁਗਣੀਆਂ ਕੀਤੀਆਂ ਕਰੋੜ ਸਿੱਧਾ ਹੀ ਕਹਿ ਦੋ, ਉਦਾਂ ਹੀ ਮਾੜੇ ਲੀਡਰਾਂ ਨੂੰ ਉਂਗਲੀ ਮਾਰਨ ਦੀ ਆਦਤ ਨਹੀਂ ਕਾਰਨ ਪਤਾ ਕਿ ਮੈਂ ਨਾ ਪੱਕਾ ਕੰਮ ਹੋਇਆ। ਅਸੀਂ ਦੇਖੋ ਦੂਜੀ ਚੀਜ਼ ਹੋਰ ਵੀ ਹੈ, 5000 ਵੋਟ ਨਹੀਂ ਵੀ ਲੈਣੀ, 5000 ਦੀ ਇੱਕ ਵੋਟ ਲੈਣੀ ਹੋਵੇ ਤਾਂ ਵੀ ਕਰੋੜ ਦੀਆਂ 2000 ਵੋਟਾਂ ਆ ਜਾਂਦੀਆਂ। ਠੀਕ ਹੈ। ਤੇ ਜੇ ਧਰ ਤੇ 1-2 ਤੇ ਹੋ ਜਾਂਦੀ। ਮੈਂ ਤਾਂ ਇਹ ਤੁਹਾਡੇ ਧਿਆਨ 'ਚ ਲਿਆ ਰਿਹਾ ਗੱਲ ਵੀ ਜਦੋਂ ਇਹ ਸਾਰਾ ਕੁਝ ਚੱਲਦਾ ਸੀ ਉਦੋਂ ਆਪਾਂ ਬਹੁਤਾ ਖੁੱਲ੍ਹ ਕੇ ਨਹੀਂ ਸੀ ਕਹਿੰਦੇ, ਰੁਕੀ ਸਮਝਾਉਂਦੇ ਸੀ ਵੀ ਵੇਖਿਓ ਬਚਿਓ ਜਾਣ ਦਿਓ ਗੁੱਸੇ ਨੂੰ। ਪਰ ਤੁਸੀਂ ਇਹ ਅੰਦਾਜ਼ਾ ਲਾਓ ਕਿ ਆਪਾਂ ਨੂੰ ਇਹ ਤਾਂ ਪਤਾ ਨਾ ਵੀ ਜਦੋਂ ਇੱਕ ਰਾਂ ਕੁਰਸੀ ਮਿਲ ਜਾਂਦੀ ਹੈ ਫਿਰ ਆ ਕਰੋੜ, 1.5 ਕਰੋੜ, 2 ਕਰੋੜ, 5 ਕਰੋੜ, 10 ਕਰੋੜ ਤਾਂ ਕੁਛ ਵੀ ਨਹੀਂ। 10 ਕਰੋੜ ਤਾਂ ਆਪਾਂ ਈਵਨ ਇਲੈਕਸ਼ਨਾਂ ਤੋਂ ਪਹਿਲਾਂ ਵੀ ਸੁਣਿਆ ਸੀ, ਇੱਕ ਥਾਂ ਤੋਂ ਘਰੋਂ ਹੀ ਲੱਭ ਕੇ ਸੀ ਕਹਿੰਦੇ। ਹੁਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਇੰਨੀ ਕੁ ਇਨਵੈਸਟਮੈਂਟ ਤਾਂ ਕੁਛ ਵੀ ਨਹੀਂ ਹੈਗੀ। ਤੇ ਜੇ ਅਗਲਿਆਂ ਨੇ ਕੀਤੀ ਹੋਊਗੀ ਤੇ ਉਸ ਤੋਂ ਬਾਅਦ ਤੁਸੀਂ ਇਹ ਭਾਲੋ ਵੀ ਹਾਂ ਹੁਣ ਉਹਨਾਂ ਦੀ ਸਰਕਾਰ ਬਣ ਗਈ ਤੇ ਉਹਨਾਂ ਨੇ ਆਪਾਂ ਨੂੰ 1000 ਦਿਆ ਕਰਨਾ, 1100 ਦਿਆ ਕਰਨਾ, ਹੋ ਸਕਦਾ 8 ਸਿਲੰਡਰ ਤੇ ਕਹਿ 9ਵਾਂ ਵੈਸੇ ਲਾ ਜਾ ਕਰਨ ਗੱਡੀ 'ਚੋਂ ਵੀ ਚੱਲ ਰੱਖ ਲਓ ਯਾਰ ਕੀ ਫਰਕ ਪੈਂਦਾ, ਵਾਧੂ ਹੀ ਆ ਹੈ ਨਾ। ਇਹ ਆਸ ਨਾ ਰੱਖਣ ਲੋਕ। ਮੈਂ ਤਾਂ ਕਹਿੰਦਾ ਵੀ ਐਵੇਂ ਤੁਸੀਂ ਲੋਕਾਂ ਨੂੰ ਮਤਲਬ 20 ਤੱਕ ਇੱਦਾਂ ਨਾ ਕਰੋ, ਮਤਲਬ 10 ਤੱਕ। ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਸੰਧਾਲੀਆ ਸਾਹਿਬ ਰੌਲਾ ਪਤਾ ਕੀ ਹੈ, ਪੰਜਾਬ ਦੇ ਲੋਕ 90% ਦੀ ਸੀਟਾਂ ਦੇ ਉੱਤੇ ਨਾ ਹਿਸਾਬ ਕਿਤਾਬ ਨਹੀਂ ਕਰਨ ਦਿੰਦੇ। ਤੁਸੀਂ 5000 ਖਰੀਦ ਲਓ, ਮੈਂ ਕਹਿੰਦਾ ਤੁਸੀਂ 10000 ਵੀ ਖਰੀਦ ਲਓ, ਤੁਹਾਡੇ ਕੋਲ ਬਹੁਤੇ ਪੈਸੇ ਵੀ ਹੋਣ। ਮੈਂ 5-7 ਉਦਾਹਰਨਾਂ ਜਿੱਥੇ ਤੁਹਾਡੀਆਂ ਗਿਣਤੀਆਂ ਮਿਣਤੀਆਂ ਖਰਚਿਓ ਪੈਸੇ ਵੀ ਕਿਤੇ ਕੰਮ ਨਹੀਂ ਆਉਂਦੇ। ਭਗਵੰਤ ਮਾਨ ਸੰਗਰੂਰੋਂ ਪਹਿਲੀ ਵਾਰੀ 2 ਲੱਖ ਨਾਲ ਜਿੱਤਿਆ, ਮੁੜ ਕੇ ਲੱਖ ਨਾਲ ਜਿੱਤੇ, ਇੰਨੀਆਂ ਤਾਂ ਨਹੀਂ ਕਿਸੇ ਤੋਂ ਖਰੀਦ ਹੋਣੀਆਂ। ਸੁਖਬੀਰ ਸਿੰਘ ਬਾਦਲ ਸਾਹਿਬ ਐਤਕੀ ਲੋਕ ਸਭਾ ਦੀ ਚੋਣ 2 ਲੱਖ ਨਾਲ ਜਿੱਤੇ। ਉਧਰਲੇ ਪਾਸਿਓਂ ਆ ਜਾਈਏ, ਡਾਕਟਰ ਧਰਮਵੀਰ ਗਾਂਧੀ ਪਹਿਲੀ ਚੋਣ ਕਿੰਨੇ ਨਾਲ ਜਿੱਤੇ ਸੀ, ਪ੍ਰੋਫੈਸਰ ਸਾਧੂ ਸਿੰਘ ਕਿੰਨੇ ਨਾਲ ਜਿੱਤੇ ਸੀ, ਕੈਪਟਨ ਅਮਰਿੰਦਰ ਸਿੰਘ ਜਦੋਂ ਅੰਮ੍ਰਿਤਸਰ ਦੀ ਲੋਕ ਸਭਾ ਚੋਣ ਜਿੱਤੇ ਤਾਂ ਕਿੰਨੇ ਨਾਲ ਜਿੱਤੇ ਸੀ, ਨਵਜੋਤ ਸਿੰਘ ਸਿੱਧੂ ਪਿਛਲੀ ਵਾਰੀ 40000 ਨਾਲ ਜਿੱਤੇ ਸੀ, ਬਿਕਰਮ ਸਿੰਘ ਮਜੀਠੀਆ ਕਿੰਨੀ ਨਾਲ ਜਿੱਤੇ ਸੀ। ਉਧਰਲੇ ਪਾਸਿਓਂ ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਪਿਛਲੀ ਵਿਧਾਨ ਸਭਾ ਦੀ ਚੋਣ ਲੜੇ ਆ ਜਲਾਲਾਬਾਦ ਤੋਂ ਕਿੰਨੇ ਨਾਲ ਜਿੱਤੇ ਸੀ, 25000 ਵੋਟਾਂ ਤੋਂ ਘੱਟ ਪ੍ਰਕਾਸ਼ ਸਿੰਘ ਬਾਦਲ ਹੋਰੀ ਆਪਣੇ ਲੰਬੀ ਤੋਂ ਨਹੀਂ ਜਿਹੜਾ ਉਹ ਜਿੱਤਦੇ ਰਹੇ। ਇਧਰਲੇ ਪਾਸੇ ਜੇ ਆ ਲਈਏ ਤਾਂ ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਫਾਸਲਾ ਬੜਾ ਹੁੰਦਾ ਸੀ। ਇਹ ਮੈਂ ਤਾਂ ਦੱਸ ਰਿਹਾ ਕਿ ਠੀਕ ਹੈ ਤੁਸੀਂ ਸਮਝਦੇ ਹੋ ਭੇਡਾਂ ਕਿ ਭਾਈ ਪੰਜਾਬ ਦੇ ਲੋਕ ਜਾਨੀ 2 ਕਰੋੜ 12 ਲੱਖ ਵੋਟਰ ਜਿਹੜੇ ਉਹ ਭੇਡਾਂ ਨੇ, ਅਸੀਂ ਮੁੱਲ ਲੈਣੀਆਂ। ਪਰ ਬਹੁਤੀ ਜਗ੍ਹਾ ਦੇ ਉੱਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਨੋਟ ਵੀ ਖਿਲਾਰ ਦਿੰਦੇ ਹੋ ਪਰ ਮੁੰਨੇ ਵੀ ਤੁਸੀਂ ਜਾਂਦੇ ਹੋ। ਉਹਦੇ ਨਾਲ ਫਰਕ ਹੀ ਨਹੀਂ ਪੈਂਦਾ ਵਾੜ ਹੈ ਉਹੀ ਗੱਲ ਹੈ ਤੇ ਜੂਆ ਹੀ ਆ ਨਾ ਖੇਡਣਾ ਵੀ। ਇੱਕ ਵਾਰ ਮੰਨ ਲਓ ਇਹ ਜਿਹੜੀਆਂ ਮੈਂ 5000 10000 ਗਣਾਈਆਂ ਇਹ ਤਾਂ ਇਨਵੈਸਟਮੈਂਟ ਹੈ ਜੀ। ਵੀ ਮੰਨ ਲਓ ਜੇ ਆਲਰੇਡੀ 5000 ਨਾਲ ਮੈਂ ਜਿੱਤਦਾ ਹਾਂ, 5 ਹੋਰ ਆ ਗਏ ਮੈਂ 10 ਨਾਲ ਜਿੱਤ ਜੂ, ਕੀ ਫਰਕ ਪੈਂਦਾ? ਇਹ ਵੀ ਤੇ ਫਰਕ ਹੁੰਦਾ ਕਿ ਨਹੀਂ ਗੱਲਬਾਤ। ਸੋ ਇਹ ਤੁਹਾਡੀ ਸਮਝ ਨਹੀਂ ਆਉਣੀਆਂ ਗਿਣਤੀਆਂ ਮਿੰਟੀਆਂ ਬਾੜ ਸਾਹਿਬ। ਸਮਝਣਾ ਨਹੀਂ ਚਾਹੁੰਦੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ। ਹੁਣ ਇੱਕ ਗੱਲ ਬੜੀ ਚੰਗੇ ਤਰੀਕੇ ਹੁਣ ਤੁਸੀਂ ਹਿਸਾਬ ਕਿਤਾਬ ਲਾ ਲਿਓ ਵੀ ਐਤਕੀ ਅਸੀਂ ਬਾਰ-ਬਾਰ ਪੁੱਛਣਾ ਵੀ ਕਿਸੇ ਤੋਂ ਇਹਨਾਂ ਨੇ ਪੋਸਟਰ ਛਪਾਏ ਹੋਣ ਪੈਸੇ ਨਾ ਦਿੱਤੇ ਹੋਣ ਤਾਂ ਦੱਸੋ, ਕਿਸੇ ਤੋਂ ਫਲੈਕਸਾਂ ਬਣਾਈਆਂ ਹੋਣ ਪੈਸੇ ਨਾ ਦਿੱਤੇ ਹੋਣ ਤਾਂ ਦੱਸੋ, ਕਿਸੇ ਤੋਂ ਠੇਕੇ ਤੋਂ ਸੌਦਾ ਪੱਤਾ ਚੁਕਾਇਆ ਹੋਵੇ ਪੈਸੇ ਨਾ ਦਿੱਤੇ ਹੋਣ ਤਾਂ ਦੱਸੋ, ਕਿਸੇ ਤੋਂ ਕੰਧਾਂ ਦੇ ਉੱਤੇ ਕੂਚੀ ਨਾਲ ਰੰਗ ਫਰਾ ਕੇ ਮੁੜ ਕੇ ਆਪਣਾ ਨਾਂ ਤੇ ਚੋਣ ਨਿਸ਼ਾਨ ਸੋਹਣੇ ਅੱਖਰਾਂ 'ਚ ਲਿਖਾਇਆ ਹੋਵੇ ਤਾਂ ਦੱਸੋ, ਕਿਸੇ ਟੈਕਸੀ ਵਾਲੇ ਦੇ ਪੈਸੇ ਨਾ ਦਿੱਤੇ ਹੋਣ ਤਾਂ ਦੱਸੋ। ਇਹਦੇ ਤੋਂ ਇਲਾਵਾ
ਕਿਸੇ ਤੋਂ ਟੀ-ਸ਼ਰਟਾਂ ਬਣਵਾਈਆਂ ਹੋਣ, ਕਿਸੇ ਤੋਂ ਸਾੜੀਆਂ ਚੱਕੀਆਂ ਹੋਣ 5-700, ਉਹ ਦੱਸੋ। ਸਿਲਾਈ ਮਸ਼ੀਨਾਂ ਦੀ ਕਿਤੇ ਉਹ ਖੇਪ ਲਿਆਂਦੀ ਹੋਵੇ ਤਾਂ ਉਹ ਦੱਸੋ। ਇਸ ਕਰਕੇ ਮੈਂ ਤੁਹਾਨੂੰ ਦੱਸਦਾ, ਹਿਸਾਬ ਐਤਕੀ ਸਾਰਿਆਂ ਦਾ ਕਰਦੇ ਹੋ, ਲੋਕੀ ਝੱਟ ਸੋਸ਼ਲ ਮੀਡੀਆ ਤੇ ਪਾਉਂਦੇ ਆ, ਮੁੜ ਕੇ ਫਿਰ ਔਖੇ ਹੋਣਗੇ। ਨਹੀਂ ਕੋਈ ਗੱਲ ਨਹੀਂ, ਕਿਹੜਾ ਕੋਈ ਫਰਕ ਪੈਂਦਾ। ਪਿੱਛੇ ਜੇ ਕੁੜਤੇ ਪਜਾਮੇ ਦੀ ਸਵਾਈ ਦਾ ਰੌਲਾ ਪਿਆ, ਕੀ ਹੋ ਗਿਆ? ਲੈ ਇਹ ਖਾਧੀ ਪੀਤੀ ਹੁੰਦੀ ਹੈ ਇੰਨੀ। WhatsApp ਕੀ ਗੱਲਾਂ ਕਰਦੇ ਹੁੰਦੇ, ਇਹ ਗੱਲਾਂ ਦਾ ਹੁਣ ਕੋਈ ਫਰਕ ਨਹੀਂ ਪੈਂਦਾ। ਹੁਣ ਤਾਂ ਤੀਰ ਲੰਘ ਗਿਆ। ਹੁਣ ਤੁਸੀਂ ਦੇਖੋ, ਪਹਿਲਾਂ ਥੋੜ੍ਹੀ ਜਿਹੀ ਮੈਨੂੰ ਟੈਨਸ਼ਨ ਹੁੰਦੀ ਸੀ, ਯਾਰ ਵੋਟਾਂ ਪੈਣੀਆਂ ਨੇ, ਹੈ ਨਾ, ਹੱਥ ਜੋੜਨੇ ਪੈਣੇ ਲੋਕਾਂ ਸਾਹਮਣੇ। ਹੁਣ ਤਾਂ ਲੰਘ ਗਿਆ ਕੰਮ। ਹੁਣ ਤਾਂ ਲੋਕ ਅਗਲਾ ਆਖੇ ਹਾਂਜੀ ਸਤਿ ਸ੍ਰੀ ਅਕਾਲ, ਉਹ ਵੀ ਤੇਰਾ ਕੰਮ ਆ ਬੁਲਾਉਣੀ, ਜਵਾਬ ਦੇਣਾ ਨਹੀਂ ਦੇਣਾ ਇਹ ਹੁਣ ਉਹਨਾਂ ਦੀ ਮਰਜ਼ੀ ਹੈ। ਬਾਕੀ ਸੰਧਾਲੀਆ ਸਾਹਿਬ, ਅੱਗੇ ਤੁਹਾਨੂੰ ਨਾ ਇੱਕ ਭੁਲੇਖਾ ਹੁੰਦਾ ਸੀ ਵੀ ਜਿੱਤ ਗਿਆ ਤਾਂ ਮੁੜ ਕੇ ਗੱਡੀ ਦਾ ਸ਼ੀਸ਼ਾ ਥੱਲੇ ਨਹੀਂ ਕਰਨਾ, ਕਿ ਜਾਂ ਮੈਂ ਨਹੀਂ ਕਰਦਾ। ਹੁਣ ਤੁਸੀਂ ਗੱਡੀ ਦੇ ਅੰਦਰ ਵੀ ਬੈਠੇ ਹੋ ਨਾ, ਤੁਹਾਨੂੰ ਯਾਰ ਕਿਤੇ ਸ਼ੀਸ਼ਾ ਨਾ ਥੱਲੇ ਕਰ ਲੈਣ। ਇਸ ਕਰਕੇ ਥੋੜਾ ਜਿਹਾ ਫਰਕ ਤਾਂ ਪਿਆ। ਹਾਂ, ਜਿਹੜੇ ਤੁਹਾਡੇ ਬੰਦੇ ਨੇ ਥੱਲੇ, ਪੱਕੇ ਬੰਦੇ, ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ, ਜਿਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਨਾਲ, ਆਪਦੇ ਪਿੰਡ ਸ਼ਹਿਰ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਥੋੜਾ ਜਿਹਾ ਫਰਕ ਪੈ ਗਿਆ। ਅੱਗੇ ਸਵੇਰੇ ਹੀ ਘਰੋਂ ਜਾਣਾ, ਤੜਕੇ ਤਿਆਰ ਹੋ ਕੇ ਕੁੜਤਾ ਪਜਾਮਾ ਪ੍ਰੈਸ, ਜੁੱਤੀ ਨਵੀਂ, ਉੱਪਰੋਂ ਕੁੜਤੀ ਪਾਈਓ। ਗੱਡੀ ਜੇ 7 ਵਜੇ ਦਾ ਟਾਈਮ ਆ ਤਾਂ 6:45 ਬਾਹਰ ਤੇ ਆ ਕੇ ਪੀ, ਨੇਤਾ ਜੀ ਆਓ, ਸਰਪੰਚ ਸਾਹਿਬ ਆਓ। ਭਾਵੇਂ ਬੰਦੇ ਨੇ ਕਦੇ ਪੰਚ ਹੀ ਨਾ ਜਿੱਤੀ ਹੋਵੇ, ਉਹਨੂੰ ਵੀ ਸਰਪੰਚ ਸਾਹਿਬ ਕਹਿਣਾ, ਕਿਉਂਕਿ ਆਪਦੇ ਪਾਰਟੀ ਦਾ ਬੰਦਾ ਹੁੰਦਾ। ਤੇ ਉਹਨੇ ਜਦੋਂ ਪੁੱਛਣਾ ਨਾ ਪਿੱਛੋਂ ਵੀ ਰਾਤ ਦੀ ਰੋਟੀ ਪਕਾਵਾਂ ਨਾ, ਤੈਨੂੰ ਪਤਾ ਰੋਟੀ ਹੁਣ ਮੈਂ ਘਰੇ ਆ ਕੇ ਖਾਊਂਗਾ। ਫੁੱਟਾਂ ਲੰਘ ਗਈਆਂ। ਹੁਣ ਜਦੋਂ ਸਵੇਰ ਨੂੰ ਉਹ 10 ਵਜੇ ਤੱਕ ਕਿਤੇ ਜਾਣ ਹੋਏਦਾ, ਉਹ ਫਿਰ ਰੋਟੀ ਥੋੜੀ ਨਾ ਪਕਾਵਾਂ ਨਾ, ਹੋਰ ਹੁਣ ਮੈਂ ਬਾਹਰ ਖਾਊਂਗਾ, ਕਿਉਂਕਿ ਰੋਟੀਆਂ ਤਾਂ ਉਨੀ ਕੁ ਦੇਰੀ ਤੁਸੀਂ ਦੇਣੀਆਂ ਹੁੰਦੀਆਂ। ਹੁਣ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ, ਨਿਆਣੇ ਵੀ ਉੱਥੇ ਖੇਡਦੇ ਖੁਦ ਦੇਖਦੇ, ਯਾਰ ਭਾਪੇ ਨੂੰ ਪਤਾ ਨਹੀਂ ਕੀ ਹੋ ਗਿਆ। ਅੱਗੇ ਤਾਂ 20-25 ਦਿਨ ਐਂ ਕਰਦਾ ਵੀ ਰੋਟੀ ਮੈਂ ਬਾਹਰ ਹੀ ਖਾਣੀ ਹੈ, ਘਰ ਦੀ ਰੋਟੀ ਨੂੰ ਸਵਾਦ ਨਹੀਂ ਲੱਗਦੀ। ਹੁਣ ਕਹਿੰਦਾ ਹੁਣ ਬਾਹਰ ਮੈਨੂੰ ਕਿਹਨੇ ਦੇਣੀ ਹੈ? ਕੋਈ ਗੱਲ ਨਹੀਂ, WhatsApp 10 ਦਿਨਾਂ ਦੀ ਗੱਲ ਹੈ। ਦੇਖੋ ਤਾਪ ਚੜ੍ਹ ਜੇ ਨਾ, ਜਿੱਦਾਂ ਡਾਕਟਰਾਂ ਦਾ ਵੀ ਇੰਨੇ ਔਖਾ ਵੀ ਭਾਈ ਸਾਹਿਬ, ਇਹਦਾ ਤਾਂ ਹੁਣ ਮਤਲਬ ਗਲੂਕੋਜ਼ ਚੜਾਓ ਜੀ, ਐਂਟੀਬਾਇਓਟਿਕ ਦਿਓ ਜੀ, ਹੈ ਨਾ। ਉਸ ਤੋਂ ਬਾਅਦ ਜਦੋਂ ਇੱਕ ਨਾ ਠੀਕ ਹੋ ਜਾਂਦਾ ਬੰਦਾ, ਫਿਰ ਥੋੜ੍ਹੇ ਦਿਨ ਖਿਚੜੀ, ਥੋੜ੍ਹੇ ਦਿਨ ਪੀਲੀ ਦਾਲ ਪਤਲੀ ਜਿਹੀ ਕਰਕੇ ਖਵਾਓ, ਥੋੜ੍ਹੇ ਦਿਨ ਉਹਨੇ ਆਪੇ ਕਾਇਮ ਹੋ ਜਾਣਾ। ਅਜੇ ਉਹ ਜਿਹੜੇ ਵੀ ਬੰਦੇ ਨੇ, ਉਹ ਨਵਾਂ ਪੀਪਾ ਵੱਜਾ, ਪੀਪਾ ਖੜਕਦਾ ਕੰਨਾਂ 'ਚ ਕਿੰਨੇ ਦਿਨ ਲੱਗਦੇ ਰਹਿੰਦਾ ਵੀ ਨਹੀਂ ਮੇਰੇ ਮਗਰ ਪੀਪਾ ਵੱਜਾ ਹੀ, ਉਹ ਥੋੜ੍ਹੇ ਕੁ ਦਿਨ ਲੱਗਣਾ ਹੈ। ਉਸ ਤੋਂ ਬਾਅਦ ਹੌਲੀ ਹੌਲੀ ਨੰਬਰ ਅਸੀਂ ਚੇਂਜ ਕਰ ਲੈਣਾ ਹੁੰਦਾ। ਜਦੋਂ ਨੰਬਰ ਮਿਲਣਾ ਨਹੀਂ ਹੁੰਦਾ, ਫਿਰ ਇੱਧਰ ਉੱਧਰ 2 ਕੋਰਾਂ ਬੰਦਾ ਗਾਲਾਂ ਸਾਨੂੰ ਕੱਢ ਲੈਂਦਾ, 2 ਕੋਰਾਂ ਸ਼ੀਸ਼ੇ ਅੱਗੇ ਖਲੋ ਕੇ ਆਪਣਿਆਂ ਨੂੰ ਕੱਢ ਲੈਂਦਾ, 3-4 ਦਿਹਾੜੀ 'ਚ ਨਿਆਣਿਆਂ ਨੂੰ ਕੱਢ ਲੈਂਦਾ। ਫਿਰ ਇੱਕ ਅੱਧੀ ਵਾਰ ਜਦੋਂ ਰੁੱਸ ਕੇ ਅਗਲੀ ਪੇਕੇ ਚਲੇ ਜਾਂਦੀ ਆ, ਫਿਰ ਮੁੜ ਕੇ ਉੱਥੇ ਜਾ ਕੇ ਕਹਿੰਦਾ ਮੈਂ ਚਲੋ ਕੋਈ ਨਹੀਂ ਛੱਡੋ, ਹੁਣ ਗਲਤੀ ਹੋ ਗਈ, ਫਿਰ ਉੱਥੇ ਸਮਝਾ ਕੇ ਗੱਲ ਨਹੀਂ ਪੜੇ। ਇੰਨੀ ਗੱਲ ਹੁੰਦੀ, ਹੋਰ ਕੋਈ ਏਡੀ ਗੱਲ ਹੈ ਨਹੀਂ। ਤਾਂ ਵਸਦਿਆਂ ਦੇ ਹੁੰਦੇ ਆ। ਦੇਖੋ ਜੀ, ਨਿਆਣਿਆਂ ਦਾ ਮੂੰਹ ਦੇਖਣ ਨੂੰ 3 ਦਿਨ ਹੋ ਗਏ ਆ। ਦੇਖੋ ਜੀ, ਤੁਹਾਨੂੰ ਵੀ ਪਤਾ ਘਰਾਂ ਦੇ ਵਿੱਚ 100 ਗੱਲਾਂ ਬਾਤਾਂ ਹੁੰਦੀਆਂ, ਏਦਾਂ ਥੋੜ੍ਹੀ ਆਉਣਾ ਚਾਹੀਦਾ। ਦੇਖੋ ਜੀ, ਘਰ ਤਾਂ ਮੈਨੂੰ ਖਾਣ ਨੂੰ ਪੈਂਦਾ, ਤੁਸੀਂ ਦੇਖ ਲਓ ਜੇ ਭੇਜ ਨਹੀਂ ਠੀਕ ਹੈ, ਨਹੀਂ ਤਾਂ ਮੈਂ ਵੀ ਇੱਥੇ ਰਹਿ ਲੈਣੀ। ਇੱਥੇ ਜੇ ਜਾ ਕੇ ਉਹਨਾਂ ਦਾ ਕੰਮ ਸੈੱਟ ਹੋ ਜਾਣਾ। ਇਹ ਸਾਰੇ ਕੁਝ ਦੇ ਮਹੀਨਾ ਡੇਢ ਕੁ ਲੱਗਦਾ। ਉਹਨੇ ਜਦੋਂ ਤੁਹਾਨੂੰ ਪਤਾ ਗਾਂ ਸੁੱਖ ਨਾਲ ਵਾਢੀ ਆ ਜਾਣੀ ਆ ਤੇ ਗੱਲ ਖਤਮ। ਚਲੋ, ਇਹ ਸੰਧਾਲੀਆ ਸਾਹਿਬ ਸਾਰੀਆਂ ਗੱਲਾਂ ਹੋ ਗਈਆਂ। ਸਰਕਾਰ ਕਿਹਦੀ ਬਣਦੀ ਹੈ ਉਹ ਹੁਣ ਆਪਾਂ 10 ਮਾਰਚ ਨੂੰ ਕਲੀਅਰ ਹੋ ਜਾਊਗਾ, ਪਤਾ ਲੱਗ ਜਾਊਗਾ। ਪਰ ਅਚਾਨਕ ਇੱਕ ਘਟਨਾ ਵਾਪਰਦੀ ਹੈ। ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰੀ ਬਹੁਤ ਚਰਚਾ ਦੇ ਵਿੱਚ ਰਹੇ। ਦੇਖੋ, ਇੱਕ ਲੀਡਰ ਪੰਜਾਬ ਦਾ ਜਿਹੜਾ ਕਿ ਬਹੁਤ ਚੰਗਾ ਭਾਸ਼ਣ ਦਿੰਦਾ ਹੈ, ਉਹ ਨਾਮਜ਼ਦਗੀ ਪਰਚੇ ਦਾਖਲ ਹੋਣ ਤੋਂ ਪਹਿਲਾਂ ਕਈ ਹਫ਼ਤੇ ਅੰਦਰ ਰਹਿ ਕੇ ਆਇਆ। ਇੱਕ ਲੀਡਰ ਹੁਣ ਵੋਟਾਂ ਪੈਣ ਤੋਂ ਬਾਅਦ ਅੰਦਰ ਹੋਇਆ। ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰੀ ਗਏ ਸੀ, ਉਹਨਾਂ ਦੇ ਉੱਤੇ ਵੀ ਪੁਰਾਣਾ ਕੇਸ, ਉਹ ਕਹਿੰਦੇ ਜੀ ਪੁਰਾਣਾ ਕੇਸ ਹੈ, ਬੰਦਿਆਂ ਨੂੰ ਸਜ਼ਾਵਾਂ ਹੋ ਚੁੱਕੀਆਂ, ਐਦਾਂ ਗੱਲ ਹੋ ਗਈ ਹੈ, ਮੈਨੂੰ ਫਸਾਇਆ ਜਾ ਰਿਹਾ ਹੈ, ਆਹ ਦੇਖੋ ਕੀ ਕੁਛ ਹੋ ਗਿਆ। ਚਲੋ, ਉਹਨਾਂ ਨੂੰ ਲੈ ਕੇ ਗਏ, ਰਿਮਾਂਡ ਤੇ ਰੱਖਿਆ, ਫਿਰ ਜੇਲ੍ਹ ਦੇ ਵਿੱਚ ਰੱਖਿਆ, ਫਿਰ ਉਹਨਾਂ ਦੀ ਜ਼ਮਾਨਤ ਹੋ ਗਈ। ਉਹਨਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ, ਭਲੱਥ ਤੋਂ ਚੋਣ ਲੜੀ, ਸੁਲਤਾਨਪੁਰ ਲੋਧੀ ਜਾ ਕੇ ਨਵਤੇਜ ਚੀਮਾ ਦੇ ਹੱਕ 'ਚ ਪ੍ਰਚਾਰ ਕੀਤਾ, ਰਾਣਾ ਗੁਰਜੀਤ ਸਿੰਘ ਨੂੰ ਪੱਟ ਤੇ ਮਾਰ ਕੇ ਥਾਪੀ ਦਿੱਤੀ ਚੁਣੌਤੀ। ਚਲੋ, ਉਹਨਾਂ ਵਾਲਾ ਕੰਮ ਨਿਬੜਿਆ ਤੇ ਇਧਰਲੇ ਪਾਸੇ ਹੁਣ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਹੋਰਾਂ ਵਾਲਾ ਕੰਮ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੂੰ ਰਿਆਇਤ ਮਿਲੀ ਸੀ ਕਿ ਭਾਈ ਇਹਨਾਂ ਦੀ ਗ੍ਰਿਫਤਾਰੀ ਇੰਨੀ ਤਰੀਕ ਤੱਕ ਨਹੀਂ ਹੋ ਸਕਦੀ। ਉਹਨਾਂ ਨੇ ਨਾਮਜ਼ਦਗੀ ਪਰਚੇ ਵੀ ਭਰ ਲਏ, ਚੋਣ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਾ ਕੇ ਲੜੀ। ਉਹਦੇ ਤੋਂ ਬਾਅਦ ਫਿਰ ਹੁਣ ਕੋਰਟ ਦੇ ਸਾਹਮਣੇ ਜਾ ਕੇ ਸਰੈਂਡਰ ਕਰ ਦਿੱਤਾ ਕਿ ਭਾਈ ਦੇਖੋ, ਜਿੰਨੀ ਤਰੀਕ ਤੱਕ ਤੁਸੀਂ ਰੋਕ ਲਾਈ ਸੀ ਉਹ ਮੁੱਕ ਗਈ ਹੈ, ਆਹ ਮੈਂ ਖਲੋਤਾ ਹੈ। ਵਕੀਲ ਉਹਨਾਂ ਦੇ ਕਹਿੰਦੇ ਜੀ ਪੂਰੀ ਜ਼ਮਾਨਤ ਦੇ ਦਿਓ, ਸਿਆਸੀ ਆਧਾਰ ਦੇ ਉੱਤੇ ਪਰਚਾ ਕੀਤਾ। ਜਿੱਦਾਂ ਖਹਿਰਾ ਸਾਹਿਬ ਕਹਿੰਦੇ ਸੀ ਕਿ ਪੁਰਾਣਾ ਪਰਚਾ, ਇਹ ਵੀ ਕਹਿੰਦੇ ਜੀ ਪੁਰਾਣਾ ਪਰਚਾ, ਉਹ ਵੀ ਕਹਿੰਦੇ ਜੀ ਸਿਆਸੀ ਬਦਲਾਖੋਰੀ, ਇਹ ਵੀ ਕਹਿੰਦੇ ਸਿਆਸੀ ਬਦਲਾਖੋਰੀ। ਦੋਨਾਂ ਕੇਸਾਂ ਦਾ ਆਪਸ 'ਚ ਸੰਬੰਧ ਕੋਈ ਨਹੀਂ, ਪਰ ਕਿਉਂਕਿ ਦੋਵੇਂ ਲੀਡਰ, ਦੋਵੇਂ ਚੁਣਿਓ ਨੁਮਾਇੰਦੇ, ਦੋਵੇਂ MLA, ਦੋਵੇਂ ਵਿਰੋਧੀ ਧਿਰਾਂ ਦੇ ਵਿੱਚ, ਇਸ ਕਰਕੇ ਕਿਤੇ ਨਾ ਵਿਰੋਧੀ ਧਿਰਾਂ ਜਦੋਂ ਪਰਚਾ ਹੋਇਆ ਸੀ। ਹੁਣ ਉਸ ਸਥਿਤੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਸਾਹਿਬ ਆਏ। ਪਹਿਲਾਂ ਤਾਂ SIT ਵਾਲੇ ਕਹਿੰਦੇ ਜੀ ਸਾਨੂੰ ਪੁੱਛਗਿੱਛ ਕਰਨ ਦਿਓ,
ਅਦਾਲਤ ਨੇ ਕਹਿਤਾ ਠੀਕ ਹੈ, ਇਧਰ ਜ਼ਮਾਨਤ ਦੀ ਅਰਜ਼ੀ ਤੇ ਬਹਿਸ ਹੁੰਦੀ ਹੈ, ਤੁਸੀਂ ਪੁੱਛਗਿੱਛ ਕਰ ਲਓ। 1.5 ਘੰਟਾ ਕਹਿੰਦੇ ਜੀ ਉਹਨਾਂ ਨੇ ਸਵਾਲ ਪੁੱਛੇ ਆ, ਪਰ ਕੀ ਸਵਾਲ ਪੁੱਛੇ ਆ, ਬਿਕਰਮ ਸਿੰਘ ਮਜੀਠੀਆ ਸਾਹਿਬ ਤੋਂ ਕੀ ਦਿੱਤੇ ਆ ਜਵਾਬ, ਇਹਦੇ ਬਾਬਤ ਕਿਸੇ ਨੇ ਕੋਈ ਸ਼ਬਦ ਬੋਲਿਆ ਨਹੀਂ। ਉਹਦੇ ਤੋਂ ਬਾਅਦ ਇੱਕ ਸੀ ਕਿ ਜ਼ਮਾਨਤ ਮਿਲ ਜੂ, ਮਜੀਠੀਆ ਸਾਹਿਬ ਫੇਰ ਬਾਹਰ ਆ ਜਾਣਗੇ। ਦੂਸਰਾ ਸੀ ਜ਼ਮਾਨਤ ਰੱਦ ਹੋ ਜੂ ਤਾਂ ਫਿਰ ਅੰਦਰ ਚਲੇ ਜਾਣਗੇ। ਤੀਸਰਾ ਸੀ ਕਿ ਰਿਮਾਂਡ ਮਿਲ ਜੂ। ਪਰ ਤਿੰਨਾਂ ਦੇ ਵਿੱਚੋਂ ਕੋਈ ਵੀ ਨਹੀਂ ਚੀਜ਼ ਹੋਈ। ਉਹ ਕਹਿੰਦੇ ਜੀ ਜ਼ਮਾਨਤ ਦੇ ਉੱਤੇ ਸੁਣਵਾਈ ਹੋਏਗੀ ਕੱਲ ਨੂੰ, ਜਾਣੀ ਕਿ ਅੱਜ ਜਿਹੜਾ ਦਿਨ ਚੜ ਗਿਆ, ਫੈਸਲਾ ਕਰਾਂਗੇ। ਉਨੀ ਦੇਰ 8 ਮਾਰਚ ਤੱਕ ਉਹਨਾਂ ਨੂੰ ਅਦਾਲਤੀ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਪਟਿਆਲੇ। ਸੋ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਇਸ ਕੇਸ ਦੇ ਵਿੱਚ ਹੁਣ ਅੰਦਰ ਨੇ। ਹਾਲਾਂਕਿ ਜ਼ਮਾਨਤ ਦੀ ਅਰਜ਼ੀ ਤੇ ਹੋ ਸਕਦਾ ਅੱਜ ਹੀ ਸੁਣਵਾਈ ਹੋ ਜਾਏ। ਜੇ ਅੱਜ ਹੀ ਜ਼ਮਾਨਤ ਦੀ ਸੁਣਵਾਈ ਜਿਹੜੀ ਹੋ ਕੇ ਉਹ 'ਚ ਪ੍ਰਵਾਨਗੀ ਮਿਲ ਗਈ, ਉਹ ਜੇਲ੍ਹ ਤੋਂ ਬਾਹਰ ਆ ਜਾਣਗੇ। ਜੇ ਉਹਨਾਂ ਨੇ ਕਹਿਤਾ ਨਹੀਂ ਅਜੇ ਚੱਲੂ, ਹੋ ਸਕਦਾ 2-3 ਦਿਨ ਹੋਰ ਲੱਗ ਜਾਣ। ਰੱਦ ਹੋ ਗਈ ਤਾਂ 8 ਤਰੀਕ ਤੱਕ ਜੇਲ੍ਹ ਰਹਿਣਾ ਪੈ ਸਕਦਾ। ਪਰ ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮ ਗੱਲ ਹੈ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਇੱਕ ਰਾਤ ਹੁਣ ਪਟਿਆਲੇ ਵਾਲੀ ਜੇਲ੍ਹ 'ਚ ਕੱਟਣ ਗਏ ਨੇ। ਤੇ ਸੰਧਾਲੀਆ ਸਾਹਿਬ, ਜੇ ਕਿਤੇ ਆਹੀ ਕੰਮ ਵੋਟਾਂ ਪੈਣ ਤੋਂ ਪਹਿਲਾਂ ਹੋ ਜਾਂਦਾ ਤਾਂ ਸਿਆਸੀ ਤੌਰ ਤੇ ਮੁੱਦਾ ਉਛਲਣਾ ਬਹੁਤ ਸੀ, ਕਿਉਂਕਿ ਹੁਣ ਵੋਟਾਂ ਪੈ ਚੁੱਕੀਆਂ, ਇਸ ਕਰਕੇ ਕੰਮ ਠੰਡਾ ਜਿਹਾ ਹੀ ਹੈ। ਨਹੀਂ ਪੂਰਾ ਠੰਡਾ ਵੈਸੇ, ਪਰ ਉਨਾ ਵੀ ਠੰਡਾ ਨਹੀਂ ਜਿੰਨਾ ਠੰਡਾ ਜਾਪਦਾ ਸੀਗਾ। ਕਿਉਂਕਿ ਕਾਰਨ ਇਹ ਆ ਵੀ ਬਹੁਤ ਸਾਰੇ ਲੋਕਾਂ ਨੂੰ ਚੇਤਾ ਭੁੱਲ ਗਿਆ ਸੀ ਨਾ ਵੀ ਅੱਛਾ ਯਾਰ ਵੋਟਾਂ ਪੈ ਹੋ ਸਕਦਾ ਅੰਮ੍ਰਿਤਸਰ ਪੂਰਬੀ ਹਲਕਾ ਜਿਹੜਾ ਜਿੱਥੋਂ ਉਹਨਾਂ ਇਲੈਕਸ਼ਨ ਲੜੀ, ਉੱਥੋਂ ਵੀ ਬਹੁਤ ਸਾਰੇ ਲੋਕਾਂ ਨੂੰ ਅਚਾਨਕ ਲੱਗਾ ਯਾਰ ਉਹ ਕੀ ਚੱਕਰ ਕੀ ਬਣਿਆ। ਮੈਂ ਹੁਣੇ ਟੈਲੀਵਿਜ਼ਨ ਤੇ ਵੇਖਿਆ ਹੀ ਉਹ ਖਨੀ ਜੇਲ੍ਹ ਲੈ ਗਈ। ਉਹ ਬਾਅਦ 'ਚ ਕਿਸੇ ਨੇ ਦੱਸਿਆ ਨਾ ਵੀ ਮਾਰੇ ਉਹ ਤਾਂ ਤਰੀਕ ਹੀ 23 ਸੀਗੀ, ਅਜੇ ਬਿਆਨ ਆਇਆ ਨਹੀਂ। ਚਲੋ ਅੱਜ ਸ਼ਾਇਦ ਆ ਜਾਵੇ, ਤੇ ਹੋ ਸਕਦਾ ਕੋਈ ਸੇਮ ਬਿਆਨ ਨੂੰ ਦੁਹਰਾਉਣ। ਮੈਂ ਨਵਜੋਤ ਕੌਰ ਸਿੱਧੂ ਹੋਰਾਂ ਦੀ ਗੱਲ ਕਰਦਾ, ਉਹ ਕਹਿੰਦੇ ਵੀ ਲੈ ਉਹਦੀ ਕਿਹੜੀ ਗੱਲ ਕਰਦੇ ਹੋ, 23 ਤਰੀਕ ਨੂੰ ਤੇ ਉਹਨੇ ਜੇਲ੍ਹ ਚਲੇ ਜਾਣਾ, ਉਹਨਾਂ ਨੇ ਕਿਹਾ ਸੀ। ਹੁਣ 23 ਤਰੀਕ ਨੂੰ ਜੇਲ੍ਹ ਚਲੇ ਜਾਣ ਵਾਲੀ ਗੱਲ, ਉਹ 23 ਨਹੀਂ ਤੇ ਚਲੋ 24 ਨੂੰ ਗੱਲ ਹੋ ਗਈ। ਉਹ ਜਿਹੜੀ ਗੱਲ ਹੋਈ, ਜੇ ਵਾਕਈ ਗੱਲ ਤੁਹਾਡੀ ਸਹੀ ਵੀ ਜੇ ਕਿਤੇ ਇਲੈਕਸ਼ਨ ਤੋਂ ਪਹਿਲਾਂ ਹੁੰਦੀ, ਮੰਨ ਲਓ ਵੀ ਇਹੀ ਤਰੀਕ 23 ਦੀ ਬਜਾਏ 17, 18, 19 ਮਿਲੀ ਹੁੰਦੀ, ਤੇ 17, 18, 19 ਦੀ ਤਰੀਕ ਨੂੰ ਆਹ ਕੰਮ ਹੋ ਗਿਆ ਹੁੰਦਾ, ਤੇ ਇਸ ਵਕਤ ਪੰਜਾਬ ਦੇ ਵਿੱਚ ਮੰਨ ਲਓ ਕੱਲ੍ਹ ਨੂੰ ਵੋਟਾਂ ਹੁੰਦੀਆਂ ਤੇ ਹਾਲਤ ਕੁਛ ਹੋਰ ਹੋਣੀ। ਨਹੀਂ, ਬੜੇ ਲੀਡਰ ਨੇ ਜਿਹੜੇ ਚੁੱਪ ਕਰਕੇ ਘੜੇ ਬੈਠੇ ਆ। ਪਹਿਲਾਂ ਤਾਂ ਪੌਣੀ ਕੁ ਕਾਂਗਰਸ ਦੇ ਲੀਡਰਾਂ ਨੇ ਉਸੇ ਵੇਲੇ ਲਾਈਵ ਹੋ ਜਾਣਾ 100 ਤੋਂ ਵੀ ਵੱਧ ਵੇਖਿਆ ਹੀ। ਹੁਣ 2 ਲੀਡਰਾਂ ਦਾ ਬਿਆਨ ਆਇਆ, ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ ਜੀ ਦੇਖੋ ਦੇਰ ਆ ਅੰਧੇਰ ਨਹੀਂ ਹੈ, ਤੁਹਾਨੂੰ ਕਿਹਾ ਸੀ ਨਾ ਕਿ ਅਸੀਂ ਪਰਚਾ ਪੱਕੇ ਪੈਰੀਂ ਕੀਤਾ ਤੇ ਆ ਕੰਮ ਹੋਣਾ ਸੀ, ਕਹਿੰਦੇ ਹੋ ਗਿਆ। ਬਹੁਤੇ ਲੀਡਰ ਨਹੀਂ ਬੋਲੇ, ਯਾਨੀ ਬਹੁਤੇ ਲੀਡਰ ਚੁੱਪ ਹੀ ਆ ਕਿ ਛੱਡੋ ਪਰਾਂ, ਵੋਟਾਂ ਪੈ ਗਈਆਂ, 10 ਤਰੀਕ ਨੂੰ ਰਿਜ਼ਲਟ ਹੈ। ਗਲ ਦੇ ਵਿੱਚ ਅੱਗੇ ਥੋੜੀ ਸੋਜਿਸ਼ ਡਾਕਟਰ ਸਾਹਿਬ ਕਹਿੰਦੇ ਆਏ ਆ ਕਿ ਤੁਸੀਂ ਕੋਸਾ ਪਾਣੀ ਲੈਣਾ ਹੈ, ਲੂਣ ਉਹਦੇ ਵਿੱਚ ਪਾਉਣਾ ਹੈ ਤੇ ਉਹਨੂੰ ਘੱਟੋ ਘੱਟ 40 ਸਕਿੰਟ ਗਲ ਦੇ ਵਿੱਚ ਇਦਾਂ ਕਰਨੀ ਆ ਤੇ 5-7 ਵਾਰੀ ਕਰਨੀ ਹੈ, ਮੁੜ ਕੇ ਅੱਧਾ ਘੰਟਾ ਕੁਛ ਖਾਣਾ ਨਹੀਂ, ਗਲੇ ਨੂੰ ਆਰਾਮ ਦੇਣਾ। ਮੈਂ ਕਹਿੰਦਾ ਜੇ ਆਹੀ ਕੰਮ ਕਿਤੇ ਵੋਟਾਂ ਤੋਂ ਪਹਿਲਾਂ ਹੁੰਦਾ ਤੇ ਚੱਕ ਲੋ ਹੋ ਜਾਣੀ ਸੀ। ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਲਈ ਚੁਣੌਤੀ ਜ਼ਰੂਰ ਹੈ, ਜੇ ਉਹ ਲੰਬਾ ਸਮਾਂ ਅੰਦਰ ਰਹਿੰਦੇ ਨੇ ਤਾਂ ਚੁਣੌਤੀ ਹੈ। ਭਗਵੰਤ ਮਾਨ ਸਾਹਿਬ ਬੋਲੇ ਆ, ਉਹ ਕਹਿੰਦੇ ਕਮਾਲ ਹੈ ਬਈ, ਆਹ ਕੀ ਗੱਲ ਹੋ ਗਈ। ਹਾਲਾਂਕਿ ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜੇਲ੍ਹ ਭੇਜਿਆ ਗਿਆ, ਦੇਰੀ ਬਹੁਤ ਹੋਈ ਹੈ। ਭਗਵੰਤ ਮਾਨ ਹੋਰੀ ਕਹਿੰਦੇ ਕਿ ਆਹ ਗੱਲ ਵਧੀਆ ਬਈ, ਹੁਣ ਸਾਰੇ ਹੀ ਕਾਂਗਰਸੀ ਕਹਿੰਦੇ ਜੀ ਅਸੀਂ ਕਰਾਇਆ ਹੀ, ਆਹ ਦੇਖੋ ਜੀ ਸਾਡੀ ਸਰਕਾਰ ਨੇ ਕੀਤਾ। ਉਹ ਕਹਿੰਦੇ 5 ਸਾਲ ਤੁਸੀਂ ਕਿੱਥੇ ਸੀ, 5 ਸਾਲ ਲੋਕਾਂ ਦੇ ਨਿਆਣੇ ਨਸ਼ੇ ਨਾਲ ਮਰਦੇ ਰਹੇ। ਹੁਣ ਤੁਹਾਡੇ MP ਗੁਰਜੀਤ ਸਿੰਘ ਔਜਲਾ ਨੂੰ ਵੀ ਚੇਤੇ ਆ ਗਿਆ, ਹੁਣ ਬਾਕੀ ਕਾਂਗਰਸੀਆਂ ਨੂੰ ਵੀ ਚੇਤੇ ਆ ਗਿਆ। ਜਦੋਂ ਤੁਹਾਡੇ ਕੋਲ ਪੁਲਿਸ ਸੀ, ਜਦੋਂ ਤੁਹਾਡੇ ਕੋਲ ਏਜੰਸੀਆਂ ਸੀ, ਜਦੋਂ ਤੁਹਾਡੇ ਕੋਲੇ ਪਾਵਰ ਸੀ, ਉਦੋਂ ਕਾਂਗਰਸੀ ਬੋਲੇ ਨਹੀਂ। ਹੁਣ ਜਦੋਂ ਵੋਟਾਂ ਪੈ ਗਈਆਂ ਤਾਂ ਨਸ਼ੇ ਦਾ ਮੁੱਦਾ ਉਛਾਲੀ ਜਾਂਦੇ ਆ। ਉਹਨਾਂ ਨੇ ਦੋਣਾ ਆਪਣੇ ਵੱਲੋਂ ਤਾਂ ਹਰੇਕ ਨੇ ਗੇਰ ਲਾਉਣਾ ਹੀ ਆ। ਪਰ ਰਹੀ ਗੱਲ ਅਕਾਲੀ ਦਲ ਦੀ, ਅਕਾਲੀ ਦਲ ਵਾਲੇ ਪਾਸਿਓਂ ਬਿਆਨ ਉਦੋਂ ਦੇ ਇਹ ਗਿਣੇ ਮਿੱਥੇ ਜੀ। ਉਹ ਕਹਿੰਦੇ ਦੇਖੋ ਜੀ ਸਾਨੂੰ ਕਾਨੂੰਨ 'ਚ ਵਿਸ਼ਵਾਸ ਹੈ, ਅਸੀਂ ਅਦਾਲਤ 'ਚ ਵਿਸ਼ਵਾਸ ਰੱਖਦੇ ਹਾਂ। ਰਹੀ ਗੱਲ ਕਹਿੰਦੇ ਵੀ ਜਿੱਤ ਤੇ ਮਜੀਠੀਆ ਸਾਹਿਬ ਦੀ ਉਸੇ ਵੇਲੇ ਹੋ ਗਈ ਸੀ। ਹੁਣ ਬੰਦਾ ਹੋ ਸਕਦਾ ਹੈਰਾਨ ਹੋਵੇ ਵੀ ਯਾਰ ਮਜੀਠੀਆ ਸਾਹਿਬ ਦੀ ਜਿੱਤ ਕਿੱਦਾਂ ਹੋ ਗਈ, ਬੰਦਾ ਅੰਦਰ ਰੱਖਿਆ, ਤੁਸੀਂ ਕਹਿੰਦੇ ਜਿੱਤ ਹੋ ਗਈ। ਉਹ ਕਹਿੰਦੇ ਜਿੱਤ ਉਦੋਂ ਹੋਈ ਜਦੋਂ ਪੁਲਿਸ ਨੇ ਆ ਕੇ ਆਖਿਆ ਵੀ ਸਾਨੂੰ ਰਿਮਾਂਡ ਚਾਹੀਦਾ। ਜੱਜ ਸਾਹਿਬ ਨੇ ਕੋਈ ਰਿਮਾਂਡ ਨਹੀਂ, ਪੁੱਛਣਾ ਕਿਛਣਾ ਇੱਥੇ ਪਾਸੇ ਕਰਕੇ ਪੁੱਛ ਲਓ ਜਿਹੜੀ ਗੱਲ ਤੁਸੀਂ ਪੁੱਛਣੀ ਹੈ, ਕੋਈ ਰਿਮਾਂਡ ਨਹੀਂ ਹੈਗਾ ਇੱਥੇ। ਫਿਰ ਹੁਣ ਆਪਣਾ ਭਾਈਚਾਰਾ ਪੁੱਛਦੇ ਵੀ ਮਾਰਾ ਫਿਰ ਤੁਸੀਂ ਜਿੱਤ ਕਿੱਦਾਂ ਦੱਸੀ ਇਹਨੇ, ਰਿਮਾਂਡ ਨਹੀਂ ਤੇ ਪੁੱਛਗਿੱਛ ਤੇ ਹੋਈ ਹੈ ਨਾ, ਨਾਲੇ ਹੁਣ ਉਹ ਜੁਡੀਸ਼ੀਅਲ ਕਸਟਡੀ ਚੱਲ ਗਿਆ। ਉਹ ਕਹਿੰਦੇ ਵੀ ਯਾਰ ਉਹ ਤਾਂ ਹੁੰਦੀ ਆ ਮਿਨੀਮਮ 14 ਦਿਨਾਂ ਦੀ, ਅਗਲਾ ਤਾਂ ਹੁਣ ਇਹ ਤੋਂ ਘੱਟ ਦੇ ਹੀ ਨਹੀਂ ਸਕਦੇ। ਉਹ ਤਰੀਕ ਅਸੀਂ ਲੈ ਲਈ ਆ, ਕੱਲ੍ਹ ਨੂੰ ਸਾਡੇ ਵਕੀਲ ਸਾਹਿਬ ਨੇ ਕਾਗਜ਼ ਦੇ ਦੇਣੇ ਆ, ਜੱਜ ਸਾਹਿਬ ਨੇ ਫੈਸਲਾ ਦੇ ਦੇਣਾ। ਹੋ ਸਕਦਾ ਵੀ ਉਹ ਦੁਪਹਿਰੇ ਬਾਹਰ ਆ ਜਾਣ, ਦੁਪਹਿਰੇ ਮਤਲਬ ਕੱਲ੍ਹ ਦੇ ਹਿਸਾਬ ਨਾਲ ਅੱਜ ਦੁਪਹਿਰੇ ਬਾਹਰ ਆ ਜਾਣ। ਹੁਣ ਜਿਸ ਕੌਨਫੀਡੈਂਸ ਦੇ ਵਿੱਚ ਅਕਾਲੀ ਦਲ ਇਹ ਦਾਅਵਾ ਕਰ ਰਿਹਾ, ਜੇ ਤੇ ਇਦਾਂ ਹੀ ਹੋ ਗਿਆ ਤੇ ਹੋ ਸਕਦਾ ਵੀ ਉਸ ਤੋਂ ਬਾਅਦ ਮੁੜ ਕੇ ਕੋਈ ਗੱਲ ਹੀ ਨਾ ਕਰੇ ਵੀ ਯਾਰ ਉਹ ਤਾਂ ਵਾਕਿਆ ਫਸਾਇਆ ਹੀ ਸੀ ਬੰਦਾ। ਤੇ ਜੇ ਰੱਬ ਨਾ ਕਰੇ ਖਹਿਰਾ ਸਾਹਿਬ ਵਾਲੀ ਹੋ ਗਈ ਹੈ ਨਾ, ਕਿਉਂਕਿ ਰੋਗੀ ਜ਼ਿਆਦਾ ਨਹੀਂ ਤੇ ਮੈਂ ਪੌਣੇ ਕਿ 3 ਮਹੀਨੇ ਤਾਂ ਉਹਨਾਂ ਨੂੰ ਲੱਗ ਗਿਆ, ਲੰਬਾ ਸਮਾਂ ਹੋ ਗਿਆ ਸੀ, ਇਹ ਕੰਮ ਔਖਾ ਹੋ ਸਕਦਾ। ਹਾਂ ਨਹੀਂ, ਤੁਸੀਂ ਦੇਖੋ ਨਾ ਕਿ ਜਦੋਂ ਖਹਿਰਾ ਸਾਹਿਬ ਅੰਦਰ ਗਿਆ ਸੀ ਬਹੁਤੀ ਠੰਡ ਨਹੀਂ ਸੀ, ਉਹ ਦੋਸ਼ੀ ਸਾਬਿਤ ਨਹੀਂ ਹੈਗੇ, ਨਾ ਬਿਕਰਮ ਸਿੰਘ ਮਜੀਠੀਆ ਨਾ ਖਹਿਰਾ ਸਾਹਿਬ।
ਪਰ ਥੋੜੀ ਠੰਡ ਸੀ ਜਦੋਂ ਅੰਦਰ ਗਿਆ ਸੀ, ਤੇ ਜਦੋਂ ਬਾਹਰ ਆਏ ਨੇ ਤਾਂ ਪੂਰੀ ਠੰਡ ਸੀ। ਹੁਣ ਠੰਡ ਜਾਣ ਵਾਲੀ ਹੈ। ਇਹ ਕੰਮ ਕਦੋਂ ਕੁ ਨਿਬੜਦਾ, ਇਹ ਬਹੁਤ ਅਹਿਮ ਹੈ। ਪਰ ਇੰਨੀ ਛੇਤੀ ਪੰਜਾਬ ਦੇ 2 ਵੱਡੇ ਸਿਆਸੀ ਲੀਡਰ ਜਿਹੜੇ ਆ, ਉਹ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਅੰਦਰ ਜਾਂਦੇ ਦੇਖੇ, ਚਾਹੇ ਥੋੜੇ ਸਮੇਂ ਲਈ ਤੇ ਚਾਹੇ ਬਹੁਤੇ ਸਮੇਂ ਲਈ। ਹੁਣ ਇਧਰੋਂ, ਕਿਉਂਕਿ ਗੱਲ ਚੰਡੀਗੜ੍ਹ ਦੀ ਹੋ ਰਹੀ, ਮੋਹਾਲੀ ਦੀ ਹੋ ਰਹੀ ਹੈ, ਸੰਧਾਲੀਆ ਸਾਹਿਬ ਨਾਲ ਹੀ ਥੋੜੇ ਮਿੰਟ ਜੇ ਤੁਸੀਂ ਗੱਡੀ, ਸਾਈਕਲ, ਸਕੂਟਰ ਚਲਾ ਕੇ ਜਾਓ ਤਾਂ ਹਰਿਆਣਾ ਆਉਂਦਾ ਹੈ। ਹਰਿਆਣੇ ਦੇ ਵਿੱਚ ਇੱਕ ਡੇਰਾ ਜਿਹਨੂੰ ਸਿਰਸਾ ਡੇਰਾ ਕਹਿੰਦੇ ਆ, ਉਹ ਡੇਰੇ ਦਾ ਮੁਖੀ ਹੈ ਗੁਰਮੀਤ ਰਾਮ ਰਹੀਮ। ਉਹਨੂੰ ਕਈ ਨਾਵਾਂ ਦੇ ਨਾਲ ਬੁਲਾਉਂਦੇ ਆ। ਜੇ ਉਹ ਬੰਦਾ ਬਾਹਰ ਹੁੰਦਾ ਤਾਂ ਪਤਾ ਨਹੀਂ ਕਿੰਨੀਆਂ ਕੁ ਫਿਲਮਾਂ ਠਾ ਬਣਾ ਸੁੱਟਣੀਆਂ ਸੀ। ਪਤਾ ਨਹੀਂ ਪੰਜਾਬੀ ਤੇ ਹਿੰਦੀ ਬਾਕੀ ਫਿਲਮਾਂ ਵਾਲੇ ਖਰੇ ਵਿਹਲੇ ਬੈਠੇ ਹੋਣੇ, ਉਹਨਾਂ ਦੀ ਹਰੇਕ ਕੋਈ ਫਿਲਮ ਚੱਲਣੀ ਸੀ ਕਿ ਨਹੀਂ ਚੱਲਣੀ ਸੀ। ਕਿਉਂਕਿ ਬਾਬੇ ਨੇ ਭਾਈ ਕਾਰੋਬਾਰ ਫਿਰ ਉਹਨਾਂ ਦਾ ਚੱਲੂਗਾ, ਕਿਸੇ ਹੋਰ ਦਾ ਥੋੜੀ ਚੱਲੂਗਾ। ਫਿਰ ਪਤਾ ਨਹੀਂ ਬਾਕੀ ਗੀਤਕਾਰ ਵਿਹਲੇ ਬੈਠੇ ਹੋਣੇ ਸੀ, ਬਾਕੀ ਗਾਉਣ ਵਾਲੇ ਵੀ ਵਿਹਲੇ ਬੈਠੇ ਹੋਣੇ, ਕਿਉਂਕਿ ਆਪ ਹੀ ਉਹ ਗਾ ਲੈਂਦੇ ਹੁੰਦੇ ਆ। ਹੁਣ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ, ਫਰਲੋ ਪੰਜਾਬੀ 'ਚ। ਪਹਿਲਾਂ ਬਹੁਤੇ ਲੋਕ ਕਹਿੰਦੇ ਸੀ ਖਰੇ ਹਾਸੇ ਨਾਲ ਲਿਖਿਆ, ਪਰ ਬਾਅਦ 'ਚ ਪਤਾ ਲੱਗਾ ਜੀ ਫਰਲੋ ਹੀ ਸ਼ਬਦ ਹੈ। ਫਰਲੋ ਮਿਲੀ ਆ ਤੇ ਪੰਜਾਬ ਦੇ ਇੱਕ ਉਮੀਦਵਾਰ ਨੇ ਅਦਾਲਤ ਦੇ ਵਿੱਚ ਚੁਣੌਤੀ ਦੇ ਦਿੱਤੀ ਕਿ ਭਾਈ ਇਹ ਬੰਦੇ ਨੂੰ ਫਰਲੋ ਕਿਉਂ ਦਿੱਤੀ। ਤੇ ਉੱਥੇ ਫਿਰ ਹਰਿਆਣੇ ਦੀ ਸਰਕਾਰ ਨੇ ਜਾ ਕੇ ਹਾ ਸਰਕਾਰਾਂ ਇੰਨੀਆਂ ਕੋਮਲ ਹਿਰਦੇ ਵੀ ਹੁੰਦੀਆਂ, ਇੰਨੀਆਂ ਨਰਮ ਦਿਲ ਵੀ ਹੁੰਦੀਆਂ। ਉਹ ਕਹਿੰਦੇ ਜੀ ਬਣਦੀ ਸੀ, ਇੰਨੇ ਸਾਲ ਜੇਲ੍ਹ ਪੂਰੀ ਹੋ ਗਈ ਹੈ, ਉਹਦੇ ਤੋਂ ਬਾਅਦ ਆ ਦੇਖੋ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਇਹਦਾ ਤਾਂ ਵਿਹਾਰ ਹੀ ਬੜਾ ਵਧੀਆ, ਬੰਦਾ ਨਿਯਮ ਦੇ ਕਾਇਦੇ ਦੇ ਅੰਦਰ ਰਹਿੰਦਾ, ਇਹ ਤਾਂ ਬਿਲਕੁਲ ਠੀਕ ਹੈ ਇਹਦਾ ਕੰਮ, ਤੇ ਇਹਨੂੰ ਪੈਰੋਲ ਮਿਲ ਸਕਦੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਕਹਿੰਦੇ ਤੁਸੀਂ ਦੇਖੋ ਕਿ ਜਿਹੜੇ ਬੰਦੇ ਨੇ ਪਟੀਸ਼ਨ ਪਾਈ ਹੈ, ਉਹਨੇ ਕਿਹਾ ਕਿ ਇਹ ਕਤਲ ਦਾ ਦੋਸ਼ੀ। ਕਹਿੰਦੇ ਨਾ ਹਰਿਆਣਾ ਸਰਕਾਰ ਨੇ ਲਿਖ ਕੇ ਦਿੱਤਾ, ਕਤਲ ਦਾ ਨਹੀਂ, ਕਹਿੰਦੇ ਸਾਜ਼ਿਸ਼ ਘੜੀ ਇਹਨੇ ਕੱਲੀ ਕਿ ਭਾਈ ਐਂ ਕਰਕੇ ਬੰਦੇ ਨੂੰ ਐਂ ਕਰਨਾ ਹੀ, ਕਤਲ ਨਹੀਂ ਇਹਨੇ ਕੀਤਾ, ਇਸ ਕਰਕੇ ਕਤਲ ਦਾ ਦੋਸ਼ੀ ਨਹੀਂ, ਸਾਜ਼ਿਸ਼ ਘਾੜੇ ਦਾ ਦੋਸ਼ੀ ਹੈ। ਨਹੀਂ ਹੋ ਸਕਦਾ ਆਪਣੇ ਕਈ ਪਰਿਵਾਰ ਦੇ ਮੈਂਬਰ ਸੋਚਣ ਵੀ ਯਾਰ ਤੁਸੀਂ ਦੇਸੀ ਜੀ ਭਾਸ਼ਾ ਸਮਝਾਉਂਦੇ ਹੁੰਦੇ ਆ, ਇਹ ਸਾਜ਼ਿਸ਼ ਘਾੜਾ ਕਿੱਦਾਂ। ਮਤਲਬ ਦੇਸੀ ਭਾਸ਼ਾ 'ਚ ਆਪਾਂ ਇਹ ਕਹਿ ਲਈਏ ਵੀ ਜਿੱਦਾਂ ਉਹ ਕੋਈ ਕਹੇ ਵੀ ਯਾਰ ਨਾ ਜੀ ਇਸ ਬੰਦੇ ਨੇ ਮੇਰੇ ਸਾਹਮਣੇ ਕੁੱਤੇ ਦੇ ਇੱਟਾਂ ਮਾਰਿਆ, ਉਹ ਕਹਿੰਦੇ ਅੱਛਾ ਜੀ ਇਹਨੇ ਮਾਰਿਆ ਕੁੱਤੇ ਦੇ ਇੱਟਾਂ, ਪਰ ਨਹੀਂ ਅਸਲ ਕਿਹਾ ਕਿ ਨਹੀਂ, ਕਹਿੰਦੇ ਕਿਹਾ ਇਹਨੇ ਵੀ ਇਹਦੇ ਕੁੱਤੇ ਦੇ ਆਹ ਇੱਟਾਂ ਮਾਰ, ਇੱਦਾਂ ਮਾਰ ਕਹਿੰਦਾ, ਮਤਲਬ ਉਹ ਹੋ ਗਈ ਸਾਜ਼ਿਸ਼ ਜੀ। ਹੁਣ ਭਾਵੇਂ ਚਲੋ ਇੱਦਾਂ ਹੀ ਆ, ਹੋ ਸਕਦਾ ਅਗਲਾ ਬੰਦਾ ਤੇ ਕਹੇ ਯਾਰ ਮੈਨੂੰ ਤੇ ਲੋੜ ਹੀ ਨਹੀਂ ਮਾਰਨ ਦੀ, ਮੈਂ ਤਾਂ ਇਹਦੇ ਕਹਿਣ ਤੇ ਮਾਰਿਆ, ਤੇ ਫਿਰ ਇੱਥੇ ਤੇ ਜ਼ਿਆਦਾ ਇਹ ਨਹੀਂ ਜਾਪਦਾ ਵੀ ਜਿਹੜੇ ਬੰਦੇ ਨੇ ਮਰਵਾਇਆ ਸੀ ਉਹ ਗੱਲ ਉਹਦੀ ਜ਼ਿਆਦੀ ਹੈ। ਨਹੀਂ, ਗੱਲ ਤਾਂ ਇਦਾਂ ਹੀ ਜਾਪਦੀ ਹੈ ਸੰਧਾਲੀਆ ਸਾਹਿਬ। ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਕੋਈ ਬਹੁਤ ਜ਼ਿਆਦਾ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਯਾਨੀ ਤੁਸੀਂ ਦੇਖੋ ਕਿ ਸਜ਼ਾਵਾਂ ਹੀ ਕਿੰਨੀਆਂ ਹੋਈਆਂ, ਕਿਤੇ 2 ਸਾਧਵੀਆਂ ਦੇ ਨਾਲ ਜਬਰ ਜਨਾਹ ਦੇ ਦੋਸ਼ ਦੇ ਵਿੱਚ ਵੱਖਰੀ ਸਜ਼ਾ, ਇੱਕ ਪੱਤਰਕਾਰ ਦੇ ਕਤਲ ਦੇ ਸਾਜ਼ਿਸ਼ ਘਾੜੇ ਦੇ ਤੌਰ ਤੇ ਸਜ਼ਾ, ਇੱਕ ਡੇਰੇ ਦੇ ਮੈਨੇਜਰ ਦੇ ਸਾਜ਼ਿਸ਼ ਘਾੜੇ ਦੇ ਤੌਰ ਦੇ ਉੱਤੇ ਸਜ਼ਾ, ਤੇ ਕਿੰਨੇ 3-4 ਸਾਧੂ ਨੇ ਜਿਨ੍ਹਾਂ ਨੂੰ ਨਪੁੰਸਕ ਬਣਾਉਣ ਦਾ ਕੇਸ ਚੱਲਦਾ, ਜਾਂ ਮਾੜਾ ਮੋਟਾ ਇੱਕ ਪੰਜਾਬ ਦੇ ਵਿੱਚੋਂ ਕੇਸ ਹੈ। ਜਾਣੀ 2-3 ਹੀ ਤਾਂ ਕੇਸ ਰਹਿੰਦੇ ਆ, ਕਿੰਨਾ ਕੁ ਪ੍ਰਭਾਵ ਪਾਉ। ਜਾਣੀ ਇੱਕ ਭੁੱਲ ਗਏ ਤੁਸੀਂ, ਕਿਹੜਾ ਕੋਈ ਆਂਦੇ ਸਕੂਨ ਬੈਂਕ ਵੀ ਚੱਲਦੀ ਚੁਲਦੀ। ਮੈਂ ਬਿਲਕੁਲ ਨਹੀਂ ਉਹ ਕਹਿਣਾ ਕਿ ਉਹ ਦਰਖਤਾਂ ਦੀ ਵੀ ਗੱਲ ਚੱਲਦੀ ਸੀ, ਫੇਰ ਤੁਸੀਂ ਰੌਲਾ ਪਾਉਣਾ ਹੀ ਨਹੀਂ ਵੀ ਅਸੀਂ ਕਿਉਂ ਕਹਿਣਾ, ਗੱਲ ਹੀ ਕਰਦੇ। ਮਤਲਬ ਜੇ ਹਰਿਆਣਾ ਸਰਕਾਰ ਕਹਿੰਦੀ ਵੀ ਨਹੀਂ ਤੇ ਫਿਰ ਨਹੀਂ ਯਾਰ, ਅਗਲੇ ਬੰਦੇ ਚੁਣੇ ਹੋਏ ਨੁਮਾਇੰਦੇ ਕਹਿ ਰਹੇ ਆ। ਨਹੀਂ, ਮੈਂ ਵੈਸੇ ਹੈਰਾਨ ਹਾਂ ਕਿ ਸਰਕਾਰਾਂ ਕਮਾਲ ਦੀਆਂ ਹੁੰਦੀਆਂ। ਜਦੋਂ ਪੰਚਕੂਲਾ ਦੇ ਵਿੱਚ ਉਦੋਂ ਹਿੰਸਾ ਹੋਈ ਸੀ, ਬਹੁਤ ਸਾਰੀ ਸਰਕਾਰੀ ਪ੍ਰਾਪਰਟੀ ਨਸ਼ਟ ਹੋਈ, ਲੋਕਾਂ ਦੀ ਨਿੱਜੀ ਪ੍ਰਾਪਰਟੀ ਨਸ਼ਟ ਹੋਈ, ਮਰੇ ਬਹੁਤ ਸਾਰੇ ਬੰਦੇ, ਧਾਰਾ 144 ਲੱਗੇ ਤੇ ਵੀ ਇਕੱਠ ਹੋਇਆ ਸੀ। ਤੇ ਜਿਹੜੇ ਫਿਰ ਉਦੋਂ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਸ਼ਰਧਾਂਜਲੀ ਦੇ ਸਕਦੇ ਆ ਕਿ ਭਾਈ ਜਿਹੜੇ ਉੱਥੇ ਬੰਦੇ ਮਰੇ ਬਹੁਤ ਜ਼ਿਆਦਾ, ਫਿਰ ਨਾ ਤਾਂ ਫਿਰ ਉਹ ਕੁਝ ਵੀ ਕਰ ਸਕਦੇ ਆ। ਇਹ ਕਰ ਸਕਦੇ ਆ। ਦੇਖੋ ਹੁਣ ਇਹ ਚਲੋ ਜੋ ਵੀ ਆ, ਮੈਨੂੰ ਤਾਂ ਇਹ ਲੱਗਦੀ ਸੀ ਗੱਲ, ਇਹ ਜਦੋਂ ਪਹਿਲੇ ਦਿਨ ਹੀ ਕੇਸ ਜਿਹਾ ਗਿਆ ਉਦੋਂ ਹੀ ਮੈਨੂੰ ਜਾਪਦਾ ਸੀ ਵੀ ਕੁੱਲ ਮਿਲਾ ਕੇ ਇੱਕ ਟਰਮ ਹੁੰਦੀ ਟਰਕੋਲੋਜੀ ਜੀ, ਵੀ ਟਰਕੋਲੋਜੀ ਵਾਲਾ ਕੰਮ ਚੱਲਣਾ। ਜੇ ਮੈਂ ਗਲਤ ਨਹੀਂ ਤਾਂ ਤਰੀਕ 27 ਤੱਕ ਉਹਦਾ ਕੰਮ ਹੈ ਇਹ, ਤੇ ਅਗਲਿਆਂ ਨੂੰ ਪਤਾ ਵੀ ਯਾਰ ਚਲੋ ਕੋਈ ਗੱਲ ਨਹੀਂ, 24 ਨੂੰ ਪੁੱਛ ਲੂ, ਕੋਈ 25 ਨੂੰ ਪੁੱਛ ਲੂ, 26 ਨੂੰ ਪੁੱਛ ਲੂ, 26 ਸ਼ਾਮ ਨੂੰ ਕਹਿ ਦਾਂਗੇ ਯਾਰ ਭਾ ਸਵੇਰੇ ਤਾਂ ਉਹਨੇ ਅੰਦਰ ਚਲੇ ਜਾਣਾ, ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਸਕਦਾ 27 ਨੂੰ ਵੀ ਜਾਸਾ ਪੁੱਛਣ ਵੀ ਇਹ ਕਿੱਦਾਂ ਹੋਈ ਗੱਲਬਾਤ। ਉਹ ਜੀ ਗੱਲ ਸਾਨੂੰ ਵੀ ਪਤਾ ਲੱਗ ਗਿਆ ਵੀ ਇਹ ਥੋੜੀ ਗਲਤ ਹੋ ਗਈ, ਅਸੀਂ ਉਸੇ ਵੇਲੇ ਬੰਦਾ ਮੋੜ ਕੇ ਅੰਦਰ ਛੱਡ ਆਏ, ਤੁਸੀਂ ਹੁਣੇ ਚੈੱਕ ਕਰੋ ਜੀ ਉਹ ਫਲਾਨੀ ਜੇਲ੍ਹ ਦੇ ਫਲਾਨੀ ਨੰਬਰ। ਉਦਾਂ 1:30 ਵਜੇ ਅੰਦਰ ਜਾਣਾ ਸੀ, ਅਸੀਂ 1:15 ਅੰਦਰ ਤੋਰਤਾ। ਹਾਂ, ਮਤਲਬ ਇਹ ਵੀ ਕੀਤਾ ਜਾ ਸਕਦਾ। ਪਰ ਚਲੋ ਕਾਰਨ ਇਹ ਹੈ ਨਾ ਵੀ ਬਹੁਤ ਸਾਰੀਆਂ ਚੀਜ਼ਾਂ ਬਾਟ ਸਾਹਿਬ ਇਸ ਕਰਕੇ ਹੁੰਦੀਆਂ ਵੀ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਵਾਧਾ, ਕੋਈ ਘਾਟਾ, ਕੋਈ ਥੋੜਾ ਬਹੁਤ ਤੋਲਾ, ਕੋਈ ਮਾਸਾ ਫਰਕ ਪੈਂਦਾ ਹੀ ਹੈ। ਸੰਧਾਲੀਆ ਸਾਹਿਬ ਕਈ ਵਾਰੀ ਨਾ ਪੰਚਾਇਤ ਦੇ ਵਿੱਚ ਕੋਈ ਬੰਦਾ ਜਾਣਾ ਨਹੀਂ ਚਾਹੁੰਦਾ ਹੁੰਦਾ, ਨਹੀਂ ਯਾਰ ਮੈਂ ਨਹੀਂ ਜਾਣਾ, ਮੈਂ ਹੁਣ ਉਹ ਕਹਿੰਦੇ ਕਹਿਣਾ ਕੁਝ ਨਹੀਂ, ਤੂੰ ਬਸ ਬੈਠਾ ਰਹੀ। ਬਾਜੇ ਬੰਦੇ ਦੇ ਨਾ ਬੈਠਣ ਦਾ ਹੀ ਅਸਰ ਬਹੁਤ ਹੁੰਦਾ। ਮੈਂ ਨਹੀਂ ਕਹਿੰਦਾ ਕਿ ਉਹਦਾ ਇਸ ਗੱਲ ਨਾਲ ਕੋਈ ਸੰਬੰਧ ਹੈ। ਨਹੀਂ, ਆਪਾਂ ਨੂੰ ਕੀ ਲੋੜ ਕੋਈ ਨਹੀਂ। ਅੱਛਾ, ਦੂਜੀ ਗੱਲ ਇਹ ਵੀ ਜੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਸੀ ਤੇ ਅਕਾਲੀ ਦਲ ਦੇ ਇੱਕ ਹੋਰ ਵੱਡੇ ਲੀਡਰ ਜੀ, ਜੇ ਮਜੀਠੀਆ ਸਾਹਿਬ ਮੋਹਾਲੀ ਵਾਲੀ ਅਦਾਲਤ ਸੀਗੇ ਤੇ ਬਹੁਤ ਵੱਡੇ ਲੀਡਰ ਵੱਡੇ ਬਲ ਸਾਹਿਬ ਉਹ ਹੁਸ਼ਿਆਰਪੁਰ ਵਾਲੀ ਅਦਾਲਤ 'ਚ ਗਏ।
ਹੁਣ ਕੇਸ ਤਾਂ ਬੜਾ ਪੁਰਾਣਾ, ਤੇ ਆਪਾਂ ਇਹ ਵੀ ਚੇਤਾ ਕਰਾ ਦਿੰਦੇ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਵਾਰ-ਵਾਰ ਸਮਨ ਹੁੰਦੇ ਸੀ ਵੀ ਹਾਂਜੀ ਮਹਾਰਾਜ ਆਓ ਜੀ ਹਾਜ਼ਰ ਹੋ ਜੀ, ਆਓ ਜੀ ਹਾਜ਼ਰ ਹੋ ਜੀ, ਤੇ ਇੱਕ ਹਾਜ਼ਰੀ ਸੁਖਬੀਰ ਬਾਦਲ ਸਾਹਿਬ ਤੇ ਦਲਜੀਤ ਸਿੰਘ ਚੀਮਾ ਹੋਰੀ ਲਵਾ ਕੇ ਵੀ ਆਏ ਸੀ ਵੀ ਹਾਂਜੀ ਦੱਸੋ ਜੀ ਕੀ ਚੱਕਰ ਹੈ। ਉਦੋਂ ਤੇ ਜੱਜ ਸਾਹਿਬ ਨੇ ਆਖਿਆ ਜੀ ਹਾਂਜੀ ਠੀਕ ਹੈ ਜੀ ਚਲੋ ਸਾਡੇ ਵੱਲੋਂ ਤੁਹਾਡੀ ਜ਼ਮਾਨਤ ਆ, ਪਰ ਵੱਡੇ ਬਾਦਲ ਸਾਹਿਬ ਨਹੀਂ ਆਏ। ਹੁਣ ਉਦੋਂ ਅਕਾਲੀ ਦਲ ਨੂੰ ਇਹ ਲੱਗਿਆ ਸੀ ਵੀ ਯਾਰ ਹੁਣ ਦੋ ਬੰਦੇ ਕਿਸੇ ਵੇਲੇ ਹੁੰਦਾ ਨਾ ਵੀ ਜਾਂ ਫਲਾਣਾ ਹੈ ਤੂੰ ਜਾਣਾ, ਤੇ ਫਿਰ ਉੱਥੇ ਸਾਡੇ ਵੀ ਸਾਈਨ ਕਰਾ ਲਿਆਈ, ਪਰ ਕਿਉਂਕਿ ਹੁਣ ਅਦਾਲਤੀ ਕਾਰਵਾਈ ਉੱਥੇ ਇਕੱਲੇ ਬੰਦੇ ਨੂੰ ਆਪਣੇ ਤੌਰ 'ਤੇ ਨਜਿੱਠਣਾ ਪੈਣਾ। ਉਦੋਂ ਵੀ ਜਿਹੜੇ ਸਾਹਮਣੇ ਆਏ ਉਹਦੇ 'ਚ ਵੀ ਮੇਰੇ ਖਿਆਲ ਨਾਲ ਜਵਾਬ ਇਹੋ ਦਾਇਰ ਕੀਤਾ ਸੀ ਵੀ ਸਿਹਤ ਠੀਕ ਨਹੀਂ ਉਹਨਾਂ ਦੀ। ਚਲੋ ਸਿਹਤ ਦਾ ਹਵਾਲਾ ਹੋ ਗਿਆ, ਕੁਛ ਇਲੈਕਸ਼ਨਾਂ ਦਾ ਹਵਾਲਾ ਹੋ ਗਿਆ, ਪਰ ਅਖੀਰ ਜਾਣਾ ਪਿਆ ਵੱਡੇ ਬਾਦਲ ਸਾਹਿਬ। ਦੇਖੋ ਸੰਧਾਲੀਆ ਸਾਹਿਬ, ਹੁਣ ਜਾਣਾ ਪੈਣਾ ਸੀ ਤੇ ਜਾਣਾ ਬੰਦਾ ਸੀ, ਕਿਉਂਕਿ ਹੋ ਸਕਦਾ ਕਿ ਉੱਥੇ ਐਫੀਡੇਵਿਟ ਦਿੱਤਾ ਜਾਂਦਾ ਜੀ ਸਿਹਤ ਠੀਕ ਨਹੀਂ, ਤਾਂ ਉੱਥੇ ਬਲਵੰਤ ਸਿੰਘ ਖੇੜਾ ਹੋ ਰਹੀ ਅਖਬਾਰਾਂ ਦੀਆਂ ਕਟੀਆਂ ਟੀਵੀ ਦੀ ਫੋਟੋ ਹੀ ਦਿਖਾਉਂਦੇ ਜੀ ਆਹ ਦੇਖੋ ਪ੍ਰਚਾਰ ਵੀ ਤਾਂ ਕਰੀ ਜਾਂਦੇ, ਕੋਈ ਪਤਾ ਨਹੀਂ ਨਾ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਉਹ ਕਹਿੰਦੇ ਹੁਣ ਕੋਈ ਗੱਲ ਨਹੀਂ ਜਾ ਆਉਨੇ ਹੈ, ਕਿਉਂਕਿ ਕੇਸ ਵੀ ਇਦਾਂ ਦਾ ਅੰਦਰ ਤਾਂ ਕਿਸੇ ਨੇ ਰੱਖ ਨਹੀਂ ਲੈਣਾ ਸੀ, ਜ਼ਮਾਨਤ ਉਸੇ ਵੇਲੇ ਦੇ ਦਿੱਤੀ। ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ, ਇਹ ਅਦਾਲਤ ਨੇ ਫੈਸਲਾ ਕਰਨਾ ਹੈ ਕਿ ਅਕਾਲੀ ਦਲ ਨੇ ਦੋਹਰੇ ਸੰਵਿਧਾਨ ਦੇ ਮੁੱਦੇ ਤੇ ਗਲਤੀ ਕੀਤੀ ਹੈ ਕਿ ਨਹੀਂ ਕੀਤੀ। ਜੇ ਕੀਤੀ ਹੈ ਤਾਂ ਸਜ਼ਾ ਕੀ ਮਿਲੇ, ਕਿਉਂਕਿ ਮਾਨਤਾ ਰੱਦ ਕਰਾਉਣ ਦਾ ਪਰ ਕੇਸ ਹੈ। ਬਲਵੰਤ ਸਿੰਘ ਖੇੜਾ ਜਿਹੜੇ ਸੋਸ਼ਲਿਸਟ ਪਾਰਟੀ ਦੇ ਲੀਡਰ ਨੇ, ਉਹ ਮਾਲਟਾ ਕਾਂਡ ਜਦੋਂ ਹੋਇਆ ਸੀ ਉਹਦਾ ਕੇਸ ਵੀ ਉਹਨਾਂ ਨੇ ਅੱਗੇ ਹੋ ਕੇ ਲੜਿਆ। ਉਹਨਾਂ ਨੇ ਇਹ ਕਿਹਾ ਕਿ ਦੋਹਰਾ ਸੰਵਿਧਾਨ ਤੁਸੀਂ ਨਹੀਂ ਰੱਖਦੇ, ਜਾਂ ਰਾਜਨੀਤਿਕ ਚੋਣਾਂ ਲੜੋ ਜਾਂ ਧਾਰਮਿਕ ਚੋਣਾਂ ਲੜੋ। ਇਹਨਾਂ ਨੇ ਇੱਕ ਜਗ੍ਹਾ ਤੇ ਹੋਰ ਸੰਵਿਧਾਨ ਦਿੱਤਾ ਤੇ ਇੱਕ ਜਗ੍ਹਾ ਤੇ ਹੋਰ ਦਿੱਤਾ, ਇਸ ਕਰਕੇ ਦੋਹਰਾ ਸੰਵਿਧਾਨ ਕਾਨੂੰਨਨ ਗਲਤ ਹੈ ਤੇ ਇਹਨਾਂ ਦੀ ਮਾਨਤਾ ਹੀ ਰੱਦ ਕਰ ਦਿਓ, ਪਾਰਟੀ ਡਿਜ਼ਰਵ ਨਹੀਂ ਕਰਦੀ, ਠੀਕ ਹੈ। ਪਰ ਜੇ ਬਲਵੰਤ ਸਿੰਘ ਖੇੜਾ ਹੋਰਾਂ ਨੂੰ ਇਹ ਗੱਲ ਪਤਾ ਲੱਗ ਗਈ, ਪੰਜਾਬ ਦੀ ਕਿਸੇ ਹੋਰ ਸਿਆਸੀ ਪਾਰਟੀ ਨੂੰ ਪਤਾ ਨਹੀਂ ਲੱਗੀ, ਉਹ ਸੋਸ਼ਲਿਸਟ ਪਾਰਟੀ ਦਾ ਤਾਂ ਪੰਜਾਬ 'ਚ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਹੋਣਾ, ਸੋਸ਼ਲਿਸਟ ਪਾਰਟੀ ਦਾ ਤਾਂ ਕੋਈ ਬੰਦਾ ਵੀ ਨਹੀਂ ਕਦੇ ਜਿੱਤਦਾ ਹੋਣਾ ਪੰਜਾਬ 'ਚੋਂ, ਇਹਦੇ ਬਾਵਜੂਦ ਵੀ ਉਹ ਹੁਣ ਬਜ਼ੁਰਗ ਬੰਦੇ ਨੇ ਬਲਵੰਤ ਸਿੰਘ ਖੇੜਾ ਹੋਰੀ, ਉਹ ਅਦਾਲਤ 'ਚ ਕੇਸ ਕਰ ਸਕਦੇ ਆ। ਪਰ ਜਿਹੜੇ ਰੋਜ਼ ਹੀ ਪੁਣਦੇ ਨੇ ਅਕਾਲੀ ਦਲ ਨੂੰ, ਕਈ ਛੋਟੇ ਅਕਾਲੀ ਦਲ ਵੀ, ਕਈ ਵਿਰੋਧੀ ਧਿਰਾਂ ਵੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਜਾਂ ਪਤਾ ਹੋਣ ਦੇ ਬਾਵਜੂਦ ਕਹਿੰਦੇ ਨਹੀਂ ਨਹੀਂ ਇਦਾਂ ਥੋੜੀ ਮਾਨਤਾ ਥੋੜੀ ਰੱਦ ਕਰਾ ਲੈਣੀ ਹੈ, ਇਦਾਂ ਫਿਰ ਵੀ ਚਲੋ ਆਉਂਦੇ ਜਾਂਦੇ ਆ। ਇਹ ਵਾਕਿਆ ਇਹ ਤੇ ਪੁਆਇੰਟ ਤੇ ਹੈਗਾ। ਦੂਜੀ ਗੱਲ ਇਹ ਵੀ ਨੋਟ ਕਰਨ ਵਾਲੀ ਆ ਵੀ ਇਹ ਕੇਸ ਅੱਜ ਦਾ ਨਹੀਂ ਜੀ, ਕਈ ਟਾਈਮ ਹੋ ਗਏ ਇਹਨੂੰ ਕੇਸ ਨੂੰ ਚੱਲਦਾ ਨੇ, ਸਾਲਾਂ ਬੱਧੀ, ਹੈ ਨਾ। ਹੁਣ ਤੁਸੀਂ ਇਹ ਦੇਖੋ ਵੀ ਚੱਲ ਵੀ ਜੇ ਹੁਸ਼ਿਆਰਪੁਰ ਵਾਲੀ ਅਦਾਲਤ 'ਚ ਰਿਹਾ, ਮੰਨ ਲਓ ਉੱਥੋਂ ਕੋਈ ਵੀ ABC ਫੈਸਲਾ ਕਿਸੇ ਦੇ ਵੀ ਹੱਕ 'ਚ ਵਿਰੋਧ 'ਚ ਆ ਜਾਵੇ, ਉਦੋਂ ਬਾਅਦ ਚੰਡੀਗੜ੍ਹ, ਫਿਰ ਉੱਥੋਂ ਆ ਜਾਵੇ ਮੰਨ ਲਓ ਕਈ ਸਾਲ ਲਾ ਕੇ, ਫਿਰ ਉਦੋਂ ਬਾਅਦ ਦਿੱਲੀ। ਅਜੇ ਤੇ ਬਥੇਰਾ ਪੈਂਡਾ, ਕੋਈ ਰੌਲੇ ਵਾਲੀ ਗੱਲ ਹੈ ਹੀ ਨਹੀਂ ਗੀ। ਨਹੀਂ ਪੈਂਡਾ ਬਹੁਤ ਲੰਬਾ। ਬਾਕੀ ਸੰਧਾਲੀਆ ਸਾਹਿਬ ਗੱਲ ਇੱਦਾਂ ਕਿ ਕੁਲਤਾਰ ਸਿੰਘ ਸੰਧਵਾ ਹੋਰਾਂ ਦਾ ਜ਼ਿਕਰ ਆਪਾਂ ਕਰ ਹੀ ਲਈਏ। ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਤੇ ਉਹ ਕਹਿੰਦੇ ਜੀ ਦੇਖੋ ਪੰਜਾਬ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਇੱਕ ਕਿਤਾਬ ਪੜ੍ਹਾਈ ਜਾ ਰਹੀ ਹੈ ਇਤਿਹਾਸ ਦੀ, ਹਿਸਟਰੀ ਦੀ, ਤੇ ਉਸ ਕਿਤਾਬ ਦੇ ਵਿੱਚ ਕਿਉਂਕਿ ਚਰਚਾ ਪਿਛਲੇ ਦਿਨੀ ਕਈ ਸੱਜਣ ਜਿਹੜੇ ਕਿਸਾਨ ਅੰਦੋਲਨ 'ਚ ਵੀ ਸਰਗਰਮ ਸੀ, ਉਹਨਾਂ ਨੇ ਚੱਕੀ ਸ਼ੁਰੂਆਤ ਕੀਤੀ। ਚਲੋ ਆਮ ਆਦਮੀ ਪਾਰਟੀ ਵੱਲੋਂ ਕੋਟਕਪੁਰੇ ਦੇ MLA ਨੇ, ਉਹ ਦੁਬਾਰਾ ਵੀ ਐਤਕੀ ਇਲੈਕਸ਼ਨ ਲੜ ਰਿਹਾ। ਉਹ ਕਹਿੰਦੇ ਜੀ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਬਿਲਕੁਲ ਗਲਤ ਜਾਣਕਾਰੀ ਹੈ, ਗੁਰਬਾਣੀ ਨੂੰ ਗਲਤ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਸਿੱਖ ਇਤਿਹਾਸ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਇਸ ਕਰਕੇ ਤੁਰੰਤ 12ਵੀਂ ਜਮਾਤ ਦੀ ਉਸ ਇਤਿਹਾਸ ਦੀ ਕਿਤਾਬ ਤੇ ਪਾਬੰਦੀ ਲਾਓ। ਦੂਸਰਾ, ਉਹ ਕਹਿੰਦੇ 100 ਰੁਪਏ ਦੀ ਕਿਤਾਬ ਬੱਚਿਆਂ ਨੂੰ 100 ਰੁਪਏ ਦੇਣੀ ਚਾਹੀਦੀ ਹੈ, ਤੇ ਨਿੱਜੀ ਪਬਲੀਕੇਸ਼ਨ ਵਾਲੇ ਜਿਹੜੇ ਆ, ਨਿੱਜੀ ਪ੍ਰਕਾਸ਼ਕ ਜਿਹੜੇ ਨੇ, ਜਿਹੜੇ ਕਿਤਾਬਾਂ ਛਾਪਦੇ ਆ, ਉਹਨਾਂ ਦੇ ਨਾਲ ਮਿਲ ਕੇ 100 ਰੁਪਏ ਦੀ ਜਿਹੜੀ ਕਿਤਾਬ ਚਾਹੀਦੀ ਸੀ 400 ਰੁਪਏ ਦੀ ਛਾਪ ਕੇ ਜਿਹੜੀ ਉਹ ਵੇਚੀ ਗਈ। ਉਹ ਕਹਿੰਦੇ ਇਹ ਵੀ ਧੱਕਾ ਕਿ ਨਿੱਜੀ ਪ੍ਰਕਾਸ਼ਕਾਂ ਦੇ ਨਾਲ ਰਲ ਕੇ ਤੁਸੀਂ ਇੱਕ ਤਾਂ ਗਲਤ ਜਾਣਕਾਰੀਆਂ ਦਿਓ, ਤੇ ਦੂਸਰਾ ਤੁਸੀਂ ਮਹਿੰਗੇ ਭਾਅ ਦੇ ਉੱਤੇ ਕਿਤਾਬ ਵੇਚ ਕੇ ਲੋਕਾਂ ਦਾ ਲਹੂ ਪੀਓ। ਉਹ ਕਹਿੰਦੇ ਬਿਲਕੁਲ ਗਲਤ ਗੱਲ ਹੈ, ਇਹਦੀ ਜਾਂਚ ਵੀ ਹੋਣੀ ਚਾਹੀਦੀ ਤੇ ਕਿਤਾਬ ਦੇ ਉੱਤੇ ਤੁਰੰਤ ਰੋਕ ਵੀ ਲੱਗਣੀ ਚਾਹੀਦੀ ਹੈ। ਸੰਧਾਲੀਆ ਸਾਹਿਬ, ਇਹ ਕਹਾਣੀ ਕੀ ਹੈ? ਜਾਣੀ ਬਾਰ-ਬਾਰ ਕਦੇ SGPC ਦੀ ਕਿਸੇ ਪੁਸਤਕ ਦੇ ਉੱਤੇ ਇਤਰਾਜ਼, ਕਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਸੇ ਕਿਤਾਬ ਦੇ ਉੱਤੇ ਇਤਰਾਜ਼। ਇਹਨਾਂ ਨੂੰ ਕੋਈ ਮਾੜਾ ਮੋਟਾ ਵੈਰੀਫਾਈ ਕਰੇ, ਕੋਈ ਕਮੇਟੀ ਬਣਾ ਦਿਆ ਕਰਨ ਕਿ ਭਾਈ ਆ ਚੀਜ਼ ਛਾਪਣ ਲੱਗੇ ਆ, ਖਰੜਾ ਆ ਪਿਆ ਤੇ ਤੁਸੀਂ ਇਹਨੂੰ ਮਾੜਾ ਜਿਹਾ ਦੇਖ ਲਓ, ਪ੍ਰਿੰਟ ਕੱਢ ਕੇ ਦੇ ਦਿੰਦੇ ਆ, ਜਿੱਥੇ ਇਤਰਾਜ਼ ਹੈ ਲਾਲ ਪੈਨ ਲੈ ਲਓ, ਉਹ ਤੇ ਗੋਲ ਦਾਇਰਾ ਮਾਰ ਲਓ, ਆਪਣੇ ਨੋਟ ਥੱਲੇ ਲਿਖ ਦਿਓ, ਆਪਾਂ ਫਿਰ ਕਿਸੇ ਤੀਜੇ ਬੰਦੇ ਨੂੰ ਦਿਖਾ ਲੈਣੇ, ਐਕਸਪਰਟ ਨੂੰ। ਮੇਰਾ ਖਿਆਲ ਇਹਦੇ 'ਚ ਜੇ ਵੱਡੀ ਜ਼ਿੰਮੇਵਾਰੀ ਨਿਭਾ ਸਕਦੀ ਕੋਈ ਸੰਸਥਾ ਤੇ ਉਹ SGPC ਹੈ। ਠੀਕ ਹੈ, ਕਿਉਂਕਿ ਕਾਰਨ ਹੈ ਨਾ ਵੀ ਜੇ ਆਪਾਂ ਸਿਰਸਾ ਸਾਹਿਬ ਦੀ ਗੱਲ ਕਰੀਏ, ਉਹ ਪਹਿਲੀਆਂ ਕਿਤਾਬਾਂ ਜਿਹੜੀਆਂ SGPC ਵਾਲੀਆਂ ਸੀ ਉਹਨਾਂ ਦੀ ਮੈਂ ਤਾਂ ਹੀ ਗੱਲ ਕਰ ਲਿਆ। ਹੁਣ ਸਿਰਸਾ ਸਾਹਿਬ ਦੀ ਗੱਲ ਕਰੀਏ ਤੇ ਉਹ 1999 ਵਾਲੀਆਂ ਕਿਤਾਬਾਂ ਕੱਢ ਲਿਆਉਂਦੇ, ਫਿਰ ਉਹ ਕਿਤਾਬਾਂ ਵੀ ਸਿਰਸਾ ਸਾਹਿਬ ਪੂਰਾ ਨਾਂ ਲੈ ਦਿਓ, ਭੁਲੇਖਾ ਪੈ ਜਾਣਾ। ਇੱਥੇ ਬਲਦੇਵ ਸਿੰਘ ਹੋਰਾਂ ਦੀ ਗੱਲ ਕਰਦੇ, ਬਲਦੇਵ ਸਿੰਘ ਸਿਰਸਾ ਹੋਰੀ, ਮੈਂ ਕਿਹਾ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ। ਨਹੀਂ, ਬਲਦੇਵ ਸਿੰਘ ਸਿਰਸਾ ਸਾਹਿਬ ਜਿਹੜੇ ਪਿਛਲੇ ਦਿਨੀ ਖੇਤੀ ਅੰਦੋਲਨ 'ਚ ਵੀ ਸਰਗਰਮ ਰਹੇ, ਉਹਨਾਂ ਦੀ ਗੱਲ ਕਰੀਏ ਤੇ ਉਹ ਗੱਲ ਕਰਦੇ 1999 ਦੇ ਦੌਰਾਨ, ਕਿਉਂਕਿ ਉਦੋਂ 300 ਸਾਲਾ ਮਨਾਉਣਾ ਸੀ ਖਾਲਸੇ ਦਾ, ਤੇ ਉਦੋਂ ਚਰਚਾ ਇਹ ਚੱਲ ਪਈ ਵੀ 300 ਹੀ ਕਿਤਾਬਾਂ ਪ੍ਰਕਾਸ਼ਿਤ ਕਰਨੀਆਂ। ਫਿਰ ਹੁਣ ਕਹਿ ਤੇ ਦਿੱਤਾ ਵੀ 300 ਕਿਤਾਬਾਂ ਪ੍ਰਕਾਸ਼ਿਤ ਕਰਾਂਗੇ,
ਹੁਣ ਕਿਤਾਬ ਕਿਤੇ ਰਾਤੋਂ ਰਾਤ ਲਿਖੀ ਨਹੀਂ ਜਾਣੀ। ਫਿਰ ਇਹ ਉਹਨਾਂ ਦੀ ਵਰਡਿੰਗ ਹੈ ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਉਹ ਕਹਿੰਦੇ ਵੀ ਯਾਰ ਉਹ ਬਸ ਜਿੰਨੀਆਂ ਕੁ ਹੋਈਆਂ ਇਕੱਠੀਆਂ ਕੁੱਠੀਆਂ ਕਰਕੇ ਉਹ ਪਤਾ ਨਹੀਂ ਕਿੰਨੀਆਂ ਸੀ, ਪਰ 300 ਕਿਤੇ ਵੀ ਨਹੀਂ ਸੀ ਹੈਗੀਆਂ, ਈਵਨ 100 ਵੀ ਨਹੀਂ ਸੀਗੀਆਂ ਜੀ। ਉਹਨਾਂ ਕਿਤਾਬਾਂ ਨੂੰ ਕਹਿੰਦਾ ਵੀ ਉਹ ਪ੍ਰਕਾਸ਼ਿਤ ਕੀਤਾ ਗਿਆ, ਪਰ ਉਹਨਾਂ ਕਿਤਾਬਾਂ ਦੇ ਵਿੱਚ ਜੋ ਕੁਛ ਲਿਖਿਆ ਗਿਆ, ਜਿਵੇਂ ਦਾ ਲਿਖਿਆ ਗਿਆ, ਉਹ ਕੰਨਾਂ ਨੂੰ ਹੱਥ ਲਾਉਣ ਵਾਲਾ। ਉਸ ਤੋਂ ਬਾਅਦ ਉਹਨਾਂ ਨੇ ਲੰਮੀ ਚੌੜੀ ਲੜਾਈ ਵੀ ਲੜੀ। ਉਹਨਾਂ ਦੇ ਕੋਲ ਇੱਕ ਕਾਗਜ਼ ਸੀਗਾ ਜਿਹਦੇ ਵਿੱਚ SGPC ਨੇ ਕਿਹਾ ਜੀ ਹਾਂਜੀ ਇਹ ਵਾਕਿਆ ਗਲਤੀ ਹੋ ਗਈ ਅਤੇ ਆਪਾਂ ਇਸ ਕਿਤਾਬ ਨੂੰ ਵਾਪਸ ਲੈਨੇ। ਹੁਣ ਗੱਲ ਆ ਵੀ ਕਿਤਾਬ ਵਾਪਸ ਕਿੱਦਾਂ ਲਈ ਜਾ ਸਕਦੀ? ਮੰਨ ਲਓ ਕਿਤਾਬ ਤੇ ਚੱਲ ਗਈ ਅਤੇ ਹੁਣ ਜਿਹਦੇ ਕੋਲੇ ਪਈ ਹੈ ਅਗਲੇ ਨੇ ਖਰੀਦ ਕੇ ਮੰਨ ਲਓ ਰੱਖ ਲਈ ਆਪਣੇ ਕੋਲੇ। ਅੱਜ ਤੋਂ ਹੋ ਸਕਦਾ 50 ਸਾਲ ਬਾਅਦ ਅਗਲਾ ਬੰਦਾ ਕਿਤਾਬ ਕੱਢ ਕੇ ਰੱਖੇ, 50 ਸਾਲ ਬਾਅਦ ਇਹਨਾਂ 'ਚੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਵਾਬਦੇਹੀ ਵਾਲੀਆਂ ਨਹੀਂ ਲੱਭਣੀਆਂ। ਅਗਲਾ ਬੰਦਾ ਸਮਝਾਵੇ ਵੀ ਇਹ ਦੇਖੀਏ ਹਿੰਦੀ 'ਚ ਸੀਗੀ ਉਹ, SGPC ने ये किताब में लिखा है कि वो ऐसे थे गुरु साहब। ਹੁਣ ਉਦੋਂ ਬਾਅਦ ਕਿਹੜਾ ਜਾ ਕੇ ਨਵੀਂ ਪੀੜ੍ਹੀ ਨੂੰ ਸਮਝਾਊਗਾ ਵੀ ਕੀ ਹੈ ਅਤੇ ਕੀ ਨਹੀਂ? ਇਸ ਕਰਕੇ ਜ਼ਿੰਮੇਵਾਰੀ ਤਾਂ ਬਣਦੀ। ਮੈਂ ਤਾਂ SGPC ਦੀ ਗੱਲ ਕਰ ਰਿਹਾ ਸੀ ਵੀ ਯਾਰ ਠੀਕ ਆ, ਆਪਾਂ ਨੂੰ ਕੋਲੇ ਬਹੁਤ ਸਾਰੇ ਮਤਲਬ ਐਸੇ ਵਿੰਗ ਨੇ ਜਿਹਦੇ ਵਿੱਚ ਆਪਣੇ ਕੋਲੇ ਟਕੂ ਵਾਲਾ, ਆਪਣੇ ਕੋਲੇ ਗੰਡਾਸੇ ਵਾਲਾ, ਬੰਦੂਕ ਵਾਲਾ, ਧੱਕੇ ਮੁੱਕੇ ਵਾਲਾ, ਸਾਰੀ ਤਰ੍ਹਾਂ ਦੇ ਬੰਦੇ ਹੁੰਦੇ ਆ। ਕੋਈ 5-4 ਬੰਦੇ ਜਿਹੜੇ ਮਤਲਬ ਪੰਜਾਬ ਦੇ ਵਿੱਚ ਜਵਾਕ ਪੜ੍ਹੇ ਲਿਖੇ ਆ, ਉਹਨਾਂ ਦਾ ਇੱਕ ਵਿੰਗ ਬਣਾ ਲਓ ਵੀ ਤੁਹਾਡਾ ਕੋਈ ਕੰਮ ਨਹੀਂ ਪੁੱਤ, ਤੁਸੀਂ ਬਸ ਬਹਿ ਕੇ ਜਿਹੜਾ ਆਪਣਾ ਇਤਿਹਾਸ ਆ ਉਹਨੂੰ ਦਰੁਸਤ ਕਰਨਾ। ਜੇ ਕੋਈ ਸਰਕਾਰ ਮੰਗੇ, ਕੋਈ ਅਦਾਰਾ ਮੰਗੇ, ਕੋਈ ਪ੍ਰਕਾਸ਼ਕ ਮੰਗੇ, ਕੋਈ ਮੰਗੇ, ਉਹਦਾ ਖਰੜਾ ਕੀ ਹੈ ਤੁਸੀਂ ਸੋਧਣਾ। ਤੁਸੀਂ ਆਪਣੇ ਵੱਲੋਂ ਸਾਰਾ ਕੁਝ ਦੇਖ ਕੇ ਵਾਚ ਕੇ ਅਤੇ ਉੱਪਰੋਂ ਅਹੁਦੇਦਾਰਾਂ ਦੀ ਸਹੀ ਪਵਾ ਕੇ ਅਤੇ ਫਿਰ ਉਹਨਾਂ ਨੂੰ ਕਹਿਣਾ ਵੀ ਆਹ ਚੀਜ਼ ਸਹੀ ਹੈ ਜੀ। ਸੰਧਾਲੀਆ ਸਾਹਿਬ ਗੱਲ ਤਾਂ ਤੁਹਾਡੀ ਠੀਕ ਹੈ। ਅਸਲ ਦੇ ਵਿੱਚ ਨਾ ਇੱਕ ਹੁੰਦਾ ਕਿ ਇੱਕ ਪੈਰਾਮੀਟਰ ਜਿਹਾ ਸੈੱਟ ਕਰ ਦੇਣਾ, ਉਹ ਬਹੁਤ ਜ਼ਰੂਰੀ ਹੁੰਦਾ। ਕਈ ਨਾ ਵੀ ਨਹੀਂ ਜੀ ਨਹੀਂ, ਆਹ ਆਪਣੇ ਪਰਿਵਾਰ ਦੇ ਵਿੱਚ ਆਹ ਕੰਮ ਨਹੀਂ ਕਦੇ ਕਿਸੇ ਨੇ ਕੀਤਾ, ਨਹੀਂ ਜੀ ਆਪਣੇ ਪਿੰਡ ਦੇ ਵਿੱਚ ਕਦੇ ਕਤਲ ਨਹੀਂ ਹੋਇਆ, ਆਪਣੇ ਪਿੰਡ ਦੇ ਵਿੱਚ ਕਦੇ ਡਾਕਾ ਨਹੀਂ ਪਿਆ, ਆਪਣੇ ਪਿੰਡ 'ਚ ਨਹੀਂ ਕਦੇ ਚੋਰੀ ਹੋਈ, ਆਪਣੇ ਪਿੰਡ ਦੇ ਵਿੱਚ ਕਦੇ ਲੋਕ ਇੱਦਾਂ ਲੜੇ ਨਹੀਂ, ਸਰਬਸੰਮਤੀ ਨਾਲ ਸਰਪੰਚੀ ਹੁੰਦੀ। ਪੈਰਾਮੀਟਰ ਸੈੱਟ ਹੁੰਦੇ ਨਾ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉਹ ਮਿਆਰ ਜਿਹੜੇ ਆ ਉਹ ਕਦੇ ਤੈਅ ਨਹੀਂ ਹੋਏ, ਮਾਪਦੰਡ ਤੈਅ ਨਹੀਂ ਹੋਏ। ਤੁਸੀਂ ਦੇਖੋ ਕਿ ਇੱਕ ਤੋਂ ਬਾਅਦ ਇੱਕ ਜਿਹੜੀ ਇੱਕ ਮਿਸਾਲੀ ਸਜ਼ਾ ਵਾਲੀ ਗੱਲ ਹੁੰਦੀ ਹੈ। ਉਦਾਹਰਣ ਇੱਕ ਸਿੱਧੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਹ ਧਾਰਮਿਕ ਪੱਧਰ ਤੇ, ਰਾਜਨੀਤਿਕ ਪੱਧਰ ਤੇ, ਪ੍ਰਸ਼ਾਸਨਿਕ ਪੱਧਰ ਤੇ ਹਰ ਪਾਸੇ ਹੁੰਦਾ ਰਿਹਾ। ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ 2 ਨੰਬਰ ਦੇ ਵਿੱਚ ਹੋਟਲਾਂ ਦੀਆਂ ਇਮਾਰਤਾਂ ਬਣੀਆਂ। ਇਹ ਨਹੀਂ ਕਿਹਾ ਕਿ ਉਹ ਕਿਹਦੀ ਗਲਤੀ ਕਰਕੇ ਬਣ ਗਈਆਂ, ਆਖਿਰ ਜੁਰਮਾਨਾ ਦੇ ਦਿਓ ਤੁਹਾਨੂੰ ਰੈਗੂਲਰ ਕਰ ਲੈਣੇ। ਠੀਕ ਹੈ, ਅਸੀਂ ਨਹੀਂ ਕਹਿੰਦੇ ਕਿਸੇ ਦੀਆਂ ਇਮਾਰਤਾਂ ਢਾਓ, ਉਹਨਾਂ ਨੂੰ ਤੁਸੀਂ ਬਣੀਆਂ ਰਹਿਣ ਦਿਓ, ਉਹਨਾਂ ਤੋਂ ਜੁਰਮਾਨਾ ਲੈ ਲਓ, ਉਹਨਾਂ ਤੋਂ ਫੀਸ ਲੈ ਲਓ, ਕੋਈ ਗੱਲ ਨਹੀਂ। ਪਰ ਘੱਟੋ ਘੱਟ ਜਿਹੜਾ ਅਧਿਕਾਰੀ ਉਸ ਵੇਲੇ ਡਿਊਟੀ ਤੇ ਸੀ, ਜਿਹੜਾ ਉਸ ਵੇਲੇ ਸਥਾਨਕ ਸਰਕਾਰਾਂ ਦਾ ਮੰਤਰੀ ਸੀ, ਜਿਹੜਾ ਜ਼ਿਲ੍ਹੇ ਦਾ DC ਸੀ, ਕਿਸੇ ਦੀ ਜ਼ਿੰਮੇਵਾਰੀ ਤਾਂ ਤੈਅ ਕਰੋ ਕਿ ਭਾਈ ਤੂੰ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਤਨਖਾਹ ਲੈਂਦਾ ਸੀ, ਤੇਰੇ ਨੱਕ ਥੱਲੇ ਆ ਬਣੀਆਂ ਇਮਾਰਤਾਂ ਨਹੀਂ ਢਾਉਣ ਲੱਗੇ, ਉਹਨਾਂ ਨੂੰ ਅਸੀਂ ਨਿਯਮਤ ਕਰ ਦਿੰਨੇ ਆ, ਪਰ ਘੱਟੋ ਘੱਟ ਤੇਰੀ ਜ਼ਿੰਮੇਵਾਰੀ ਤੈਅ ਕਰਕੇ ਤੇਰੇ ਤੇ ਕਾਰਵਾਈ ਹੋਏਗੀ, ਤਾਂ ਜੋ ਅੱਗੇ ਤੋਂ ਕੋਈ ਵੀ ਅਫਸਰ, ਕੋਈ ਵੀ ਅਧਿਕਾਰੀ ਇਹ ਕੰਮ ਹੋਣ ਨਾ ਦੇਵੇ। ਪਰ ਨਾ, ਸ਼ਹਿਰਾਂ ਦੇ ਆਲੇ ਦੁਆਲੇ ਕਲੋਨੀਆਂ ਬਣੀਆਂ ਨਜਾਇਜ਼। ਸਾਰੀ ਕੈਪਟਨ ਸਾਹਿਬ ਦੀ ਸਰਕਾਰ, ਬਾਦਲ ਸਾਹਿਬ ਦੀ ਸਰਕਾਰ, ਕਲੋਨੀਆਂ ਨੂੰ ਨਿਯਮਤ ਕਰਨ ਦੀ ਨਵੀਂ ਨੀਤੀ ਆਈ, ਇੰਨੀ ਫੀਸ, ਇੰਨਾ ਜੁਰਮਾਨਾ, ਆਹ ਪੈਸੇ ਇੱਥੇ ਲਾ ਦਿਆਂਗੇ। ਇੱਕ ਵੀ ਲੀਡਰ ਨੇ ਇਹ ਬਿਆਨ ਨਹੀਂ ਦਿੱਤਾ ਕਿ ਭਾਈ ਉਹ ਨਜਾਇਜ਼ ਕਲੋਨੀਆਂ ਜਿਹਦੇ ਨੱਕ ਹੇਠ ਬਣੀਆਂ, ਸਥਾਨਕ ਸਾਰੇ ਅਧਿਕਾਰੀ ਅਸੀਂ ਸਸਪੈਂਡ ਕਰਾਂਗੇ, ਬਰਖਾਸਤ ਕਰਾਂਗੇ, ਜਿਹਨੂੰ ਤੋਂ ਪੁੱਛਾਂਗੇ ਕਿ ਤੁਹਾਡੇ ਤੇ ਦਬਾ ਕਿਹਦਾ ਸੀ। ਇਦਾਂ ਹੀ ਬੁੱਢਾ ਨਾਲਾ ਸਤਲੁਜ 'ਚ ਪੈਂਦਾ, ਬੜੇ ਲੋਕਾਂ ਨੇ ਰੌਲਾ ਪਾਇਆ ਕਿ ਭਾਈ ਬਿਮਾਰੀਆਂ ਦਾ ਘਰ ਬਣੀ ਜਾਂਦਾ। ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਉੱਤੇ ਰੁਪਈਏ ਲਾਈ ਜਾਂਦੇ ਆ, ਇਹ ਦੇਖਦੇ ਨਹੀਂ ਕਿ ਗੰਦ ਕੌਣ ਸਿੱਟਦਾ ਉਹਦੇ ਵਿੱਚ, ਕਿਉਂਕਿ ਤੁਸੀਂ ਅੱਗੇੋਂ ਸਾਫ਼ ਕਰ ਦਿਓਗੇ, ਪਿੱਛੋਂ ਕੈਮੀਕਲ ਵਾਲਾ ਪਾਣੀ ਫਿਰ ਵਿੱਚ ਡਿੱਗੀ ਜਾਂਦਾ। ਉਹ ਮੋਗਾ ਤੁਸੀਂ ਬੰਦ ਹੀ ਨਹੀਂ ਕਰਦੇ। ਜਿਹੜੇ ਬੰਦੇ ਦੀ ਪ੍ਰਦੂਸ਼ਣ ਕੰਟਰੋਲ ਕਰਨ ਦੀ ਉੱਥੇ ਡਿਊਟੀ ਆ, ਉਹਦੀ ਜ਼ਿੰਮੇਵਾਰੀ ਤੈਅ ਹੀ ਨਹੀਂ ਕਰਦੇ। ਜਾਂ ਉਹਨੂੰ ਪੁੱਛੋ ਕਿ ਤੇਰੇ ਤੇ ਪ੍ਰੈਸ਼ਰ ਕਿਹਦਾ ਕਿ ਭਾਈ ਆ ਫੈਕਟਰੀ ਦਾ ਪਾਣੀ ਤੋਂ ਅੰਦਰ ਆਉਣ ਤੋਂ ਡਿੱਗਣੋਂ ਬਚਾਉਣਾ, ਉਹ ਜੇ ਤੈਅ ਨਹੀਂ ਕਰਨੀ ਤਾਂ ਫਿਰ ਅਗਲੇ ਵਾਲੇ ਨੇ ਵੀ ਕਹਿਣਾ ਕੋਈ ਗੱਲ ਨਹੀਂ, ਤੂੰ ਖਿੱਚ ਦੇ ਕੰਮ ਨੂੰ, ਮੁੜ ਕੇ ਇਹ ਨਿਯਮਤ ਕਰ ਦੇਣੀ ਆ, ਮੈਨੂੰ ਕਹਿਣਾ ਨਹੀਂ, ਬੜੀ ਹੱਦ ਬਦਲੀ ਕਰ ਦੇਣਗੇ। ਸੋ ਕਿਤੇ ਨਾ ਕਿਤੇ ਚਾਹੇ ਧਾਰਮਿਕ ਪੁਸਤਕਾਂ ਨੇ, ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਨੇ, ਜਦੋਂ ਇੱਕ ਵਾਰੀ ਗਲਤੀ ਹੋ ਗਈ ਸੀ, ਐਸੀ ਮਿਸਾਲੀ ਸਜ਼ਾ ਹੁੰਦੀ, ਐਸੀ ਕਾਰਵਾਈ ਹੁੰਦੀ ਕਿ ਮੁੜ ਕੇ ਕਿਸੇ ਦਾ ਹੌਸਲਾ ਨਾ ਪੈਂਦਾ, ਚਾਹੇ ਉਹ ਨਿੱਜੀ ਪ੍ਰਕਾਸ਼ਕ ਹੈ, ਚਾਹੇ ਸਰਕਾਰੀ ਪੱਧਰ ਦੇ ਉੱਤੇ ਚੀਜ਼ਾਂ ਪ੍ਰਕਾਸ਼ਿਤ ਹੁੰਦੀਆਂ, ਫਿਰ ਨਾ ਗੁਰੂ ਸਾਹਿਬਾਨ ਦੇ ਬਾਰੇ ਕੋਈ ਗਲਤ ਚੀਜ਼ ਛਪਦੀ, ਨਾ ਇਤਿਹਾਸ ਦੇ ਬਾਰੇ ਕੋਈ ਗਲਤ ਚੀਜ਼ ਛਪਦੀ, ਸਾਰਾ ਕੁਝ ਦਰੁਸਤ ਹੁੰਦਾ। ਪਰ ਨਾ, ਅਸੀਂ ਮਾਪਦੰਡ ਤੈਅ ਹੀ ਨਹੀਂ ਕਰਨੇ, ਪੈਰਾਮੀਟਰ ਸੈੱਟ ਹੀ ਨਹੀਂ ਕਰਨੇ, ਫਿਰ ਆਹ ਕੁਛ ਹੀ ਹੋਣਾ। ਮੈਨੂੰ ਲੱਗਦਾ ਵੀ ਇਹ ਨਾ ਇੱਕ ਤਰ੍ਹਾਂ ਨਾਲ ਇੱਦਾਂ ਜੇ ਕੰਮ ਬਣ ਗਿਆ ਵੀ ਕਿਸੇ ਵੀ ਚੀਜ਼ ਦਾ ਇੱਕ ਤਰ੍ਹਾਂ ਹੁੰਦਾ ਨਾ, ਪਰਾਲੀ, ਜੇ ਕਦੇ ਪਰਾਲੀ ਦੀ ਧੂਣੀ ਸੇਕੀ ਇਹਦੇ ਤੇ ਪਰਾਲੀ ਦੇ ਕੱਖ ਜੇ ਰੱਖ ਉੱਤੇ ਨਾ, ਤੇ ਨਾਲ ਇੱਕ ਇਹਦਾ ਮੈਂ ਭਵਾਕਾ ਇਹਦੇ ਨਾਲ ਕਿ ਅੱਗ ਬਲਦੀ, ਉਦੋਂ ਬਾਅਦ ਬਸ ਨਾਲ ਦੀ ਨਾਲ ਹੀ ਉਹ ਠੰਡਾ ਹੋ ਜਾਂਦਾ ਕੰਮ।
ਇਹ ਬਹੁਤ ਸਾਰੇ ਮਸਲੇ ਨੇ। ਇਹ ਹੈ ਤਾਂ ਵੈਸੇ ਬੜੀ ਸੰਜੀਦਾ ਗੱਲ ਕਿ ਵੀ ਯਾਰ ਇਹਨਾਂ ਨੂੰ ਜਿਹੜੇ ਲੋਕ ਵੀ ਇਸ ਵਕਤ ਉਹਨਾਂ ਕੁਰਸੀਆਂ 'ਤੇ ਬਿਰਾਜਮਾਨ ਨੇ, ਜਿਨ੍ਹਾਂ ਕੋਲੇ ਉਹ ਪਾਵਰ ਹੈ, ਜ਼ਰੂਰ ਸੋਚਣ। ਕਿਉਂਕਿ ਪਿਛਲੇ ਸਮੇਂ 'ਚ ਆਪਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਦੇਖੀਆਂ, ਚਾਹੇ ਉਹ ਕੋਈ ਐਨੀਮੇਟਡ ਫਿਲਮਾਂ ਦਾ ਰੌਲਾ ਹੋਵੇ, ਜਾਂ ਕਿਸੇ ਫਿਲਮ ਦੇ ਵਿੱਚ ਕਿਸੇ ਰੂਪ ਨੂੰ ਦਰਸਾਉਣ ਦੀ ਗੱਲ ਹੋਵੇ, ਜਾਂ ਕਿਸੇ ਇਤਿਹਾਸ ਨਾਲ ਇੱਧਰ ਉੱਧਰ ਦੀ ਗੱਲਬਾਤ ਕੀਤੀ ਹੋਵੇ। ਜੋ ਚੀਜ਼ ਦੱਸੀ ਗਈ, ਵਿਖਾਈ ਗਈ, ਲਿਖੀ ਗਈ, ਉਹ ਕਿਤੇ ਮੈਚ ਨਹੀਂ ਕਰਦੀ। ਉਹ ਚੰਦ ਦਿਨਾਂ ਦਾ ਰੌਲਾ ਹੁੰਦਾ, ਐਂਡ ਉਹਦੇ ਤੋਂ ਬਾਅਦ ਸਮੁੱਚੀ ਦੁਨੀਆ 'ਚ ਬੈਠੀ ਸਿੱਖ ਸੰਗਤ ਦੇਖਦੀ ਹੈ ਵੀ ਉਹ ਚੀਜ਼ ਉਸੇ ਤਰ੍ਹਾਂ ਹੀ ਚੱਲਦੀ ਹੈ। ਉਹ ਜਾਂ ਤਾਂ ਇਹ ਕੀਤਾ ਜਾਂਦਾ ਵੀ ਹਾਂ ਹੁਣ ਕੋਈ ਨਹੀਂ, 2 ਦਿਨ ਦੱਬੀ ਰਹਿੰਦੇ, ਗੱਲ ਮੁੜ ਕੇ ਹੌਲੀ ਜਿਹੀ ਕਰ ਲਿਆਵਾਂਗੇ। ਇਹ ਜੇ ਐਟੀਟਿਊਡ ਰੱਖਿਆ ਗਿਆ ਤਾਂ ਹੋ ਸਕਦਾ ਬੰਦੇ ਨੂੰ ਅੱਜ, ਜਿੱਦਾਂ ਤੁਸੀਂ ਕਿਹਾ ਕਿ ਯਾਰ ਟੈਕਸ ਪੇਅਰ ਦਾ ਪੈਸਾ, ਇਸ ਮਾਮਲੇ 'ਚ ਆਪਾਂ ਇਹ ਵੇਖ ਲੈਂਦੇ ਵੀ ਸ਼ਰਧਾਲੂਆਂ ਦਾ ਚੜਾਵਾ ਹੋ ਸਕਦਾ। ਸ਼ਰਧਾਲੂ ਤੇ ਨਜ਼ਰ ਆਉਂਦਾ ਨੇ ਵੀ ਅਗਲਾ 10 ਟੇਕ ਕੇ ਗਿਆ, 15 ਟੇਕ ਕੇ ਗਿਆ ਜੀ, ਪਰ ਜਿਹਨੇ ਕੋਈ ਆਪਣਾ ਕੰਮ ਕਢਾਉਣਾ ਹੁੰਦਾ ਅਗਲਾ ਤੇ ਕਹਿੰਦਾ ਵੀ ਗਿਣ ਲਓ ਜੀ, ਬੈਠਾ ਮੈਂ ਹੈ ਨਾ, ਪੂਰੇ ਕਰ ਲਓ। ਆਹ ਫਰਕ ਇਹ ਹੈ ਵੀ ਹੁਣ ਉਹ ਤਾਂ ਨਹੀਂ ਕਿਤੇ ਕਾਰਨ ਹੈਗਾ, ਪਰ ਕੋਈ ਵੀ ਕਾਰਨ ਹੈ ਐਟਲੀਸਟ ਇਹ ਚੀਜ਼ਾਂ ਨਾ ਹੋਣ। ਕਿਉਂਕਿ ਹੋ ਸਕਦਾ ਕਿ ਆਪਾਂ ਨੂੰ ਇਹ ਜਾਪਦਾ ਹੋ ਵੀ ਕੋਈ ਗੱਲ ਨਹੀਂ ਯਾਰ, ਕੀ ਫਰਕ ਪੈਂਦਾ, ਮੈਂ ਕਿਹੜਾ ਵੀ ਉੱਥੇ ਰਹਿਣਾ, ਮੈਂ ਇੰਨੀ ਤਰੀਕ ਨੂੰ ਰਿਟਾਇਰ ਹੋ ਜਾਣਾ। ਪਰ ਆਪਾਂ ਇਹ ਨਾ ਸੋਚੀਏ, ਆਪਾਂ ਇਹ ਸੋਚੀਏ ਵੀ ਅੱਜ ਤੋਂ 50 ਸਾਲ ਬਾਅਦ, ਯਾਨੀ ਕਿ 5 ਦਹਾਕੇ ਬਾਅਦ ਬਿਲਕੁਲ ਹੀ ਟੋਟਲ ਨਵੀਂ ਦੁਨੀਆ ਹੋਣੀ ਹੈ। ਪਰ ਉਦੋਂ ਇਹ ਰਿਕਾਰਡ, ਉਦੋਂ ਇਹ ਚੀਜ਼ਾਂ ਸਾਰੀਆਂ ਉੱਥੇ ਹੋਣਗੀਆਂ, ਅਤੇ ਹੋ ਸਕਦਾ ਇਹਨਾਂ ਦਾ ਹਵਾਲਾ ਦੇ ਕੇ ਕੱਲ੍ਹ ਨੂੰ ਉਹਨਾਂ ਦੇ ਨਿਆਣਿਆਂ ਨੂੰ ਕੋਈ ਝੂਠਿਆਂ ਸਾਬਤ ਕਰੀਏ, ਲੈ ਤੁਸੀਂ ਕਮਾਲ ਕਰਦੇ ਹੋ, ਤੁਹਾਡੇ ਆਪਣੇ ਬਾਪੂ ਹੋਰਾਂ ਦੇ ਹੁੰਦੇ ਆ ਕੁਛ ਹੋਇਆ ਉਦੋਂ, ਫਿਰ ਕੀ ਕਰਾਂਗੇ? ਨਹੀਂ, ਬਿਲਕੁਲ ਸੰਧਾਲੀਆ ਸਾਹਿਬ, ਗੱਲ ਤੁਹਾਡੀ ਦਰੁਸਤ ਆ। ਤੇ ਹੁਣ ਥੋੜੀ ਜਿਹੀ ਆਪਾਂ ਚਰਚਾ ਜਿਹੜੀ ਹੈ ਦੂਸਰੇ ਪਾਸੇ ਨੂੰ ਜੇ ਮੋੜੀਏ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ। ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧੀਨ ਪੰਜਾਬ 'ਚ ਬੜੇ ਪ੍ਰੋਜੈਕਟ ਆਉਂਦੇ ਆ, ਹੋਰਨਾਂ ਸੂਬਿਆਂ ਦੇ ਵਿੱਚ ਵੀ ਆਉਂਦੇ ਆ। ਪੰਜਾਬ ਦੀ ਠੋਕਵੀਂ ਤੇ ਇੱਕ ਤਰ੍ਹਾਂ ਦੀ ਰਿਜ਼ਰਵ ਹਿੱਸੇਦਾਰੀ ਹੁੰਦੀ ਸੀ ਕਿ ਭਾਈ ਆਹ ਪੋਸਟ ਦੇ ਉੱਤੇ ਪੰਜਾਬ ਦਾ ਹੀ ਬੰਦਾ ਲੱਗੂਗਾ, ਜਾਣੀ ਐਨ ਖੜਕਵਾਂ ਯੋਗਦਾਨ। ਤੇ ਜਦੋਂ ਕਿਸਾਨ ਅੰਦੋਲਨ ਚੱਲਿਆ, ਉਦੋਂ ਇੱਕ ਟਰਮ, ਇੱਕ ਮੱਦ ਜਿਹੜੀ ਬਾਰ-ਬਾਰ ਵਰਤੀ ਗਈ ਸੀ, ਉਹ ਸੀ ਸੰਘੀ ਢਾਂਚਾ, ਸੂਬਿਆਂ ਦੇ ਅਧਿਕਾਰ, ਜਿਹੜੀ ਇੱਕ ਕੇਂਦਰੀਕਰਨ ਦੀ ਪ੍ਰਵਿਰਤੀ ਹੈ ਕਿ ਸਾਰਾ ਕੁਝ ਕੇਂਦਰ ਦੇ ਇਰਦ ਗਿਰਦ ਖੜਾ ਹੋ ਜਾਵੇ, ਵੀ ਉਹ ਨਾ ਹੋਵੇ, ਸੂਬਿਆਂ ਦੇ ਅਧਿਕਾਰ ਸੁਰੱਖਿਅਤ ਰਹਿਣੇ ਚਾਹੀਦੇ ਆ। ਜਿੰਨੀ ਦੇਰ ਕਿਸਾਨ ਅੰਦੋਲਨ ਚੱਲਿਆ, ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ ਠੋਕ ਵਜਾ ਕੇ ਉੱਤੇ ਪਹਿਰਾ ਦਿੰਦੇ ਰਹੇ। ਜਿੱਦਾਂ ਹੀ ਕਿਸਾਨ ਅੰਦੋਲਨ ਖਤਮ ਹੋਇਆ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਈਆਂ, ਕਿਸੇ ਨੇ ਭੋਗ ਨਹੀਂ ਪਾਇਆ ਉਸ ਗੱਲ ਦਾ। ਕਿਹੜੀ ਸਿਆਸੀ ਪਾਰਟੀ ਹੈ ਜਿਹਨੇ ਇਸ ਗੱਲ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਪਹਿਲੀ ਮੱਦ 'ਚ ਲਿਖਿਆ ਹੋਵੇ, ਜਾਂ ਆਪਣੀਆਂ ਰੈਲੀਆਂ ਦੇ ਭਾਸ਼ਣ ਦੇ ਵਿੱਚ ਇਹ ਗੱਲ ਕੀਤੀ ਹੋਵੇ ਕਿ ਭਾਈ ਪੰਜਾਬ ਦਾ ਤਾਂ ਸਰਦਾ ਹੈ ਜੇ ਸੂਬਿਆਂ ਦੇ ਅਧਿਕਾਰ ਸੁਰੱਖਿਅਤ ਰਹਿਣਗੇ? ਕਿਸੇ ਨੇ ਰੌਲਾ ਹੀ ਨਹੀਂ ਪਾਇਆ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਮਸਲਾ ਹੈ। ਹੁਣ ਤੁਸੀਂ ਦੇਖੋ, ਵੋਟਾਂ ਪੈ ਗਈਆਂ, ਤੇ ਪਹਿਲਾ ਕੰਮ ਜਿਹੜਾ ਹੋਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB, ਉਹਦੇ ਵਿੱਚ ਅੱਗੇ ਜਿਹੜਾ ਕੰਮ ਹੁੰਦਾ ਸੀ ਊਰਜਾ ਵਾਲਾ, એનર્ਜੀ ਵਾਲਾ, ਬਿਜਲੀ ਵਾਲਾ, ਉਹਦੇ ਵਿੱਚ ਜਿਹੜੀ ਇੱਕ ਪੋਸਟ ਪੰਜਾਬ ਦੇ ਲਈ ਪੱਕੀ ਹੁੰਦੀ ਸੀ, ਸੰਚਾਰੀ ਵਾਲੀ ਹਰਿਆਣੇ ਲਈ ਪੱਕੀ ਹੁੰਦੀ ਸੀ। ਹੁਣ ਜਿਹੜੇ ਸੋਧੇ ਹੋਏ 2022 ਦੇ ਨਿਯਮ ਬਣਾਏ ਆ ਕੇਂਦਰ ਨੇ, ਉਹਦੇ ਵਿੱਚ ਕਹਿਤਾ ਕਿ ਪੱਕੀ ਪੁੱਖੀ ਵਾਲੀ ਗੱਲ ਕੋਈ ਨਹੀਂ, ਖੇਡੋ ਤੇ ਪੰਜਾਬ ਇੰਨਾ ਕਿੰਨਾ ਖੇਡ ਲਓ। ਯਾਨੀ ਮੋਟੇ ਤੌਰ ਤੇ ਮੰਨਿਆ ਜਾ ਰਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਇੱਕ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਲਾਂਭੇ ਕਰ ਦਿੱਤਾ ਗਿਆ। ਪਹਿਲਾ ਝਟਕਾ। ਚੰਡੀਗੜ੍ਹ ਦੇ ਵਿੱਚ ਬਿਜਲੀ ਬੋਰਡ ਦੀ ਹੜਤਾਲ ਚੱਲੀ ਕਰਮਚਾਰੀਆਂ ਦੀ, ਲੋਕਾਂ ਨੇ ਸਾਥ ਦਿੱਤਾ, 2 ਦਿਨ ਹੀ ਚੱਲੀ, 3 ਦਿਨ ਚੱਲਣੀ ਸੀ। ਸੰਧਾਲੀਆ ਸਾਹਿਬ, ਚੰਡੀਗੜ੍ਹ ਦੇ ਉੱਤੇ ਪੰਜਾਬ ਆਪਣਾ ਹੱਕ ਮੰਨਦਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ। ਹੁਣ ਚੰਡੀਗੜ੍ਹ ਦਾ ਬਿਜਲੀ ਬੋਰਡ ਹੋਵੇ, ਉਹਦਾ ਨਿੱਜੀਕਰਨ ਕਰਨਾ ਹੋਵੇ, ਪੰਜਾਬ ਨੂੰ ਕਿਸੇ ਨੇ ਪੁੱਛਿਆ ਥੋੜ੍ਹਾ। ਯਾਨੀ ਤੁਸੀਂ ਆਪਣੇ ਦਫ਼ਤਰ ਚੰਡੀਗੜ੍ਹੋਂ ਬਾਹਰ ਲੈ ਆਏ, ਤੁਸੀਂ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹਨੂੰ ਵੇਲੇ ਸਿਰ ਪੈਸੇ ਨਹੀਂ ਦਿੰਦੇ। ਤੁਹਾਡੀ ਚੰਡੀਗੜ੍ਹ ਦੇ ਵਿੱਚ ਜੇ ਅਫਸਰ ਜਿੰਨੇ 60% ਪੰਜਾਬ ਦੇ ਚਾਹੀਦੇ, 40 ਹਰਿਆਣੇ ਦੇ, ਜੇ ਤੁਹਾਡੇ 60 ਨਹੀਂ ਲੱਗਦੇ, ਤੁਸੀਂ ਇਤਰਾਜ਼ ਹੀ ਨਹੀਂ ਕਰਦੇ, ਕਿਉਂਕਿ ਤੁਹਾਡੇ ਕੋਲੇ ਆਪਣੇ ਥੋੜੇ ਆ। ਤੇ ਹੁਣ ਅਗਲਿਆਂ ਨੇ ਬਿਜਲੀ ਬੋਰਡ ਵੀ ਉੱਥੇ ਦਾ ਪ੍ਰਾਈਵੇਟ ਕਰਨਾ ਸੀ, ਤੁਹਾਨੂੰ ਥੋੜੀ ਪੁੱਛਿਆ। ਇਹਦਾ ਮਤਲਬ ਹੈ ਕਿ ਚੰਡੀਗੜ੍ਹ ਦੇ ਵਿੱਚੋਂ ਵੀ ਪੂੰਝੇ ਜਾ ਰਹੇ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਵੀ ਪੂੰਝੇ ਜਾ ਰਹੇ ਹੈ। ਫਿਰ ਠੀਕ ਹੈ, ਪੰਜਾਬੀ ਪੰਜਾਬ 'ਚ ਲਾਗੂ ਕਰਿਓ, ਕੋਈ ਗੱਲ ਨਹੀਂ। ਕੋਠੀ ਹੈਗੀ ਨਾ ਉੱਥੇ ਉਹਨਾਂ ਦੀ, ਸਾਰਿਆਂ ਦੀਆਂ ਹੈਗੀਆਂ, ਗਾਂ ਹੋ ਸਕਦਾ ਅਗਲਾ ਪ੍ਰਬੰਧ ਵੀ ਆਪਣੇ ਹਿਸਾਬ ਨਾਲ ਸੈਟਿੰਗ ਹੋਵੇ, ਕੋਈ ਰੌਲਾ ਨਹੀਂ। ਇਹ ਕਰਕੇ ਕੋਠੀ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ, ਬਾਕੀ ਤਾਂ ਚੱਲਦੀ ਰਹਿੰਦੀ ਦੁਨੀਆ ਤੇ। ਸੋ ਕਮਾਲ ਕਰਦਾ। ਤੁਸੀਂ ਇਹ ਦੇਖੋ WhatsApp, ਆ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਇਹ ਤਾਂ ਉਹ ਵਾਲੀਆਂ ਬਰੀਕੀਆਂ ਨੇ ਜਿਹੜੀਆਂ ਮੇਰੇ ਖਿਆਲ ਐਂਡ ਤੇ ਜਾ ਕੇ ਵਿਚਾਰਨ ਵਾਲੀਆਂ। ਇਹਦੋਂ ਬੜੀਆਂ ਬਰੀਕੀਆਂ ਦੇ ਉੱਪਰ ਕਿੰਨਾ ਕੁ ਧਿਆਨ ਕਦੇ ਕੋਈ ਦਿੱਤਾ ਜਾਂਦਾ। ਤੇ ਹੁਣ ਆਪਾਂ ਇਹ ਭਾਲੀਏ ਵੀ ਹਾਂਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਸ ਤੋਂ ਬਾਅਦ ਫਿਰ ਉਹਨਾਂ ਦੇ ਕਰਮਚਾਰੀਆਂ ਦੀ ਲਿਸਟ, ਉਹਦੇ ਹਿਸਾਬ ਨਾਲ ਕਾਨੂੰਨਾਂ ਦੇ ਹਿਸਾਬ ਨਾਲ ਕਿਹੜੀ ਪੋਸਟ ਵੰਡ ਦੇ ਹਿਸਾਬ ਨਾਲ ਕੈਲਕੂਲੇਟ ਕਰਕੇ, ਉਹ ਅੱਛਾ ਯਾਰ ਇੱਥੇ 2 ਬੰਦੇ ਆਪਣੇ ਚਾਹੀਦੇ ਸੀ, ਇਹਨਾਂ ਦਾ ਕੀ ਹਿਸਾਬ? ਉਹਦੇ ਨਾਲੋਂ ਚੰਗਾ ਨੇ ਬੰਦਾ ਹਿਸਾਬ ਲਿਆ, ਅੱਛਾ ਠੇਕੇ ਇੰਨੇ ਤੇ ਰੇਤਾ ਇੰਨੇ, ਖੰਡ ਇੰਨੀ, ਤੇ ਟਿੱਪਰ ਤੇ ਟਰਾਲੇ ਤੇ। ਨਹੀਂ ਸੰਧਾਲੀਆ ਸਾਹਿਬ, ਹੁਣ ਵੇਲੇ ਹੀ ਨੇ ਹੈ ਕਿੱਥੇ ਵੇਲੇ ਯਾਰ? ਮੈਂ ਪਹਿਲਾਂ ਤਾਂ ਦੱਸ ਕਿਹੜਾ ਵੇਲ ਕਿੱਥੇ ਹੈਗਾ, ਉਹੀ ਗੱਲਾਂ ਕਰੀ ਚਲੋ 2 ਦਿਨ ਕੱਢ ਲੈਣ, ਹੁਣ ਇਕੱਠੇ ਹੋ ਕੇ ਕੇਂਦਰ ਕੋਲ ਚਲੇ ਜਾਣ ਕਿ ਭਾਈ ਸਾਨੂੰ ਕੋਈ ਛੱਡ ਦਿਓ। ਜੇ ਅਜੇ ਵੀ ਹੁਣ ਨਾ ਤਾਂ ਚੋਣ ਪ੍ਰਚਾਰ ਹੈ, ਨਾ ਚੋਣ ਜ਼ਾਬਤਾ ਹੈ, ਨਾ ਕਿਸਾਨ ਅੰਦੋਲਨ ਹੈ, ਹੁਣ ਤਾਂ ਕੁਝ ਵੀ ਨਹੀਂਗਾ।
ਘਰੇ ਵੇਲੇ ਬੈਠੇ ਤੇ ਰਲ ਕੇ ਜੇ ਹੁਣ ਵੀ ਨਹੀਂ ਜਾਂਦੇ ਤਾਂ ਪੰਜਾਬ ਦੇ ਲੋਕ ਅਸਲ ਸੱਚ ਸਮਝਣਗੇ। ਮੈਂ ਕੋਸ਼ਿਸ਼ ਕਰਦਾ ਇੱਥੋਂ ਜੇ ਸਾਨੂੰ ਕੈਨੇਡਾ 'ਚੋਂ ਬ੍ਰਹਮੀ ਬੂਟੀ ਮਿਲੇ ਆਂਦੇ ਉਹ ਦਿਮਾਗ ਲਈ ਚੰਗੀ ਤੁਹਾਨੂੰ ਆ ਘੋਲ ਕੇ ਥੋੜ੍ਹੀ ਪਿਆ ਕਰਨੀ। 2 ਦਿਨ ਨਹੀਂ ਹੋਏ ਅਜੇ ਅਮਿਤ ਸ਼ਾਹ ਹੋਰਾਂ ਦਾ ਬਿਆਨ ਆਇਆ ਹੀ ਹੈ ਨਾ ਵੀ ਪੰਜਾਬ 'ਚ ਕਿਸੇ ਇੱਕ ਪਾਰਟੀ ਦੀ ਸਰਕਾਰ ਨਹੀਂ ਬਣਨੀ, ਰਲ ਮਿਲ ਕੇ ਜੇ ਸਰਕਾਰ ਬਣਨੀ। ਕੇਂਦਰ ਦੇ ਲੀਡਰ ਨੇ, ਗ੍ਰਹਿ ਮੰਤਰੀ ਸਾਹਿਬ ਨੇ। ਹੁਣ ਜਦੋਂ ਉਹਨਾਂ ਨੇ ਗੱਲ ਕਹੀ ਹੈ ਜੀ ਤੇ ਪੰਜਾਬ ਦੇ ਲੀਡਰ ਇੱਥੋਂ ਇਕੱਠੇ ਹੋ ਕੇ ਆਖਣੇ ਜੀ ਉਹ ਜੀ ਅਸੀਂ ਫਿਰ BBMB ਦੇ ਵਿੱਚ ਆਪਣਾ ਬੰਦਾ ਰਖਾਉਣਾ, ਤੇ ਅਗਲੇ ਆਖਣਾ ਵੀ ਬੰਦਾ ਉੱਥੇ ਰਖਾਉਣਾ ਕਿ ਵਿਧਾਨ ਸਭਾ 'ਚ ਜਾਣਾ। ਲੈ ਦੱਸ ਹੁਣ ਇਹ ਕਰਕੇ ਕਾਰਨ ਆ ਵੀ ਬਸ ਇੱਕ ਹੁੰਦਾ ਵੀ ਢੱਕੀ ਰਿੱਝਣ ਦਿਓ, ਇਹ ਕਹਿੰਦਾ 2-3 ਚਪਣੀਆਂ ਉੱਤੇ ਰੱਖਦੇ ਧੂਆਂ ਉਹਨਾਂ ਨਿਕਲੇ ਬਾਹਰ ਬਸ ਉਦੋਂ ਹੀ ਪਤਾ ਲੱਗੇ ਵੀ ਲੈ ਬਣ ਗਈ ਉਹ ਖੀਰ। ਹੁਣ ਚਲੋ ਸੰਧਾਲੀਆ ਸਾਹਿਬ, ਦੀਪ ਸਿੱਧੂ ਹੋਰਾਂ ਵਾਲੇ ਪਾਸੇ ਚੱਲਦੇ ਹਾਂ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਦੀਪ ਸਿੱਧੂ ਹੋਰਾਂ ਦੇ ਲਈ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਕਈ ਦਿਨ ਪਹਿਲਾਂ ਹੀ ਸੱਦਾ ਪੱਤਰ ਸੰਗਤ ਨੂੰ ਦੇਣੇ ਸ਼ੁਰੂ ਕਰਤੇ ਸੀ ਕਿ ਭਾਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹੁਮ ਹਮਾ ਕੇ ਪੁੱਜੋ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਤੋਂ, ਉੱਤਰ ਪ੍ਰਦੇਸ਼ ਤੋਂ, ਉੱਤਰਾਖੰਡ ਤੋਂ, ਹਰਿਆਣੇ ਤੋਂ, ਦਿੱਲੀ ਤੋਂ, ਬਹੁਤ ਸਾਰੇ ਪਾਸਿਆਂ ਤੋਂ ਆਪ ਮੁਹਾਰੇ ਲੋਕ ਆਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਉੱਥੇ ਸੀ। ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤਾਂ ਪਹੁੰਚਣਾ ਹੀ ਸੀ, ਹੋਰ ਬਹੁਤ ਸਾਰੀਆਂ ਨੁਮਾਇੰਦਾ ਜਥੇਬੰਦੀਆਂ ਸੀ। ਉੱਥੇ ਦੀਪ ਸਿੱਧੂ ਹੋਰਾਂ ਦਾ ਪਰਿਵਾਰ ਆਇਆ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕੁਝ ਇੱਕ ਲੋਕਾਂ ਨੇ, ਜਥੇਬੰਦੀਆਂ ਨੇ ਉੱਥੋਂ ਮੰਗ ਵੀ ਕੀਤੀ ਕਿ ਭਾਈ ਦੀਪ ਸਿੱਧੂ ਦੀ ਜਿਸ ਤਰੀਕੇ ਮੌਤ ਹੋਈ ਹੈ ਉਹ ਸਾਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਸੱਚ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ। ਵੱਖ-ਵੱਖ ਤਰ੍ਹਾਂ ਦੇ ਵਿਚਾਰ ਸੀ, ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੇ ਲੋਕ ਦੀਪ ਸਿੱਧੂ ਹੋਰਾਂ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਉਹ ਜ਼ਿਆਦਾ ਉੱਭਰੇ ਸੀ, ਉਹਨਾਂ ਦੇ ਨਾਲ ਜੁੜੇ ਸੀ, ਉਹਨਾਂ ਨੇ ਪਿੱਠ ਨਹੀਂ ਦਿਖਾਈ। ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ ਸ਼ਰਧਾਂਜਲੀ ਸਮਾਗਮ ਦੇ ਵਿੱਚ ਆਪਣੇ ਜ਼ਰੂਰ ਨੇ। ਪਰ ਮੁਸ਼ਕਿਲ ਇਹ ਆ ਵੀ ਉਹਦੇ ਤੋਂ ਬਾਅਦ ਜਿਵੇਂ ਸਾਰਾ ਕੁਝ ਚੁੱਪ ਹੋ ਗਿਆ, ਉਹ ਵਾਰ-ਵਾਰ ਸ਼ੱਕ ਕਈ ਤਰ੍ਹਾਂ ਦੇ ਪੈਦਾ ਕਰਦਾ ਨਾ। ਮਤਲਬ ਨਾ ਤਾਂ ਕੋਈ ਜਾਂਚ ਵਾਲੀ ਗੱਲ ਹੀ ਕਿਤੇ ਕੋਈ ਸਾਹਮਣੇ ਆਉਂਦੀ ਆ, ਨਾ ਕੋਈ ਇਹੋ ਜਿਹੀ ਗੱਲ ਹੀ ਆਉਂਦੀ ਵੀ ਹਾਂਜੀ ਉਹ ਜਿਹੜੀ ਕੋਈ ਨਾਲ ਬੀਬੀ ਸੀ ਉਹਦਾ ਕੋਈ ਆਪਾਂ ਪਤਾ ਕਰ ਲਵਾਂਗੇ ਜਾਂ ਕੋਈ ਬਿਆਨ ਆ ਜਾਊਗਾ ਸਾਹਮਣੇ ਜਾਂ ਪੁੱਛ ਲਿਆ ਜਾਊਗਾ। ਕਿਉਂਕਿ ਜੇ ਪੈਰਲਲ ਇੱਕ ਗੱਲ ਚੱਲਦੀ ਰਹਿੰਦੀ ਵੀ ਹਾਂਜੀ ਠੀਕ ਹੈ ਜੀ ਇਹ ਤੁਹਾਡੀ ਮੰਗ ਹੈ, ਤੁਹਾਡੀ ਡਿਮਾਂਡ ਹੈ, ਵੈਸੇ ਸਾਨੂੰ ਐਕਸੀਡੈਂਟ ਲੱਗਦਾ, ਪਰ ਜੇ ਬਹੁਤ ਸਾਰੇ ਲੋਕ, ਲੱਖਾਂ ਲੋਕ ਕਹਿੰਦੇ ਨੇ ਵੀ ਯਾਰ ਸਾਨੂੰ ਡਾਊਟ ਹੈ ਤੇ ਆਪਾਂ ਇਹਦੀ ਜਾਂਚ ਕਰਾ ਲੈਂਦੇ ਹਾਂ, ਉਹਦੀ ਗੱਲ ਦਾ ਨਾ ਚੱਲਣਾ, ਸਿਰਫ ਤੇ ਸਿਰਫ ਇੱਕ ਐਕਸੀਡੈਂਟ ਸ਼ਬਦ ਦਾ ਵਰਤਿਆ ਜਾਣਾ ਤੇ ਉਸ ਤੋਂ ਬਾਅਦ ਲੋਕਾਂ ਦੇ ਰੋਹ ਦਾ ਇਸ ਤਰ੍ਹਾਂ ਉਮੜਨਾ, ਮੇਰੇ ਖਿਆਲ ਨਾਲ ਉਹ ਉਹੀ ਇੱਕ ਰੋਸ ਹੈ ਵੀ ਯਾਰ ਜਿਹੜੀ ਵੀ ਗੱਲ ਹੈ ਉਹਨੂੰ ਤੁਸੀਂ ਐਵੇਂ ਢੱਕ ਕੇ ਕਿਉਂ ਰੱਖਦੇ। ਮੇਰੇ ਖਿਆਲ ਇਹੀ ਕਾਰਨ ਆ ਵੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਸ਼ਾਇਦ ਇਹ ਕਹਿਣਾ ਪਿਆ ਵੀ ਅੰਤਰਰਾਸ਼ਟਰੀ ਸੰਸਥਾ ਨੂੰ ਅਸੀਂ ਬੇਨਤੀ ਕਰਾਂਗੇ ਮਹਾਰਾਜ ਤੁਸੀਂ ਜਾ ਕੇ ਜਾਂਚ ਕਰਕੇ ਦਿਓ, ਸਾਨੂੰ ਆਸ ਨਹੀਂ ਹੈਗੀ ਵੀ ਜਾਂਚ ਹੋਵੇ। ਜੀ ਸੰਧਾਲੀਆ ਸਾਹਿਬ, ਗੱਲ ਤੁਹਾਡੀ ਠੀਕ ਹੈ ਤੇ ਇੱਥੇ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ 'ਚ ਬਹੁਤ ਕੁਝ ਸਾਹਮਣੇ ਆਊਗਾ। ਕਿਉਂਕਿ ਠੀਕ ਹੈ, ਜਾਂਚ ਪੜਤਾਲ ਮੀਡੀਆ ਨੇ ਆਪਣੇ ਪੱਧਰ ਤੇ ਕਰਨੀ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੇ ਨੇੜਲੇ ਲੋਕਾਂ ਨੂੰ ਪਤਾ ਹੁੰਦੀਆਂ, ਸੋ ਕਿਤੇ ਨਾ ਕਿਤੇ ਆ ਕੇ ਕੁਝ ਨਾ ਕੁਝ ਐਸੇ ਸੱਚ ਸਾਹਮਣੇ ਆ ਸਕਦੇ ਆ ਜਿਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਖਰਕਾਰ ਉਹਨਾਂ ਦੀ ਜਿਗਿਆਸਾ ਸ਼ਾਂਤ ਹੋ ਸਕਦੀ ਹੈ ਤੇ ਆਪਾਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ। ਚਲੋ ਹੋਵੇ ਤਾਂ ਵਧੀਆ ਗੱਲ ਹੈ। ਐਸੇ ਮੇਰਾ ਖਿਆਲ ਇੱਕ ਸਮਾਗਮ ਤਾਂ ਇੱਕ ਉਹਨਾਂ ਨੇ 6 ਮਾਰਚ ਨੂੰ ਵੀ ਰੱਖਿਆ ਬਰਗਾੜੀ ਦੇ ਵਿੱਚ। ਅੱਛਾ ਚਲੋ ਇੱਕ ਚੀਜ਼ ਤਾਂ ਹੈਗੀ ਆ ਵਾਟ ਸਾਹਿਬ ਕਿ ਵੀ ਇਹ ਜਦੋਂ ਵਾਪਰਿਆ ਉਹਦਾ ਟਾਈਮਿੰਗ ਬੜੀ ਅਜੀਬ ਸੀ ਨਹੀਂ ਜੀ, ਕਿਉਂਕਿ ਜੇ ਉਹ ਥੋੜ੍ਹੇ ਜਿਹੇ ਦਿਨ ਕਹਿ ਲਓ ਕਿ ਵੀ ਮੰਨ ਲਓ ਅੱਗੇ ਪਿੱਛੇ ਹੁੰਦਾ, ਵੋਟਾਂ ਵਾਲਾ ਕੰਮ ਨਾ ਹੁੰਦਾ ਤੇ ਸ਼ਾਇਦ ਪੰਜਾਬ ਦਾ ਰੂਪ ਕੁਛ ਹੋਰ ਹੁੰਦਾ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਉਹ ਪ੍ਰਚਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਲਈ ਕਰਕੇ ਗਏ, ਵਾਪਸ ਉਹਨਾਂ ਨੇ ਫਿਰ ਪ੍ਰਚਾਰ ਦੇ ਵਿੱਚ ਹਿੱਸਾ ਪਾਉਣਾ ਸੀ, ਰਾਹ ਦੇ ਵਿੱਚ ਹਾਦਸਾ ਹੋ ਜਾਂਦਾ ਹੈ ਤੇ ਜਿਸ ਤਰੀਕੇ ਉਹ ਠੋਕ ਵਜਾ ਕੇ ਆਪਣੀ ਗੱਲ ਕਹਿੰਦੇ ਹੁੰਦੇ ਆ ਤਰਕ ਆਧਾਰਿਤ ਤੇ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ, ਉਹਨਾਂ ਦੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਮਨਾਂ 'ਚ ਸ਼ੰਕੇ ਜਿਹੜੇ ਜ਼ਰੂਰ ਹੈ ਤੇ ਦੂਰ ਹੋਣੇ ਚਾਹੀਦੇ ਆ। ਬਿਲਕੁਲ ਹੋਣੇ ਚਾਹੀਦੇ ਆ। ਬਾਕੀ ਹੈ ਤਾਂ ਇਕੱਠ ਦੀ ਗੱਲ, ਤੇ ਇਕੱਠ ਦੀ ਇੱਕ ਉਦਾਹਰਨ ਮੇਰਾ ਖਿਆਲ ਆਪਾਂ ਮਾਲਵੇ ਦੇ ਇੱਕ ਪਿੰਡ ਵਾਲੀ ਵੀ ਦੇ ਦਈਏ ਜੀ, ਕਾਲਚਰਾਣੀ ਵਾਲੀ, ਵੀ ਹੈ ਤਾਂ ਦੇਖੋ ਪੰਚਾਇਤ ਦਾ ਫੈਸਲਾ ਵੀ ਮਹਾਰਾਜ ਅਸੀਂ ਤਾਂ ਦੁਖੀ ਹੋ ਗਏ ਕਹਿ ਕੇ ਵੀ ਆਹ ਬੰਦੇ ਇੱਥੇ ਨਸ਼ੇ ਵੰਡਦੇ ਆ ਜੀ, ਆਹ ਫਲਾਨਿਆਂ ਨੇ ਸਾਡੇ ਨਿਆਣੇ ਮਾਰਤੇ ਜੀ, ਅਸੀਂ ਤੇ ਬੜੇ ਤੰਗ ਆ, ਸਾਡੀ ਕੋਈ ਸੁਣਵਾਈ ਹੈ ਨਹੀਂ। ਤੇ ਫਿਰ ਠੀਕ ਹੈ ਜੇ ਹੁਣ ਪੁਲਿਸ ਨੇ, ਪ੍ਰਸ਼ਾਸਨ ਨੇ, ਲੀਡਰ ਸਾਹਿਬਾਨਾਂ ਨੇ ਨਹੀਂ ਸਾਡੀ ਸੁਣਨੀ ਤੇ ਫਿਰ ਅਸੀਂ ਆਪ ਹੋ ਜਾਂਦੇ ਸਿੱਧੇ ਵੀ ਜੇ ਕੋ ਆਇਆ ਤੇ ਫਿਰ ਟੰਗਾਂ ਤੋੜਾਂਗੇ ਭਾਈ। SSP ਬੀਬੀ ਜੀ ਨੇ ਉੱਥੇ, ਉਹ ਕਹਿੰਦੇ ਜੀ ਮੈਨੂੰ ਜਿਹੜੇ ਵੀ ਪੁਲਿਸ ਕਰਮਚਾਰੀ ਦਾ ਪਤਾ ਲੱਗ ਗਿਆ ਕਿ ਉਹਨੇ ਢਿੱਲ ਵਰਤੀ ਹੈ ਕਿਸੇ ਨਸ਼ਾ ਤਸਕਰ ਦੇ ਪ੍ਰਤੀ, ਕਾਰਵਾਈ ਕਰੂੰ। ਬੀਬੀ ਜੀ ਸਰਪੰਚ ਨੇ ਕਾਲਚਰਾਣੀ 'ਚ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਬੜਾ ਗੂੜਾ ਸੰਬੰਧ ਹੈ ਉਸ ਪਿੰਡ ਦਾ। ਹੁਣ ਕਾਲਚਰਾਣੀ ਦੇ ਵਿੱਚ ਬੀਬੀ ਜੀ ਸਰਪੰਚ ਨੇ ਤੇ ਉਹਨਾਂ ਨੇ ਤੇ ਉਹਨਾਂ ਦੇ ਘਰ ਵਾਲੇ ਨੇ ਲੀਡ ਕੀਤੀ, ਸਾਰਾ ਪਿੰਡ ਇਕੱਠਾ ਕੀਤਾ ਤੇ ਜਿਹੜਾ ਉਹਨਾਂ ਨੇ ਮਤਾ ਪਾਇਆ ਉਹਦੇ ਵਿੱਚ ਕੁਝ ਨਾਮ ਵੀ ਲਿਖ ਦਿੱਤੇ ਕਿ ਆਹ ਬੰਦੇ 2 ਨੰਬਰ ਦਾ ਕੰਮ ਕਰਦੇ। ਫਿਰ ਉਹ ਸਾਰੇ ਪਿੰਡ ਨੂੰ ਲੈ ਕੇ ਉਹਨਾਂ ਦੇ ਘਰੇ ਗਏ ਕਿ ਭਾਈ ਸਾਨੂੰ ਸ਼ੱਕ ਹੈ ਤੇ ਸਾਨੂੰ ਪਤਾ ਵੀ ਆ, ਤੁਸੀਂ ਇਹ ਕੰਮ ਛੱਡ ਦਿਓ। ਦੂਸਰਾ ਜਿਹੜਾ ਚੰਗਾ ਕੰਮ ਕੀਤਾ, ਉਹ ਜਿਹੜੇ ਬੰਦਿਆਂ ਦੇ ਉੱਤੇ ਸ਼ੱਕ ਸੀ ਉਹ ਕਹਿੰਦੇ ਜੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਅਸੀਂ ਪੂਰੀ ਮਦਦ ਕਰਾਂਗੇ, ਪਰ ਹੁਣ ਇਦਾਂ ਨਹੀਂ ਹੋਣਾ, ਸਾਡੇ ਪਿੰਡ ਵਿਕੂ ਨਹੀਂ। ਫਿਰ ਤੀਸਰੀ ਗੱਲ ਕਹਿੰਦੇ ਜੀ ਪ੍ਰਸ਼ਾਸਨ ਨੂੰ ਫੜਾਵਾਂਗੇ,
ਪਰ ਪਿੰਡ ਆਪਣੇ ਪੱਧਰ ਦੇ ਉੱਤੇ ਵੀ ਸਜ਼ਾ ਦਾ ਫੈਸਲਾ ਕਰੂਗਾ। ਲੱਤਾਂ ਤੋੜਨ ਦੀ ਗੱਲ ਕਈਆਂ ਨੇ ਉੱਥੇ ਕੀਤੀ ਕਿ ਭਾਈ ਹੁਣ ਤਾਂ ਲੱਤਾਂ ਟੁੱਟਣਗੀਆਂ। ਸੰਧਾਲੀਆ ਸਾਹਿਬ, ਜੋ ਕੁਝ ਉਹ ਪਿੰਡ ਦੇ ਲੋਕਾਂ ਨੇ ਆਖਿਆ ਕਿ ਸਾਡੇ ਇੱਥੇ ਨੌਜਵਾਨ ਨਸ਼ੇ ਦੇ ਕਰਕੇ ਜਹਾਨੋਂ ਚਲੇ ਗਏ, ਉਹਨਾਂ ਨੇ ਕਿਹਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੱਤ ਲੱਗ ਗਈ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਇਕੱਠੇ ਹਾਂ, ਸਰਪੰਚ ਨਹੀਂ ਤੇ ਸਰਪੰਚ ਵੀ ਇਕੱਲੇ ਨਹੀਂ। ਜਿੱਧਰਲੇ ਪਾਸੇ ਸਾਨੂੰ ਪਤਾ ਲੱਗ ਗਿਆ ਕਿ ਕੋਈ ਬੰਦਾ ਵੇਚਦਾ ਹੈ ਜਾਂ ਵੇਚਣ ਆਇਆ, ਅਸੀਂ ਸਾਰਿਆਂ ਨੇ ਰਾਏ ਕੀਤੀ ਇੱਕ ਦੂਜੇ ਨੂੰ ਟੈਲੀਫੋਨ ਕਰਕੇ 5 ਮਿੰਟਾਂ 'ਚ ਇਕੱਠੇ ਹੋਣਾ ਤੇ ਉਹਨਾਂ ਦੇ ਪੱਲੇ ਛੱਡਣਾ ਕੱਖ ਨਹੀਂ, ਆਪਣੀ ਜਾਨ ਦੇ ਉਹ ਖੁਦ ਜ਼ਿੰਮੇਵਾਰ ਨੇ। ਫਿਰ ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਜੇ ਇੱਕ ਪਿੰਡ ਦੀ ਪੰਚਾਇਤ ਸਾਰੇ ਪਿੰਡ ਨੂੰ ਇਕੱਠਿਆਂ ਕਰਕੇ ਫੈਸਲਾ ਲੈਂਦੀ ਹੈ, ਲੱਤਾਂ ਤੋੜਨ ਦੀ ਗੱਲ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜੋ ਪ੍ਰਸ਼ਾਸਨ ਤੋਂ ਉਹਨਾਂ ਨੂੰ ਆਸ ਹੁੰਦੀ ਹੈ ਉਹ ਪੂਰੀ ਨਹੀਂ। ਪ੍ਰਸ਼ਾਸਨ ਜੇ ਪੂਰੀ ਨਹੀਂ ਕਰਦਾ ਤੇ ਕੀ ਉੱਪਰਲੇ ਪਾਸਿਓਂ ਪ੍ਰੈਸ਼ਰ ਹੈ? ਪਹਿਲਾਂ ਗੁਰਜੀਤ ਸਿੰਘ ਔਜਲਾ ਸਾਹਿਬ ਬੋਲੇ, ਹੁਣ ਕਾਲ ਚੜਾਣੀ ਵਾਲੇ ਬੋਲੇ, ਮੰਡੀ ਗੋਨਿਆਣਾ ਨੇੜੇ ਇੱਕ ਪਿੰਡ ਹੈ, ਉਹਨਾਂ ਨੇ ਵੀ ਪੰਚਾਇਤ ਨੇ ਇਦਾਂ ਦਾ ਮਤਾ ਪਾਇਆ। ਤੇ ਜੇ ਕੱਲ ਨੂੰ ਕੋਈ ਗੱਲ ਹੁੰਦੀ, ਕਿਉਂਕਿ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਮੁੜ ਕੇ ਧਮਕੀਆਂ ਦਿੰਦੇ ਆ, ਪਿੱਛੇ ਲੱਤਾਂ ਵੀ ਤੋੜਤੀਆਂ ਸੀ 2-4 ਬੰਦਿਆਂ ਨੇ, ਤੁਸੀਂ ਵਿਰੋਧ ਕਰਦੇ ਹੋ, ਸਾਰਾ ਪਿੰਡ ਇਕੱਠਾ ਰਵੇ, ਆਲੇ ਦੁਆਲੇ ਦੀਆਂ ਪੰਚਾਇਤਾਂ ਵੀ, ਅਸੀਂ ਨਹੀਂ ਕਹਿੰਦੇ ਕੋਈ ਬੰਦਾ ਕਾਨੂੰਨ ਨੂੰ ਹੱਥ ਲਵੇ, ਪਰ ਉਹ ਵੀ ਮਤੇ ਪਾਉਣ। ਜੇ ਕਿਸੇ ਇੱਕ ਪੰਚਾਇਤ ਦੇ ਉੱਤੇ ਕੋਈ ਧੱਕਾ ਹੁੰਦਾ ਹੈ, ਸਾਰੇ ਆਲੇ ਦੁਆਲੇ ਵਾਲੇ ਇਕੱਠੇ ਹੋ ਜਾਣ, ਕਿਉਂਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਨਸ਼ਾ ਰੋਕਣ ਦੀ, ਅਗਲੇ ਤਾਂ ਰੋਕ ਨਹੀਂ ਸਕੇ, ਪਿੰਡ ਵਾਲੇ ਤਾਂ ਹੀ ਇਕੱਠੇ ਹੁੰਦੇ ਆ। ਇਹ ਮੇਰਾ ਖਿਆਲ ਇਹ ਹੋਣਾ ਵੀ ਚਾਹੀਦਾ। ਪਤਾ ਕਿਉਂ, ਜੇ ਇਸ ਵਕਤ ਵੀ ਬੰਦਾ ਸੋਚਦਾ ਨਾ ਯਾਰ ਉਹ ਫਲਾਣੇ ਪਿੰਡ ਵਾਲਿਆਂ ਕੀਤਾ, ਯਾਰ ਆਪਣੇ ਪਿੰਡ ਤੇ ਏਕਾ ਨਹੀਂ ਹੈਗਾ, ਆਪਣੇ ਪਿੰਡ ਇਕੱਠ ਨਹੀਂ, ਹੋ ਸਕਦਾ ਵੀ ਆਪਣੇ ਪਿੰਡ ਇਕੱਠ ਨਾ ਹੋਵੇ, ਆਪਣੇ ਪਿੰਡ ਏਕਾ ਨਾ ਹੋਵੇ, ਪਰ ਆਪਣੇ ਪਿੰਡ ਦਾ ਮੁੰਡਾ ਜਾਂ ਕੁੜੀ ਤੇ ਹੋ ਹੀ ਸਕਦੀ ਹੈ ਨਾ। ਕਿਉਂਕਿ ਜੇ ਗਵਾਂਢ ਵਾਲੇ ਪਿੰਡ ਵਾਲਿਆਂ ਨੇ ਇਹ ਕੰਮ ਕਰ ਲਿਆ ਤੇ ਹੋ ਸਕਦਾ ਜੇ ਅਗਲੇ ਨੂੰ ਉਸ ਪਿੰਡ ਵਾਲੇ ਨੂੰ ਵੀ ਉੱਥੇ ਨਹੀਂ ਮਿਲਦਾ, ਅਗਲਾ ਦਾ ਕੋਈ ਗੱਲ ਨਹੀਂ ਫਲਾਣੇ ਪਿੰਡੋਂ ਲੈ ਆਉਣੇ, ਪਿੰਡ ਨੂੰ ਕਿਹੜਾ ਵੀ ਉੱਥੇ ਵੀਜ਼ਾ ਲੈ ਕੇ ਜਾਣਾ ਜੀ। ਹੁਣ ਇਹ ਮੇਰੇ ਖਿਆਲ ਨਾਲ ਜੇ ਇੱਕ ਥਾਂ ਤੋਂ ਗੱਲ ਸ਼ੁਰੂ ਹੋਈ ਆ, ਠੀਕ ਆ, ਵਧੀਆ ਗੱਲ, ਜੇ ਪ੍ਰਸ਼ਾਸਨ ਵੀ ਇਹਦੇ ਬਾਰੇ ਸੋਚਦਾ, ਜਾਂ 10 ਤਰੀਕ ਨੂੰ ਇੱਕ ਨਵੀਂ ਸਰਕਾਰ ਬਣਨੀ ਹੈ, ਸਰਕਾਰ ਕੋਈ ਫੈਸਲਾ ਲੈ ਲਵੇ। ਐਤਕੀ ਤੇ ਸੁੱਖ ਨਾਲ ਕਿਸੇ ਲੀਡਰ ਨੇ ਉਹ ਸਹੁੰ ਵੀ ਨਹੀਂ ਖਾਧੀ, ਸੋ ਆਸ ਕਰਦੇ ਸ਼ਾਇਦ ਐਤਕੀ ਜੇ ਕੋਈ ਆ ਗਿਆ ਤੇ ਸੱਚੀ ਰੋਕ ਲਊਗਾ। ਪਿਛਲੀ ਦਾ ਇਕੱਲਾ ਸਹੁੰ ਵਾਲਾ ਕੰਮ ਹੀ ਨਿਬੜ ਗਿਆ ਸੀਗਾ। ਇਹ ਵੀ ਪਤਾ ਨਹੀਂ ਵੀ ਸਹੁੰ ਨੇਮ ਵਾਲੇ ਦੁਬਾਰਾ ਨਾ ਆ ਜਾਣ ਕਿਤੇ, ਤੇ ਅਗਲਾ ਉਹ ਖਾਧੀ ਦੇਖ ਸੀਗੀ ਸਹੁੰ, ਉਦੋਂ ਅਸੀਂ 4 ਹਫ਼ਤਿਆਂ ਦੀ ਪਿਛਲੀ ਵਾਰੀ ਲਈ ਖਾਧੀ ਸੀਗੀ ਜਿਹੜੀ ਗੱਲ ਆਪਾਂ ਕੱਲ੍ਹ ਗੱਲ ਕਰਦੇ ਸੀ। ਫਿਰ ਵਾਕਿਆ ਇਸ ਵਕਤ ਮੇਰੇ ਖਿਆਲ ਨਾਲ ਹੋਰ ਕੋਈ ਪਾਰਟੀ ਕਰੇ ਨਾ ਕਰੇ, ਹੋ ਸਕਦਾ ਵੀ ਕਾਂਗਰਸ ਆ ਕੇ ਵੀ ਸਾਡੀ ਕਿਹੜੀ ਸਰਕਾਰ ਹੈ, ਆਪ ਵਾਲੇ ਕਹਿਣ ਸਾਡੀ ਕਿਹੜੀ, ਪਰ ਬੀਜੇਪੀ ਲੀਡਰਸ਼ਿਪ ਦੀ ਸਰਕਾਰ ਹੈਗੀ, ਕੇਂਦਰ 'ਚ ਸਰਕਾਰ ਉਹਨਾਂ ਦੀ ਹੈ। ਤੇ ਜਿੱਦਾਂ ਦੀ ਇਸ ਵਕਤ ਕਹਿੰਦੇ ਵੀ ਖਿਚੜੀ ਪੰਜਾਬ 'ਚ ਬਣਨੀ ਹੈ, ਜੇ ਕੱਲ੍ਹ ਨੂੰ ਮੰਨ ਲਓ ਰਾਜਪਾਲ ਸਾਹਿਬ ਕੋਲ ਤਾਕਤਾਂ ਜਾਂਦੀਆਂ ਤੇ ਅਸਲ ਲੀਡਰੀ ਤੇ ਇਹਨਾਂ ਦੇ ਕੋਲ ਰਹਿਣੀ ਹੈ ਜੀ। ਉਹ ਜ਼ਰੂਰ ਇਸ ਚੀਜ਼ ਦੇ ਮੇਰੇ ਖਿਆਲ ਅੱਗੇ ਵੱਧ ਕੇ ਕੋਈ ਨਾ ਕੋਈ ਹੱਲ ਕਰਨ ਵੀ ਮਹਾਰਾਜ 50 ਕਿਲੋਮੀਟਰ ਤਾਂ ਉੱਧਰੋਂ BSF ਨੇ ਨਹੀਂ ਖੰਘਣ ਦੇਣਾ, ਬਾਕੀ ਬਚਿਆ ਪੰਜਾਬ ਆਪਾਂ ਤੁਹਾਡੇ ਕੰਟਰੋਲ 'ਚ ਰੱਖ ਲੈਣਾ, ਤੇ ਤੁਸੀਂ ਚਿੰਤਾ ਨਾ ਕਰੋ, ਆਪਾਂ ਤੁਹਾਡੇ ਨਾਲ ਜੀ। ਸੰਧਾਲੀਆ ਸਾਹਿਬ, ਤੁਹਾਡੀ ਗੱਲ ਠੀਕ ਹੈ, ਸਾਰੀਆਂ ਪਾਰਟੀਆਂ ਇੱਧਰਲੇ ਪਾਸੇ ਸੁਹਿਰਦ ਹੋਣ ਤਾਂ ਚੰਗਾ। ਤੇ ਹੁਣ ਆਪਾਂ ਥੋੜ੍ਹੀ ਜਿਹੀ ਯੂਕਰੇਨ ਤੇ ਰੂਸ ਦੀ ਗੱਲ ਜ਼ਰੂਰ ਕਰ ਲਈਏ। ਹੁਣ ਤੋਂ ਤਕਰੀਬਨ 20-22 ਘੰਟੇ ਪਹਿਲਾਂ ਵਲਾਦੀਮੀਰ ਪੁਤਿਨ ਸਾਹਿਬ ਜਿਹੜੇ ਨੇ ਰੂਸ ਦੇ ਰਾਸ਼ਟਰਪਤੀ, ਉਹਨਾਂ ਨੇ ਬਕਾਇਦਾ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਅਸੀਂ ਯੂਕਰੇਨ ਤੇ ਹਮਲਾ ਕਰਨ ਲੱਗੇ ਹਾਂ। ਠੀਕ 5 ਮਿੰਟ ਬਾਅਦ 12 ਥਾਵਾਂ ਦੇ ਉੱਤੇ ਇੱਕੋ ਵਾਰੀ ਧਮਾਕੇ ਹੋਏ। ਰੂਸ ਦੀ ਜਿਹੜੀ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤੇ ਵੀ 3 ਪਾਸਿਆਂ ਤੋਂ ਹਮਲਾ ਕੀਤਾ। ਇੱਕ ਪਾਸੇ ਬੇਲਾਰੂਸ ਦੇ ਵਿੱਚ ਵੀ ਰੂਸ ਦੇ ਫੌਜੀ ਨੇ, ਉਧਰਲੇ ਪਾਸਿਓਂ ਰੂਸ ਵਾਲੇ ਪਾਸਿਓਂ, ਤੇ ਇੱਧਰ ਥੱਲੜੇ ਪਾਸੇ ਕ੍ਰੀਮੀਆ ਆ। ਉਹ ਸਾਰੇ ਪਾਸੇ ਜਦੋਂ ਹਮਲਾ ਕੀਤਾ ਤਾਂ ਯੂਕਰੇਨ ਤਾਂ ਹੱਥਾਂ ਪੈਰਾਂ ਦੀ ਪੈ ਗਈ। ਹੁਣ ਦੇਖੋ, ਨਾਟੋ ਦੀਆਂ ਫੌਜਾਂ ਯੂਕਰੇਨ 'ਚ ਵੜ ਨਹੀਂ ਸਕਦੀਆਂ ਕਿਉਂਕਿ ਉਹ ਨਾਟੋ ਦਾ ਮੈਂਬਰ ਨਹੀਂ ਤੇ ਉਹਨਾਂ ਦਾ ਸੰਵਿਧਾਨ ਆਗਿਆ ਨਹੀਂ ਦਿੰਦਾ। ਰੌਲਾ ਇਸ ਗੱਲ ਦਾ ਕਿ ਬਹੁਤ ਸਾਰੇ ਭਾਰਤੀ ਉੱਥੇ ਫਸੇ ਹੋ ਸੀ, ਕੋਈ 900 ਕਿਲੋਮੀਟਰ ਰਾਜਧਾਨੀ ਤੋਂ ਦੂਰ, ਕਿਉਂਕਿ ਹਵਾਈ ਜਹਾਜ਼ ਚਾਉਣਾ ਸੀ ਤੇ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਧਾਨੀ ਕੀਵ 'ਚ ਹੀ ਹੈ। ਹੁਣ ਕਈ ਟ੍ਰੇਨਾਂ ਦੇ ਵਿੱਚ ਆ ਰਹੇ ਸੀ, ਉਹ 15 ਕਿਲੋਮੀਟਰ ਹੀ ਦੂਰ ਸੀ ਸ਼ਹਿਰ ਤੋਂ, ਉਧਰੋਂ ਹਮਲਾ ਹੋ ਗਿਆ, ਟ੍ਰੇਨਾਂ ਉੱਥੇ ਰੋਕ ਦਿੱਤੀਆਂ, ਉਹ ਟ੍ਰੇਨਾਂ 'ਚ ਫਸੇ ਆ। ਕਈ ਬੱਸਾਂ ਦੇ ਵਿੱਚ ਆਏ ਸੀ, ਏਅਰਪੋਰਟ ਤੇ ਪਹੁੰਚ ਗਏ, ਏਅਰਪੋਰਟ ਬੰਦ ਕਰਨਾ ਪੈ ਗਿਆ, ਤੇ ਜਿਹੜੀ ਭਾਰਤੀ ਏਅਰ ਇੰਡੀਆ ਦੀ ਫਲਾਈਟ ਉਹਨਾਂ ਨੂੰ ਲੈਣ ਜਾ ਰਹੀ ਸੀ, ਉਹਨਾਂ ਨੂੰ ਰਾਹ ਦੇ ਵਿੱਚ ਹੀ ਸੁਨੇਹਾ ਪਹੁੰਚਾਇਆ ਗਿਆ ਕਿ ਭਾਈ ਏਅਰਪੋਰਟ ਬੰਦ ਕਰ ਦਿੱਤਾ ਗਿਆ ਕਿਉਂਕਿ ਰੂਸ ਨੇ ਹਮਲਾ ਕਰ ਦਿੱਤਾ, ਇਸ ਕਰਕੇ ਵਾਪਸ ਮੁੜ ਜਾਓ। ਹੁਣ ਸਭ ਤੋਂ ਵੱਡੀ ਚੁਣੌਤੀ ਜੇ ਆਪਾਂ ਭਾਰਤ ਵਾਲੇ ਪੱਖ ਤੋਂ ਦੇਖੀਏ ਤਾਂ ਉੱਥੇ ਤਕਰੀਬਨ 18,000 ਭਾਰਤੀ ਨੇ। ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਹੁਣ ਫੈਸਲਾ ਵੀ ਕੀਤਾ ਗਿਆ ਕਿ ਪਲਾਨ B ਤੇ ਕੰਮ ਕਰਦੇ ਆ। ਲਾਗੇ ਪੋਲੈਂਡ ਦੇਸ਼ ਹੈਗਾ, ਚੈੱਕ ਰਿਪਬਲਿਕ ਹੈਗਾ, ਹੋਰ ਕਈ ਦੇਸ਼ ਨੇ ਕਿ ਭਾਈ ਜੇ ਯੂਕਰੇਨ ਦਾ ਬਾਰਡਰ ਪਾਰ ਕਰਾ ਕੇ ਸੁਰੱਖਿਅਤ ਦੂਸਰੇ ਦੇਸ਼ ਦੇ ਵਿੱਚ ਲਿਜਾ ਕੇ ਉੱਥੋਂ ਏਅਰਲਿਫਟ ਆਪਾਂ ਕਰਾ ਲਈਏ। ਸੋ ਸਾਰੇ ਪਾਸਿਓਂ ਵਿਚਾਰ ਕੀਤੀ ਜਾ ਰਹੀ ਹੈ, ਪਰ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ, ਧਮਾਕੇ ਹੋ ਰਹੇ ਨੇ, ਰੂਸ ਦੇ ਟੈਂਕ ਯੂਕਰੇਨ ਦੇ ਅੰਦਰ ਵੜ ਗਏ ਆ, ਤੇ ਉਸ ਸਾਰੀ ਸਥਿਤੀ ਕਰਕੇ ਲੋਕ ਬਹੁਤ ਜ਼ਿਆਦਾ ਚਿੰਤਤ ਨੇ। ਨੌਜਵਾਨ ਕੁੜੀਆਂ ਖਾਸ ਤੌਰ ਦੇ ਉੱਤੇ ਮੈਡੀਕਲ ਦੀ ਪੜ੍ਹਾਈ ਕਰਨ ਪੰਜਾਬ ਦੀਆਂ ਵੀ ਬਹੁਤ ਸਾਰੀਆਂ ਗਈਆਂ, ਉਹਨਾਂ ਦੇ ਮਾਪੇ ਵੀ ਬਹੁਤ ਚਿੰਤਤ ਨੇ। ਦੂਸਰੀ ਗੱਲ ਸੰਧਾਲੀਆ ਸਾਹਿਬ, ਬਹੁਤ ਸਾਰੇ ਯੂਰਪੀ ਦੇਸ਼ਾਂ ਨੇ, ਅਮਰੀਕਾ ਨੇ ਰੂਸ ਦੀਆਂ ਬੈਂਕਾਂ ਤੇ ਪਾਬੰਦੀਆਂ ਲਾਤੀਆਂ। 10% ਤੇਲ ਦੁਨੀਆ ਦਾ ਜਿਹੜਾ ਰੂਸ ਦੇ ਵਿੱਚੋਂ ਉਹ ਨਿਕਲਦਾ ਹੈ,
ਉਹ ਸਪਲਾਈ ਹੋਣ ਦੇ ਵਿੱਚ ਹੁਣ ਦਿੱਕਤ ਆਉਣ ਲੱਗ ਪਈ। ਤੇਲ ਦੀਆਂ ਕੀਮਤਾਂ ਚੜ੍ਹ ਗਈਆਂ, ਕੁਦਰਤੀ ਗੈਸ ਦੀਆਂ ਕੀਮਤਾਂ ਚੜ੍ਹ ਗਈਆਂ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਉਮੀਦ ਕਰਦੇ ਹਾਂ ਕਿ ਅਜੇ ਵੀ ਕੰਮ ਬੰਦ ਹੋ ਜਾਏ, ਅਜੇ ਬਹੁਤੀ ਤਬਾਹੀ ਨਹੀਂ ਹੋਈ। ਜੇ ਕੰਮ ਅੱਗੇ ਨੂੰ ਵੱਧਦਾ ਗਿਆ ਤਾਂ ਫਿਰ ਕੰਟਰੋਲ ਜਿਹੜਾ ਕਰਨਾ ਸਾਰੀ ਦੁਨੀਆ ਲਈ ਔਖਾ ਹੋ ਜਾਊਗਾ। ਇਹ ਗੱਲ ਵੈਸੇ ਹੈ ਤਾਂ ਮਾੜੀ, ਕਿਉਂਕਿ ਬੜੀ ਦੇਰ ਤੋਂ ਇਸ ਚੀਜ਼ ਦੀ ਚਰਚਾ ਸੀ ਵੀ ਜੇ ਕਿਤੇ ਹੁਣ ਜੰਗ ਲੱਗੀ ਤੇ ਬਹੁਤ ਤਬਾਹੀ ਹੋਊਗੀ। ਉਹ ਜੇ ਕਿਤੇ ਵਾਲੀ ਗੱਲ ਜਿਹੜੀ ਉਹ ਬਣਦੀ ਜਾਪਦੀ ਹੈ, ਕਿਉਂਕਿ ਜਿਸ ਹਿਸਾਬ ਨਾਲ ਅਮਰੀਕਾ ਵਾਲਿਆਂ ਨੇ ਇਸ ਵਕਤ ਕਿਹਾ ਕਿ ਭਾਈ ਸਾਹਿਬ ਵੀ ਅਸੀਂ ਹੁਣ ਬਾਕੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹਦਾ ਕੋਈ ਨਾ ਕੋਈ ਢੁਕਵਾਂ ਜਵਾਬ ਦੇਵਾਂਗੇ, ਕਿਉਂਕਿ ਜਿਹੜੀ ਗੱਲ ਛਿੜੀ ਹੈ ਇਸ ਵਕਤ ਇਹਦੇ ਲਈ ਟੋਟਲੀ ਜ਼ਿੰਮੇਵਾਰ ਰੂਸ ਹੈ। ਤੇ ਜੇ ਜ਼ਿੰਮੇਵਾਰ ਰੂਸ ਹੈ ਤੇ ਜਿੰਨੀਆਂ ਮੌਤਾਂ ਹੁੰਦੀਆਂ ਨੇ ਜਾਂ ਜਿੰਨਾ ਨੁਕਸਾਨ ਹੁੰਦਾ ਇਹਦੀ ਜਵਾਬਦੇਹੀ ਵੀ ਇਹਨੂੰ ਦੇਣੀ ਪਊਗੀ। ਪਰ ਦੂਜੇ ਪਾਸੇ ਜੇ ਵਲਾਦੀਮੀਰ ਪੁਤਿਨ ਸਾਹਿਬ ਦੀ ਗੱਲ ਕਰੀ ਤਾਂ ਉਹ ਕਹਿੰਦੇ ਵੀ ਦੇਖੋ ਜੀ ਮੈਂ ਸਾਰਿਆਂ ਨੂੰ ਜਾਣਦਾ, ਮੈਨੂੰ ਸਾਰਾ ਕੁਝ ਪੜ੍ਹਿਆ ਪੜ੍ਹਾਇਆ, ਤੇ ਜਿੱਥੋਂ ਤੁਸੀਂ ਬੋਲਦੇ ਹੋ ਉਹ ਆਵਾਜ਼ਾਂ ਕਿੱਥੋਂ ਜੋ ਬੋਲਦਾ ਉਹ ਮੈਨੂੰ ਵੀ ਪਤਾ ਲੱਗਦੀ। ਮੇਰੇ ਖਿਆਲ ਨਾਲ ਇਸ ਲੈਵਲ ਦੀ ਜਿਹੜੀ ਹੋ ਸਕਦਾ ਵੀ ਉੱਥੇ ਮਾਤਰ ਆਮ ਬੰਦੇ ਨੂੰ ਤਾਂ ਸਮਝ ਵੀ ਨਾ ਆਉਂਦੀ ਹੋਵੇ ਵੀ ਯਾਰ ਇਹ ਲੀਡਰ ਕਿੱਥੋਂ ਜੋ ਬੋਲਦੇ ਆ, ਪਰ ਜਿਸ ਲੈਵਲ 'ਤੇ ਅੱਖਾਂ 'ਚ ਅੱਖਾਂ ਪਾ ਕੇ ਉਹ ਦੋਵੇਂ ਲੀਡਰ ਆਪਸ 'ਚ ਗੱਲਾਂ ਕਰ ਰਹੇ, ਉਹਦੇ ਤੋਂ ਰੱਬ ਸੁੱਖ ਰੱਖਿਆ ਵਾਲੀ ਗੱਲ ਲੱਗਦੀ ਹੈ। ਸੰਧਾਲੀਆ ਸਾਹਿਬ, ਜਦੋਂ ਆਪਾਂ ਅਫਗਾਨਿਸਤਾਨ ਨੂੰ, ਸੀਰੀਆ ਨੂੰ, ਇਰਾਕ ਨੂੰ, ਇਧਰਲੇ ਪਾਸੇ ਵੀਅਤਨਾਮ ਨੂੰ ਦੇਖਦੇ ਹਾਂ ਤੇ ਪਤਾ ਨਹੀਂ ਕਿਹੜੇ ਲੀਡਰ ਨੂੰ ਸਿਰ ਚੱਕ ਕੇ ਗੱਲ ਕਰਨ ਦਾ ਮੌਕਾ ਮਿਲਿਆ। ਦੇਖਿਆ ਕਰਤਾ ਹੀ ਤਬਾਹ, ਦੇਖਿਆ ਜਿੱਤ ਲਈ ਜੰਗ। ਪਰ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਦਵਾਈਆਂ ਦੀ, ਅਨਾਜ ਦੀ, ਪਾਣੀ ਦੀ, ਰੁਜ਼ਗਾਰ ਦੀ, ਪੈਸੇ ਦੀ ਹਰ ਤਰ੍ਹਾਂ ਦੀ ਘਾਟ ਹੈ। ਭੁੱਖਮਰੀ ਫੈਲੀ ਹੋਈ ਬਹੁਤ ਸਾਰੇ ਥਾਵਾਂ ਤੇ। ਹੁਣ ਜੇ ਲੜਾਈ ਬੰਦ ਨਾ ਹੋਈ, ਯੂਕਰੇਨ ਦਾ ਹਾਲ ਵੀ ਫਿਰ ਇਹੀ ਹੋਣਾ। ਉਧਰਲੇ ਪਾਸਿਓਂ ਯੂਰਪੀਅਨ ਯੂਨੀਅਨ ਵਾਲਿਆਂ ਨੇ ਕਹਿ ਦਿੱਤਾ ਅਸੀਂ ਫਿਰ ਲਾ ਦੇਣੀਆਂ ਪਾਬੰਦੀਆਂ, ਰੂਸ ਵਾਲੇ ਫਿਰ ਤਰਸਣਗੇ। ਪੁਤਿਨ ਨੇ ਥੋੜੀ ਤਰਸਣਾ ਹੈ, ਰੂਸ ਦੇ ਲੋਕਾਂ ਨੇ ਤਰਸਣਾ ਹੈ, ਜਿੱਦਾਂ ਹੁਣ ਯੂਕਰੇਨ ਵਾਲਿਆਂ ਨੇ ਤਰਸਣਾ ਹੈ। ਜੇ ਯੂਕਰੇਨ ਦੇ ਵਿੱਚ ਪਟਾਕਾ ਪਿਆ ਤਾਂ ਪੋਲੈਂਡ ਨਾਲ ਹੀ ਪੈਂਦਾ, ਬਾਕੀ ਬਹੁਤ ਸਾਰੇ ਦੇਸ਼ ਨਾਲ ਆ, ਸੇਕ ਤਾਂ ਉੱਥੇ ਤੱਕ ਵੀ ਪਹੁੰਚਣਾ। ਇਸ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਚਾਹੀਦਾ ਕਿ ਭਾਈ ਆਪੋ ਆਪਣੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਈਮੇਲਾਂ ਕਰੋ, ਸੋਸ਼ਲ ਮੀਡੀਆ ਦੇ ਉੱਤੇ ਸੁਨੇਹਾ ਪਾਓ ਕਿ ਅਸੀਂ ਇਹ ਜੰਗ ਨਹੀਂ ਚਾਹੁੰਦੇ। ਠੀਕ ਹੈ, ਕਿਸੇ ਦੇ ਲਈ ਉਹ ਹਥਿਆਰਾਂ ਦੀ ਪ੍ਰਯੋਗਸ਼ਾਲਾ ਹੋਊ, ਕਿਸੇ ਦੇ ਲਈ ਆਪਣੇ ਸਾਮਰਾਜ ਦਾ, ਆਪਣੇ ਰਾਜ ਦਾ ਵਿਸਥਾਰ ਕਰਨ ਦੀ ਗੱਲ ਹੋ ਸਕਦਾ ਕਿਸੇ ਦੇ ਲਈ ਭਵਿੱਖ ਦੇ ਵਿੱਚ ਕਿਸੇ ਹੋਰ ਦੇਸ਼ ਤੇ ਕਾਬੂ ਕਰਨ ਦਾ ਇੱਕ ਸਾਧਨ ਹੋਊ। ਪਰ ਉੱਥੇ ਛੋਟੇ ਛੋਟੇ ਬੱਚਿਆਂ ਵਾਲੇ ਲੋਕ ਨੇ, ਸ਼ਹਿਰਾਂ ਦੇ ਵਿੱਚੋਂ ਲੋਕ ਆਪਣੀਆਂ ਕਾਰਾਂ 'ਚ ਭੱਜ ਰਹੇ ਆ, ਪੈਟਰੋਲ ਪੰਪਾਂ ਤੇ ਲਾਈਨਾਂ ਲੱਗੀਆਂ, ਪਾਣੀ ਇਕੱਠਾ ਕਰਨ ਦੇ ਲਈ ਲਾਈਨਾਂ ਲੱਗੀਆਂ, ਲੁੱਟਮਾਰ ਹੋ ਰਹੀ ਹੈ ਜਿਹੜੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਕਿ ਭਾਈ ਕੱਲ ਨੂੰ ਸਮਾਨ ਨਾ ਮਿਲਿਆ ਤਾਂ ਜਾਵਾਂਗੇ ਕਿੱਥੇ। ਉਹ ਸਥਿਤੀ ਜਿਹੜੀ ਆ, ਕੋਈ ਬਿਮਾਰ ਹੋਊਗਾ, ਕਿਸੇ ਦਾ ਆਪਰੇਸ਼ਨ ਹੋਣ ਵਾਲਾ, ਕਿਸੇ ਦੇ ਦਰਦ ਹੁੰਦੀ ਹੈ, ਕਿਸੇ ਦੇ ਘਰ 'ਚ ਬਜ਼ੁਰਗ ਨੇ, ਸਾਰਿਆਂ ਕੋਲ ਕਾਰਾਂ ਤਾਂ ਨਹੀਂ ਹੁੰਦੀਆਂ। ਉਹ ਲੋਕ ਕਿੰਨੇ ਔਖੇ ਨੇ, ਸ਼ਾਇਦ ਅਸੀਂ ਦੂਰ ਬੈਠੇ ਉਹਦੀ ਥਾਂ ਨਹੀਂ ਪਾ ਸਕਦੇ। ਇੱਕ ਵੱਡੀ ਗੱਲ ਇਹ ਵੀ ਹੈ ਕਿ ਬਹੁਤ ਘੱਟ ਕੈਜੂਅਲਟੀਜ਼ ਦੀ ਅਜੇ ਗੱਲ ਬਾਹਰ ਆ ਰਹੀ ਵੀ ਇੰਨੇ ਕੁ ਲੋਕ ਮਰੇ ਨੇ, ਪਰ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਇਹ ਤੋਂ ਬਹੁਤ ਵੱਡੀ ਗੱਲਬਾਤ ਹੋਵੇ, ਕਿਉਂਕਿ ਜੇ ਉਹ ਨਕਸ਼ੇ ਜਿਹੇ ਨੂੰ ਧਿਆਨ ਨਾਲ ਦੇਖੀਏ ਯੂਕਰੇਨ ਵਾਲੇ ਨੂੰ, ਤੇ ਕੋਈ ਨੁੱਕਰ ਛੱਡੀ ਨਹੀਂ ਹੈ ਜਿੱਥੇ ਉਹਨਾਂ ਨੇ ਆਪਣੇ ਵੱਲੋਂ ਤਬਾਹੀ ਮਚਾਈ ਨਹੀਂ। ਹੁਣ 74 ਤਾਂ ਕਹਿੰਦੇ ਆ ਵੀ ਜਿਹੜੇ ਅੱਡੇ ਆ ਜਿਹੜੇ ਉਹਨਾਂ ਨੇ ਕਹਿੰਦੇ ਵੀ ਤਬਾਹ ਕਰਤੇ ਆਪਣੇ ਵੱਲੋਂ, ਤੇ ਬਾਕੀ ਥਾਵਾਂ ਦੇ ਉੱਪਰ ਉਹ ਕਹਿੰਦੇ ਵੀ ਬੰਦੇ ਸਾਡੇ ਪਹੁੰਚ ਗਏ ਵੀ ਅੱਜ ਨਹੀਂ ਤੇ ਕੱਲ੍ਹ ਅਸੀਂ ਆਪਣੇ ਤੌਰ ਤੇ ਕਾਬੂ ਕਰ ਲੈਣਾ। ਸੋ ਹੋ ਸਕਦਾ ਵੀ ਅਜੇ ਪ੍ਰੋਪਰ ਖਬਰਾਂ ਵੀ ਬਾਹਰ ਨਾ ਆਉਂਦੀਆਂ ਹੋਣ ਵੀ ਉੱਥੇ ਵਾਪਰਿਆ ਘਟਿਆ ਕੀ ਆ, ਪਰ ਚਲੋ ਜੋ ਵੀ ਆ ਰੱਬ ਸੁੱਖ ਰੱਖੇ। ਉਹ ਕਹਿੰਦੇ ਨੇ ਵੀ ਮਹਾਰਾਜ ਸਮੱਤ ਬਖਸ਼ੀ, ਕੁਇਕ ਲੈਣਾ, ਹੋਰ ਤਾਂ ਕੁਝ ਕਰ ਨਹੀਂ ਸਕਦੇ। ਚੱਲੀਏ ਹੁਣ ਆਪਾਂ। ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।